आसा महला पहला। सुन वड्डा आखै सब कोय, के वड वड्डा डिठा होए। कीमत पाए ना कहया जाए, कहने वाले तेरे रहे समाए। वड्डे मेरे साहिबा गहर गंभीरा, गुणी गहीरा कोई ना जाने। तेरा केता केवड चीरा रहाओ। सब सुरती मिल सुरत कमाई, सब कीमत मिल कीमत पाई। ज्ञानी ध्यानी गुर गुरहाई, कह न जाई तेरी तिल वड्याई। सब सत सब तप सब चंगियाइयां, सिद्धां पुरखां कियां वड्याइयां। तुध बिन सिद्धि किनै ना पाईया, कर्म मिलै नाहीं ठाक रहाइया। आखन वाला क्या विचारा, सिफती भरे तेरे भंडारा। जिस तू देह तिसै क्या चारा, नानक सच सवारन हारा। ਆਸਾ ਰਾਗ ਦਾ ਨਾਮ ਹੈ। ਮਹਿਲਾ ਪਹਿਲਾ ਭਾਵ ਇਹ ਸ਼ਬਦ ਪਹਿਲੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਜਿਹੜੇ ਰਾਗ ਉੱਪਰ ਸਿਰਲੇਖ ਵਿੱਚ ਆਉਂਦੇ ਨੇ, ਜਿਹੜੇ ਪੁਰਾਤਨ ਰਾਗੀ ਸਨ, ਉਹ ਉਸ ਸ਼ਬਦ ਨੂੰ ਉਸੇ ਰਾਗ ਵਿੱਚ, ਜਿਹਨੂੰ ਨਿਰਧਾਰਤ ਰਾਗ ਕਹਿੰਦੇ ਨੇ, ਤੇ ਕੀਰਤਨ ਕਰਦੇ ਸਨ। ਅੱਜ ਕੱਲ੍ਹ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ, ਤਿਵੇਂ ਤਿਵੇਂ ਉਹ ਮਰਿਆਦਾ ਜਿਹੜੀ ਹੈ ਉਹ ਪਾਸੇ ਹੁੰਦੀ ਗਈ। ਅੱਜ ਕੱਲ੍ਹ ਅਸੀਂ ਕਿਸੇ ਵੀ ਰਾਗ ਵਿੱਚ ਕੋਈ ਸ਼ਬਦ ਪੜ੍ਹ ਰਹੇ ਹਾਂ, ਜਾਂ ਕਿਸੇ ਹੋਰ ਜਿਹਨੂੰ ਅਸੀਂ ਲਾਈਟ ਕਹਿ ਦਿੰਦੇ ਹਾਂ, ਉਹਨਾਂ ਟਿਊਨਾਂ ਦੇ ਵਿੱਚ ਅਸੀਂ ਕੀਰਤਨ ਕਰਦੇ ਹਾਂ। ਪਰ ਇਹ ਜੋ ਸੰਕੇਤ ਨੇ ਸਾਡੇ ਵਾਸਤੇ, ਇਹ ਬੜੇ ਸਾਨੂੰ ਸਿੱਖਿਆ ਦੇ ਰਹੇ ਹਨ। ਸਾਨੂੰ ਰਾਗਾਂ ਦੇ ਵਿੱਚ ਮੁਹਾਰਤ ਹਾਸਲ ਹੋਣੀ ਚਾਹੀਦੀ ਹੈ, ਉਸ ਪੁਰਾਤਨ ਰਵਾਇਤ ਨੂੰ ਕਾਇਮ ਰੱਖਣਾ ਚਾਹੀਦਾ ਹੈ। ਇਹ ਸ਼ਬਦ ਨੂੰ ਮਾਲਕ ਜੀ ਨੇ ਆਸਾ ਰਾਗ ਵਿੱਚ ਗਾਵੇ ਹੈ। ਪਹਿਲੇ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਪਾਵਨ ਬਚਨ ਹਨ ਸੁਣ ਵੱਡਾ ਆਖੈ ਸਭ ਕੋਏ। ਹੁਣ ਪਹਿਲੀ ਗੱਲ ਹੈ ਸੁਣ, ਔਰ ਸੁਣ ਦੇ ਰਾਣੇ ਨੂੰ ਹੈ ਸਿਹਾਰੀ। ਇੱਥੇ ਰੁਕਣਾ ਹੈ ਸੁਣ। ਸੁਣ ਵੱਡਾ ਨਹੀਂ, ਫਿਰ ਹੋ ਜਾਏਗਾ ਵੱਡਾ ਸੁਣ। ਸੁਣ ਸੁਣ ਕੇ ਜੋ ਸਿਹਾਰੀ ਹੈ ਉਹਦੇ ਵਿੱਚੋਂ ਅਰਥ ਨਿਕਲਦੇ ਹਨ ਕਿ ਸੁਣ ਕੇ ਹਰ ਇੱਕ ਜਿਹੜਾ ਹੈ ਉਹ ਰੱਬ ਨੂੰ ਵੱਡਾ ਵੱਡਾ ਜਾਂ ਬੇਅੰਤ ਬੇਅੰਤ ਆਖਦਾ ਹੈ। ਇੱਕ ਗੱਲ ਸਮਝ ਲੈਣੀ, ਇਹ ਇਨਸਾਨੀ ਬਿਰਤੀ ਹੈ ਕਿ ਅਸੀਂ ਸੁਣੀ ਸੁਣਾਈ ਗੱਲ ਨੂੰ ਅੱਗੇ ਬਹੁਤ ਛੇਤੀ ਪਹੁੰਚਾ ਦਿੰਦੇ ਹਾਂ। ਉਹਦੀ ਘੋਖ ਪੜਤਾਲ ਕਰਨ ਦੀ ਵੀ ਕਈ ਵਾਰ ਕੋਸ਼ਿਸ਼ ਨਹੀਂ ਕਰਦੇ। ਸੁਣੀ ਗੱਲ, ਚਲੋ ਠੀਕ ਹੈ ਜੀ, ਤੂੰ ਕਿਹਾ ਠੀਕ ਹੋਣੀ ਹੈ, ਅੱਗੇ ਦੱਸ ਦਿੱਤੀ। ਕਈ ਵਾਰੀ ਅਸੀਂ ਆਪਣੇ ਵੱਲੋਂ ਚੰਗੀ ਗੱਲ ਕਰਦੇ ਹਾਂ, ਪਰ ਸੁਣੀ ਸੁਣਾਈ ਹੁੰਦੀ ਹੈ ਤੇ ਬਾਅਦ ਵਿੱਚ ਗਲਤ ਸਾਬਤ ਹੋ ਜਾਂਦੀ ਹੈ। ਸ਼ਾਇਦ ਆਪ ਜੀ ਦੇ ਮੋਬਾਈਲ ਵਿੱਚ ਵੀ ਇੱਕ ਮੈਸੇਜ ਆਇਆ ਹੋਏਗਾ ਕਦੇ ਨਾ ਕਦੇ ਕਿ ਵੈਨਕੂਵਰ ਜਾਂ ਇਹਦੀ ਥਾਂ 'ਤੇ ਕੋਈ ਹੋਰ ਵੀ ਨਾਮ ਹੋ ਸਕਦਾ ਹੈ, ਵੀ ਉੱਥੇ ਇੱਕ ਲਾਇਬ੍ਰੇਰੀ ਹੈ। ਉਹਦੀਆਂ ਕੁਝ ਮੰਜ਼ਿਲਾਂ ਨਿਰਧਾਰਿਤ ਕੀਤੀਆਂ ਨੇ, ਕਈਆਂ ਨੇ 7 ਆਖਿਆ, ਕਈਆਂ ਨੇ ਕੀ ਕੁਛ ਆਖਿਆ, ਵੀ ਉੱਥੇ ਸਾਰੀਆਂ ਕਿਤਾਬਾਂ ਨੇ ਉਸ ਲਾਇਬ੍ਰੇਰੀ ਦੇ ਵਿੱਚ। ਤੇ ਜੋ ਸਭ ਤੋਂ ਉਤਲੀ ਮੰਜ਼ਿਲ ਹੈ, ਉੱਥੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਹੈ। ਬੜਾ ਵਧੀਆ ਲੱਗਦਾ ਸੁਣ ਕੇ ਵੀ ਗੱਲ ਹੈ ਕਿੰਨੀ ਵਧੀਆ ਹੈ। ਪਰ ਜੇ ਕਿਤੇ ਅਸੀਂ ਉਸ ਐਡਰੈਸ 'ਤੇ ਲੱਭਣ ਵਾਸਤੇ ਤੁਰ ਪਈਏ ਤੇ ਉੱਥੇ ਉਹ ਲਾਇਬ੍ਰੇਰੀ ਹੋਵੇ ਹੀ ਨਾ, ਤੇ ਫਿਰ ਗੁਰੂ ਸਾਹਿਬ ਜੀ ਇਸ ਕਰਕੇ ਵੱਡੇ ਨਹੀਂ ਕਿ ਕੋਈ ਲਾਇਬ੍ਰੇਰੀ ਬਣਾ ਦੇਵੇ ਤੇ ਸਭ ਤੋਂ ਉੱਪਰ ਉਹਦਾ ਪ੍ਰਕਾਸ਼ ਕਰ ਦੇਵੇ। ਜੇ ਨਾ ਵੀ ਕਰੇ, ਗੁਰੂ ਸਾਹਿਬ ਤੇ ਵੱਡੇ ਹੀ ਨੇ। ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਮਹਾਨਤਾ ਹੈ, ਇਸ ਗੱਲ ਦੀ ਮੁਹਤਾਜ ਨਹੀਂ ਹੈ ਕਿ ਕੋਈ ਸਟੇਟ ਜਿਹੜੀ ਹੈ ਲਾਇਬ੍ਰੇਰੀ ਬਣਾਵੇ ਤੇ ਸਭ ਤੋਂ ਉਤਲੀ ਮੰਜ਼ਿਲ ਤੇ ਉਹਦਾ ਪ੍ਰਕਾਸ਼ ਕਰੇ। ਜੇ ਹੁਣ ਪ੍ਰਕਾਸ਼ ਨਹੀਂ ਹੈ ਤੇ ਕੀ ਉਹਨਾਂ ਦੀ ਮਹਾਨਤਾ ਘਟ ਗਈ ਹੈ? ਨਹੀਂ, ਉਹਨਾਂ ਦੀ ਮਹਾਨਤਾ ਪੂਰੀ ਹੈ।
ਕਹਿਣ ਦਾ ਭਾਵ ਕਿਸੇ ਨੇ ਮੈਸੇਜ ਦਿੱਤਾ, ਅਸੀਂ ਉਹ ਮੈਸੇਜ ਅੱਗੇ ਇੰਨਾ ਪਹੁੰਚਾ ਦਿੱਤਾ, ਪਰ ਇਹ ਕੋਸ਼ਿਸ਼ ਨਹੀਂ ਕੀਤੀ ਵੀ ਜਿਹੜੀ ਇੰਨੀ ਵੱਡੀ ਗੱਲ ਹੈ ਉਹਨੂੰ ਅਸੀਂ ਪੜਚੋਲ ਵੀ ਕਰ ਲਈਏ। ਕਿਉਂਕਿ ਸਾਡੀ ਬਿਰਤੀ ਹੈ, ਅਸੀਂ ਸੁਣ ਕੇ ਫਟਾਫਟ ਸੱਚ ਮੰਨ ਕੇ ਤੇ ਉਸ ਗੱਲ ਨੂੰ ਅੱਗੇ ਤੋਰ ਦਿੰਦੇ ਹਾਂ। ਤੇ ਰੱਬ ਜੀ ਬਾਰੇ ਵੀ ਇਸੇ ਤਰ੍ਹਾਂ ਹੀ ਹੈ। ਦੇਖੋ, ਇੱਕ ਗੱਲ ਹੈ ਮਹਿਸੂਸ ਕਰਨਾ, ਇੱਕ ਗੱਲ ਹੈ ਬਸ ਸੁਣ ਕੇ ਤੇ ਕਹਿ ਦੇਣਾ ਠੀਕ ਹੈ, ਤੂੰ ਠੀਕ ਹੀ ਕਹਿੰਦਾ ਹੈ। ਗੱਲ ਬਣੇਗੀ ਜਦੋਂ ਆਪਣੇ ਆਪ ਸਾਨੂੰ ਰੱਬ ਜੀ ਦੀ ਹੋਂਦ ਮਹਿਸੂਸ ਹੋਏਗੀ, ਰੱਬ ਜੀ ਦੀ ਬੇਅੰਤਤਾ ਨੂੰ ਅਸੀਂ ਅਨੁਭਵ ਕਰਾਂਗੇ, ਮਾਣਾਂਗੇ, ਫਿਰ ਮੂੰਹ ਚੋਂ ਨਿਕਲੇਗਾ ਵਾਹਿਗੁਰੂ। ਹਜੇ ਸੁਣਿਆ ਸੁਣਾਈ ਕਹਿ ਰਹੇ ਹਾਂ ਅਸੀਂ। ਮਾਂ ਜਦੋਂ ਬਣ ਜਾਂਦੀ ਹੈ ਇੱਕ ਔਰਤ, ਉਦੋਂ ਉਹਨੂੰ ਪਤਾ ਲੱਗਦਾ ਮਮਤਾ ਕੀ ਚੀਜ਼ ਹੈ, ਨਹੀਂ ਤਾਂ ਪਹਿਲਾਂ ਸੁਣੀ ਸੁਣਾਈ ਗੱਲ ਹੈ। ਇਸੇ ਤਰ੍ਹਾਂ ਜਦੋਂ ਰੱਬ ਨਾਲ ਨੇੜਤਾ ਪ੍ਰਾਪਤ ਹੋ ਜਾਂਦੀ ਹੈ ਨਾ, ਫਿਰ ਪਤਾ ਲੱਗਦਾ ਉਹਦੀ ਬੇਅੰਤਤਾ ਦਾ। ਹਜੇ ਤਾਂ ਸੁਣ ਕੇ ਹੀ ਅਸੀਂ ਕਹਿੰਦੇ ਰੱਬ ਬਹੁਤ ਵੱਡਾ ਹੈ, ਰੱਬ ਬਹੁਤ ਮਹਾਨ ਹੈ, ਪਰ ਸਾਡਾ ਸੰਬੰਧ ਕਿੰਨਾ ਕੁ ਬਣਿਆ ਰੱਬ ਦੇ ਨਾਲ? ਮੈਨੂੰ ਮਾਫ ਕਰ ਦੇਣਾ, ਅਸੀਂ ਰੱਬ ਨਾਲ ਸੰਬੰਧ ਕੇਵਲ ਇਸ ਕਰਕੇ ਬਣਾਇਆ ਕਿ ਜਿਹੜੀ ਚੀਜ਼ ਸਾਨੂੰ ਚਾਹੀਦੀ ਹੈ ਉਹ ਮੰਗ ਲਈਏ ਬਸ, ਜਾਂ ਕੋਈ ਦੁੱਖ ਹੈ ਤੇ ਅਰਦਾਸ ਕਰ ਦਈਏ ਦੂਰ ਹੋ ਜਾਏ। ਔਰ ਜੇ ਦੁੱਖ ਦੂਰ ਨਹੀਂ ਹੁੰਦਾ, ਅਸੀਂ ਸੰਬੰਧ ਵੀ ਤੋੜ ਲੈਂਦੇ ਹਾਂ ਕਈ ਵਾਰੀ। ਮੈਂ ਜੀ ਹੁਣ ਗੁਰਦੁਆਰੇ ਜਾਣਾ ਛੱਡ ਦਿੱਤਾ ਹੈ, ਮੈਂ ਜੀ ਹੁਣ ਮੰਦਿਰ ਆਦਿਕ ਧਾਰਮਿਕ ਸਥਾਨਾਂ ਤੇ ਜਾਣਾ ਛੱਡ ਦਿੱਤਾ ਹੈ। ਕਿਉਂ? ਲੈ ਇੰਨੀਆਂ ਅਰਦਾਸਾਂ ਕੀਤੀਆਂ, ਕੁਝ ਮਿਲਿਆ ਹੀ ਨਹੀਂ। ਲੋੜਾਂ ਨੂੰ ਤੇ ਮਹਿਸੂਸ ਕੀਤਾ ਸੀ ਉਸਨੇ, ਪਰ ਰੱਬ ਨੂੰ ਮਹਿਸੂਸ ਨਹੀਂ ਸੀ ਕੀਤਾ। ਜੇ ਕਿਤੇ ਗੁਰੂ ਨੂੰ, ਰੱਬ ਨੂੰ ਮਹਿਸੂਸ ਕਰਕੇ ਆਇਆ ਹੁੰਦਾ ਨਾ, ਉਹਨੇ ਕਦੇ ਛੱਡ ਕੇ ਜਾਣਾ ਹੀ ਨਹੀਂ ਸੀ। ਹਜ਼ੂਰ ਕਹਿੰਦੇ ਰੱਬ ਦੇ ਬਾਬਤ ਵੀ ਐਸੀ ਗੱਲ ਹੈ, ਹਰੇਕ ਜੀਵ ਹੋਰਨਾਂ ਕੋਲੋਂ ਸਿਰਫ ਸੁਣ ਕੇ ਹੀ ਆਖ ਦਿੰਦਾ ਹੈ ਕਿ ਹੇ ਰੱਬਾ ਤੂੰ ਬਹੁਤ ਵੱਡਾ ਹੈ, ਤੂੰ ਬਹੁਤ ਵੱਡਾ ਹੈ। ਹਜ਼ੂਰ ਕਹਿੰਦੇ ਨਹੀਂ, ਤੂੰ ਰੱਬ ਦੇ ਨੇੜੇ ਹੋ ਔਰ ਮਹਿਸੂਸ ਕਰਕੇ ਰੱਬ ਵੱਡਾ ਹੈ। ਨਿਤਾ ਪ੍ਰਤੀ ਅਸੀਂ ਇੰਨੀ ਹਵਾ ਮਾਣਦੇ ਹਾਂ, ਕਿੱਡੀ ਵੱਡੀ ਦਾਤ ਹੈ, ਕਦੇ ਮਹਿਸੂਸ ਨਹੀਂ ਕੀਤਾ। ਅਸੀਂ ਇਸ ਸੂਰਜ ਦੀ ਰੋਸ਼ਨੀ ਮਾਣਦੇ ਹਾਂ, ਇਹ ਕਿੱਡੀ ਵੱਡੀ ਦਾਤ ਹੈ, ਕਦੇ ਮਹਿਸੂਸ ਨਹੀਂ ਕੀਤਾ। ਅਸੀਂ ਅੱਖਾਂ ਵਾਲੇ ਅੱਖਾਂ ਦਾ ਮੁੱਲ ਨਹੀਂ ਜਾਣਦੇ। ਜਿਹਦੀਆਂ ਅੱਖਾਂ ਨਹੀਂ, ਉਹਦੇ ਕੋਲ ਪੁੱਛ ਕੇ ਵੇਖੋ ਵੀ ਅੱਖਾਂ ਦਾ ਕੀ ਮੁੱਲ ਹੈ। ਕਿਉਂਕਿ ਜਿਹੜੀ ਚੀਜ਼ ਸਾਡੇ ਕੋਲ ਹੈ ਉਹ ਰੱਬ ਦੀ ਦਿੱਤੀ ਹੋਈ ਦਾਤ ਹੈ, ਪਰ ਉਹ ਦਾਤ ਕਿੰਨੀ ਕੀਮਤੀ ਹੈ ਅਸੀਂ ਤੇ ਉਹਦੇ ਬਾਰੇ ਵੀ ਨਹੀਂ ਜਾਣਦੇ, ਤੇ ਰੱਬ ਨੂੰ ਤੇ ਅਸੀਂ ਹਜੇ ਵੇਖਿਆ ਵੀ ਕੋਈ ਨਹੀਂ। ਮਹਿਸੂਸ ਕਰਨ ਦੀ ਦੂਰ ਦੀ ਬਾਤ ਹੈ, ਹਜੇ ਨੇੜੇ ਦਾ ਵਾਸਤਾ ਵੀ ਨਹੀਂ ਪਿਆ। ਹਾਂ, ਕਿਸੇ ਨੇ ਕਹਿਤਾ ਰੱਬ ਬੇਅੰਤ ਹੈ, ਰੱਬ ਸਭ ਕੁਝ ਦੇਣ ਵਾਲਾ ਹੈ, ਸੁਣ ਕੇ ਅਸੀਂ ਕਹਿ ਦਿੰਦੇ ਹਾਂ ਰੱਬ ਬਹੁਤ ਬੇਅੰਤ ਹੈ। ਪਰ ਸੱਚ ਜਾਣਨਾ, ਜਦੋਂ ਨੇੜਤਾ ਹੋਏਗੀ ਨਾ ਰੱਬ ਦੇ ਨਾਲ, ਕੁਝ ਅਨੁਭਵ ਹੋਏਗਾ, ਉਦੋਂ ਫਿਰ ਆਪੇ ਹੀ ਅਸੀਂ ਕਹਿ ਦਾਂਗੇ ਕਿ ਹਾਂ, ਹਜੇ ਅਸੀਂ ਪੜ੍ਹਦੇ ਹਾਂ, ਜਲੇ ਹੈ ਥਲੇ ਹੈ, ਹਜੇ ਪੜ੍ਹ ਰਹੇ ਹਾਂ, ਹਜੇ ਪੜ੍ਹ ਰਹੇ ਹਾਂ। ਜਹਾਂ ਜਹਾਂ ਪੇਖੋਂ ਤਾਂ ਹਜ਼ੂਰ, ਪਰ ਸਾਨੂੰ ਦਿਦਾਰੇ ਤੇ ਨਹੀਂ ਹੋਏ, ਸੱਚ ਹੈ। ਹਜੇ ਅਸੀਂ ਕੇਵਲ ਪੜ੍ਹਨ ਤੱਕ ਹੀ ਹਾਂ, ਵੀ ਰੱਬ ਸਭ ਥਾਵਾਂ ਤੇ, ਪਰ ਮਹਿਸੂਸ ਨਹੀਂ ਕਰ ਸਕੇ। ਹਜ਼ੂਰ ਕਹਿੰਦੇ ਨੇ, ਦੁਨੀਆ ਦੇ ਲੋਕੋ ਇਹ ਗੱਲ ਚੇਤੇ ਰੱਖੋ, ਸੁਣ ਵੱਡਾ ਆਖੈ ਸਭ ਕੋਏ, ਕੇਵੜ ਵੱਡਾ, ਪਰ ਉਹ ਕਿੰਨਾ ਕੁ ਵੱਡਾ ਹੈ? ਡੀਠਾ ਹੋਏ। ਕੇਵਲ ਦਿਦਾਰੇ ਕਰੋਗੇ ਨਾ, ਉਦੋਂ ਅਨੁਭਵ ਹੋਏਗਾ ਅਸਲ ਦੇ ਵਿੱਚ। ਸੋ ਰੱਬ ਨਾਲ ਨੇੜਤਾ ਵਧਾਓ ਤਾਂ ਕਿ ਬੇਅੰਤਤਾ ਮਹਿਸੂਸ ਖੁਦ ਕਰ ਸਕੋ। ਜਿਸ ਬੇਅੰਤਤਾ ਨੂੰ ਮਹਿਸੂਸ ਕੀਤਾ ਭਗਤਾਂ ਨੇ, ਗੁਰੂ ਸਾਹਿਬ ਜੀ ਨੇ, ਗੁਰੂ ਦੀ ਮਹਾਨਤਾ ਜਿਵੇਂ ਗੁਰਸਿੱਖਾਂ ਨੇ ਮਹਿਸੂਸ ਕੀਤੀ ਹੈ, ਸਿੱਖਾਂ ਤੂੰ ਨੇੜੇ ਹੋ ਤਾਂ ਕਿ ਤੇਰੇ ਅੰਦਰੋਂ ਆਪਣੇ ਆਪ ਵਾਹਿਗੁਰੂ ਨਿਕਲੇ ਕਿ ਵਾਹ ਮੇਰਾ ਗੁਰੂ ਕਮਾਲ ਦਾ ਹੈ, ਰੱਬਾ ਤੂੰ ਕਮਾਲ ਦਾ ਹੈ। ਪਰ ਅਸੀਂ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੰਦੇ ਹਾਂ, ਕਿਉਂਕਿ ਅਸਲੀਅਤ ਨਹੀਂ ਨਾ ਪਤਾ। ਇਸ ਕਰਕੇ ਅਸੀਂ ਰੱਬ ਨੂੰ ਵੀ ਤੋਲਣਾ ਸ਼ੁਰੂ ਕਰ ਦਿੰਦੇ ਵੀ ਇੰਨਾ ਕੁ ਵੱਡਾ ਹੋਣਾ ਹੈ, ਇੰਨਾ ਕੁ ਮਹਾਨ ਹੋਣਾ ਹੈ। ਹਜ਼ੂਰ ਕਹਿੰਦੇ ਨਹੀਂ, ਕੀਮਤ ਪਾਏ ਨਾ ਕਹਿਆ ਜਾਏ। ਜੇ ਉਹਦੇ ਬਰਾਬਰ ਦੀ ਕੋਈ ਹਸਤੀ ਲੱਭੀਏ, ਕੀਮਤ ਪਾਉਣ ਦਾ ਕੀ ਮਤਲਬ ਹੈ ਵੀ ਜੇ ਇਹਦਾ ਮੁੱਲ 100 ਰੁਪਏ ਹੈ, ਜਾਂ ਤਾਂ 100 ਰੁਪਏ ਦੀ ਮੁੱਲ ਵਾਲੀ ਕੋਈ ਚੀਜ਼ ਦੇ ਕੇ ਉਹ ਚੀਜ਼ ਲੈ ਲਈਏ, ਜਾਂ 100 ਰੁਪਇਆ ਦੇ ਦਈਏ, ਵੀ ਉਹਦੇ ਬਰਾਬਰ ਦੀ ਹਸਤੀ ਲੱਭਣੀ। ਰੱਬ ਦੇ ਬਰਾਬਰ ਦੀ ਹਸਤੀ ਲੱਭਣ ਦੀ ਕੋਸ਼ਿਸ਼ ਕੀਤੀ ਵੀ ਇਹਦੇ ਵਰਗਾ ਰੱਬ ਹੈ,
ਪਰ ਕਹਿੰਦੇ ਨਹੀਂ, ਕੋਈ ਲੱਭ ਨਹੀਂ ਸਕਿਆ। ਕੀਮਤ ਪਾਏ ਨਾ ਕਹਿਆ ਜਾਏ। ਪਰ ਇੱਕ ਅਚੰਭਾ ਹੋ ਗਿਆ, ਇੱਕ ਕੌਤਕ ਹੋ ਗਿਆ ਕਿ ਜਿਹੜੇ ਰੱਬ ਨੂੰ ਕਹਿ ਰਹੇ ਸਨ, ਜੋ ਰੱਬ ਦੇ ਗੁਣ ਗਾਨ ਕਰ ਰਹੇ ਸਨ, ਕੀ ਹੋਇਆ? ਤੇਰੇ ਸਰੂਪ ਦਾ ਬਿਆਨ ਤੇ ਨਹੀਂ ਹੋਇਆ। ਤੇਰੀ ਵਡਿਆਈ ਆਖਣ ਵਾਲੇ ਆਪਾ ਭੁੱਲ ਕੇ ਤੇਰੇ ਵਿੱਚ ਹੀ ਲੀਨ ਹੋ ਜਾਂਦਾ ਹੈ ਐਸਾ ਮਨੁੱਖ। ਪਹਿਲੇ ਸ਼ਬਦ ਵਿੱਚ ਕਿਹਾ ਕਿ ਤੂੰ ਗਾ, ਹੁਣ ਦੂਜੇ ਸ਼ਬਦ ਵਿੱਚ ਦੱਸਦੇ ਨੇ ਕਿ ਜਿਹਨੂੰ ਗਾਣਾ ਉਹ ਬੇਅੰਤ ਕਿੰਨਾ। ਤੂੰ ਇਸ ਕਰਕੇ ਨਹੀਂ ਗਾਣਾ ਕਿ ਤੂੰ ਉਹਦਾ ਅੰਤ ਪਾ ਲਏਗਾ, ਨਾ, ਤੂੰ ਇਸ ਕਰਕੇ ਗਾਉਣਾ ਕਿ ਉਹਦੇ ਵਿੱਚ ਤੂੰ ਸਮਾ ਜਾਏਗਾ। ਚੇਤੇ ਰੱਖੀ, ਤੂੰ ਉਹਦਾ ਅੰਤ ਨਹੀਂ ਪ੍ਰਾਪਤ ਕਰ ਸਕਦਾ। ਇਹ ਸ਼ਬਦ ਸਾਨੂੰ ਇਹ ਸੁਨੇਹਾ ਦਿੰਦਾ ਹੈ। ਭਾਈ ਗੁਰਦਾਸ ਜੀ ਸਾਨੂੰ ਸਮਝਾਉਂਦੇ ਨੇ ਵੀ ਤੂੰ ਰੱਬ ਦਾ ਅੰਤ ਪਾਉਣਾ ਚਾਹੁੰਦਾ, ਅੰਤ ਨਹੀਂ ਪਾ ਸਕਦਾ, ਤੂੰ ਉਹਦੇ 'ਚ ਸਮਾ ਸਕਦਾ ਹੈ। ਜੇ ਕਿਤੇ ਤੇਰੇ ਅੰਦਰ ਖਿਆਲ ਹੈ ਕਿ ਰੱਬ ਦਾ ਅੰਤ ਪ੍ਰਾਪਤ ਕਰ ਲਵਾਂ, ਤੇ ਉਹਨਾਂ ਨੇ ਕੁਝ ਉਦਾਹਰਨਾਂ ਬੜੀਆਂ ਪਿਆਰੀਆਂ ਦਿੱਤੀਆਂ ਨੇ। ਕਹਿਣ ਲੱਗੇ, ਚੀਟੀ ਕੇ ਉਦਰ ਵਿਖੈ ਹਸਤੀ ਸਮਾਏ ਕੈਸੇ। ਹੁਣ ਕੀੜੀ ਦੇ ਢਿੱਡ ਵਿੱਚ ਹਾਥੀ ਸਮਾ ਸਕਦਾ? ਨਹੀਂ ਸਮਾ ਸਕਦਾ। ਬੰਦਿਆ ਤੂੰ ਕੀੜੀ ਦੀ ਨਹੀਂ ਆਈ। ਰੱਬ ਹਾਥੀ ਵਰਗਾ ਇੰਨਾ ਵਿਸ਼ਾਲ, ਕੀੜੀ ਦੇ ਢਿੱਡ ਵਿੱਚ ਜਿਵੇਂ ਹਾਥੀ ਨਹੀਂ ਸਮਾ ਸਕਦਾ, ਤੇਰੀ ਸੁਰਤ ਵਿੱਚ ਰੱਬ ਨਹੀਂ ਜੇ ਸਮਾ ਸਕਦਾ। ਰੱਬ ਇੰਨਾ ਮਹਾਨ ਹੈ, ਇੰਨਾ ਬੇਅੰਤ ਹੈ। ਦੂਜੀ ਉਦਾਹਰਣ, ਮੱਕਰੀ ਨਾ ਚੀਤੈ ਜੀਤੈ ਸਰ ਨਾ ਪੁਜਾਵਈ। ਜੇ ਇੱਕ ਮੱਕੜੀ ਆਖੇ ਮੈਂ ਜਾਲਾ ਬੁਣਦੀਆਂ ਕਈ ਮੱਛਰ ਫਸਾ ਲੈਂਦੀ ਹਾਂ, ਮੈਂ ਹੁਣ ਚੀਤਾ ਵੀ ਫਸਾ ਲਾਂਗੀ। ਜੋ ਐਡਾ ਵੱਡਾ ਜਾਨਵਰ ਹੈ, ਟਾਈਗਰ ਆਦਿਕ ਹੈ, ਐਸਾ ਜਾਨਵਰ ਜੇ ਮੈਂ ਉਹਨੂੰ ਫਸਾ ਲਾਂਗੀ, ਉਹਨੂੰ ਜਿੱਤ ਪ੍ਰਾਪਤ ਕਰ ਲਾਂਗੀ ਉਹਦੇ ਉੱਤੇ। ਕਹਿੰਦੇ ਮੱਕੜੀ ਕਦੇ ਵੀ ਇੱਕ ਚੀਤੇ ਨੂੰ ਜਿੱਤ ਨਹੀਂ ਸਕਦੀ, ਉਹਦੀ ਬਰਾਬਰੀ ਨਹੀਂ ਕਰ ਸਕਦੀ। ਤੀਜੀ ਉਦਾਹਰਨ ਦਿੱਤੀ, ਤਮੋਚਰ ਉੱਡਤ ਨਾ ਪਹੁੰਚੈ ਆਕਾਸ਼ ਬਾਸ। ਇੱਕ ਚਮਕਿੱਦੜ ਵੀ ਉੱਡਦੀ ਹੈ, ਪਰ ਚਮਕਿੱਦੜ ਕਿੰਨਾ ਕੁ ਉੱਚਾ ਉੱਡ ਲੇਗੀ। ਆਕਾਸ਼ ਭਾਵ ਬਹੁਤ ਉੱਚੀ ਉੱਡਣ ਵਾਲੇ ਕਈ ਪੰਛੀ ਨੇ, ਇੱਕ ਚਮਕਿੱਦੜ ਉੱਡ ਕੇ ਉਹਨਾਂ ਵਾਂਗੂ ਆਕਾਸ਼ ਤੱਕ ਨਹੀਂ ਪਹੁੰਚ ਸਕਦੀ, ਭਾਵ ਬਹੁਤ ਉੱਚੀ ਉਡਾਰੀ ਨਹੀਂ ਮਾਰ ਸਕਦੀ। ਇਸੇ ਤਰ੍ਹਾਂ ਬੰਦਿਆ, ਬੇਸ਼ੱਕ ਤੂੰ ਬੜਾ ਸਿਆਣਾ ਹੈ, ਬੇਸ਼ੱਕ ਤੂੰ ਬਹੁਤ ਪੜ੍ਹ ਲਿਖ ਗਿਆ ਹੈ, ਪਰ ਤੇਰੀ ਸੁਰਤੀ ਰੱਬ ਤੱਕ ਨਹੀਂ ਪਹੁੰਚ ਸਕਦੀ। ਅਗਲੀ ਉਦਾਹਰਨ ਦਿੱਤੀ, ਮੂਸਾ ਤੋਂ ਨਾ ਪੈਰਤ ਸਮੁੰਦਰ ਪਾਰ ਪਾਵਈ। ਮੂਸਾ ਕਹਿੰਦੇ ਨੇ ਚੂਹੇ ਨੂੰ, ਜੇ ਕਿ ਚੂਹਾ ਕਹੇ ਕਿ ਮੈਂ ਤੈਰ ਕੇ ਸਮੁੰਦਰ ਪਾਰ ਕਰ ਲਾਂਗਾ, ਨਹੀਂ ਪਾਰ ਕਰ ਸਕਦਾ। ਤੇ ਜੇ ਕੋਈ ਕਹੇ ਕਿ ਮੈਂ ਰੱਬ ਦਾ ਅੰਤ ਪਾ ਲਾਂਗਾ, ਨਹੀਂ ਪਾਇਆ ਜਾ ਸਕਦਾ। ਫਿਰ ਅਖੀਰ ਵਿੱਚ ਸਮਝਾਇਆ, ਤੈਸੇ ਪ੍ਰੇਮ ਨੇਮ ਅਗੰਮ ਅਗਾਧ ਬੋਧ। ਗੁਰਮੁਖ ਸਾਗਰ ਜੋ ਬੂੰਦ ਹਵੈ ਸਮਾਵਈ। ਜਿਵੇਂ ਇੱਕ ਬੂੰਦ ਸਮੁੰਦਰ ਨੂੰ ਆਪਣੀ ਵਿੱਚ ਸਮਾ ਨਹੀਂ ਸਕਦੀ, ਹਾਂ ਖੁਦ ਸਮੁੰਦਰ ਵਿੱਚ ਸਮਾ ਸਕਦੀ ਹੈ। ਅਸੀਂ ਰੱਬ ਦੇ ਗੁਣ ਗਾਉਣੇ ਨੇ ਤਾਂ ਕਿ ਗੁਣ ਗਾਉਂਦੇ ਗਾਉਂਦੇ ਅਸੀਂ ਰੱਬ ਵਿੱਚ ਸਮਾ ਜਾਈਏ। ਇਸੇ ਕਰਕੇ ਮੇਰੇ ਮਾਲਕ ਨੇ ਸਾਨੂੰ ਸਮਝਾਇਆ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਅੱਗੇ ਮਾਲਕ ਨੇ ਕਿਰਪਾ ਕੀਤੀ, ਵੱਡੇ ਮੇਰੇ ਸਾਹਿਬਾ। ਦੇਖੋ ਸਾਨੂੰ ਨਾ ਬਾਣੀ ਪੜ੍ਹਨੀ ਨਹੀਂ ਆਉਂਦੀ। ਹੁਣ ਗੱਲ ਚੱਲ ਰਹੀ ਰੱਬ ਦੇ ਨਾਲ, ਬਾਣੀ ਪੜ੍ਹਨ ਲੱਗਿਆ ਨਾ, ਵਿਦਵਾਨ ਕਹਿੰਦੇ ਨੇ 3 ਹਾਜ਼ਰੀਆਂ ਜ਼ਰੂਰ ਚਾਹੀਦੀਆਂ ਨੇ। ਇੱਕ ਹਾਜ਼ਰੀ ਤੇ ਹੈ ਰੱਬ ਦੀ ਹਾਜ਼ਰੀ। ਬਹੁਤ ਸਾਰੀਆਂ ਗੱਲਾਂ ਤੇ ਸਿੱਧੀਆਂ ਰੱਬ ਨਾਲ ਕਰਨੀਆਂ ਨੇ। ਜੇ ਰੱਬ ਹੀ ਸਾਡੀ ਸੁਰਤ ਵਿੱਚ ਹੈ ਨਹੀਂ, ਗੈਰ ਹਾਜ਼ਰ ਹੈ, ਤੇ ਉਹ ਕਿਹਦੇ ਨਾਲ ਗੱਲਾਂ ਕਰ ਰਹੇ ਹਾਂ? 100 ਦਰ ਦਾ ਪਾਠ ਹੀ ਨਹੀਂ ਸ਼ੁਰੂ ਹੋ ਸਕਦਾ। ਕਿਉਂ? 100 ਦਰ ਅੱਗੇ ਕੀ ਹੈ? 13। ਹੁਣ 13 ਉਹਨੂੰ ਕਹਿੰਦੇ ਜੋ ਸਾਹਮਣੇ ਬੈਠਾ ਹੁੰਦਾ ਹੈ। 100 ਦਰ 13 ਕਿਹਾ। ਜੇ ਰੱਬ ਸਾਡੀ ਸੁਰਤ ਵਿੱਚ ਹੈ ਹੀ ਨਹੀਂ, ਜੇ ਰੱਬ ਦੀ ਹਾਜ਼ਰੀ ਨੂੰ ਮਹਿਸੂਸ ਹੀ ਨਹੀਂ ਕਰ ਸਕੇ, ਫਿਰ ਤੂੰ ਕਿਹਨੂੰ ਕਹਿ ਰਿਹਾ ਤੇਰਾ? ਕਿਹਨੂੰ ਸੁਣਾ ਰਿਹਾ ਤੂੰ? ਇਹਦਾ ਮਤਲਬ ਤੇਰਾ ਕਿਹਾ ਹੋਇਆ ਜਿਹੜਾ ਹੈ ਨਾ, ਉਹ ਉੱਪਰੋਂ ਹੀ ਹੈ, ਅਸਲੀ ਗੱਲਬਾਤ ਤੇ ਹੋ ਨਹੀਂ ਰਹੀ। ਹੁਣ ਇਸੇ ਤਰ੍ਹਾਂ ਇੱਥੇ ਆਇਆ, ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ, ਗੁਣੀ ਗਹੀਰਾ। ਇੱਥੇ ਤੇ ਰੱਬ ਨੂੰ ਸਾਹਮਣੇ ਮਹਿਸੂਸ ਕਰਕੇ ਸਿੱਧੀ ਰੱਬ ਨਾਲ ਗੱਲ ਚੱਲ ਰਹੀ ਹੈ। ਜੇ ਰੱਬ ਸਾਡੀ ਸੁਰਤ ਵਿੱਚ ਹੈ ਹੀ ਨਹੀਂ, ਫਿਰ ਇਹ ਕਿਹਨੂੰ ਆਵਾਜ਼ਾਂ ਮਾਰ ਰਹੇ ਹਾਂ ਅਸੀਂ? ਹੋਰ ਬਾਣੀ ਪੜ੍ਹ ਲਓ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਹੁਣ ਤੇਰਾ ਤਾਂ ਉਹਨੂੰ ਕਹਿੰਦੇ ਜੋ ਸਾਹਮਣੇ ਬੈਠਾ ਹੁੰਦਾ ਹੈ। ਜੇ ਰੱਬ ਨੂੰ ਸਾਹਮਣੇ ਮਹਿਸੂਸ ਹੀ ਨਹੀਂ ਕੀਤਾ, ਫਿਰ ਇਹ ਗੱਲ ਕਿਹਦੇ ਨਾਲ ਚੱਲ ਰਹੀ ਹੈ? ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ। ਜੇ ਰੱਬ ਨੂੰ ਸਾਹਮਣੇ ਮਹਿਸੂਸ ਹੀ ਨਹੀਂ ਕੀਤਾ, ਤਾਂ ਫਿਰ ਗੱਲ ਕਿਹਦੇ ਨਾਲ ਕਰ ਰਹੇ ਆ? ਸੋ ਪਹਿਲੀ ਹਾਜ਼ਰੀ ਹੈ ਰੱਬ ਦੀ ਹਾਜ਼ਰੀ ਮਹਿਸੂਸ ਕਰਨੀ।
ਦੂਜੀ ਹਾਜ਼ਰੀ ਹੈ ਗੁਰੂ ਦੀ ਹਾਜ਼ਰੀ ਮਹਿਸੂਸ ਕਰਨੀ। ਬਹੁਤ ਸਾਰੀਆਂ ਗੱਲਾਂ ਗੁਰੂ ਨਾਲ ਕਰਨੀਆਂ ਨੇ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਹੁਣ ਗੁਰੂ ਤੇ ਸਾਹਮਣੇ ਮਹਿਸੂਸ ਨਹੀਂ ਕੀਤਾ ਹੋਇਆ, ਆਵਾਜ਼ ਕਿਹਨੂੰ ਮਾਰੀ ਜੇ? ਝੋਲੀ ਕਿਹਦੇ ਅੱਗੇ ਅੱਡੀ ਹੈ? ਸੋ ਗੁਰੂ ਦੀ ਹਾਜ਼ਰੀ ਚਾਹੀਦੀ ਹੈ। ਮੇਰੇ ਸਤਿਗੁਰਾ, ਤੇ ਸਤਿਗੁਰੂ ਨੂੰ ਸਾਹਮਣੇ ਸਮਝਿਆ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬੈਠ ਕੇ ਵੀ ਉਹਦੀ ਹਾਜ਼ਰੀ ਅਸੀਂ ਮਹਿਸੂਸ ਨਹੀਂ ਕਰ ਪਾ ਰਹੇ। ਤਰਾਸਦੀ ਹੈ। ਪਰ ਪਾਠ ਕਰਨ ਲੱਗਿਆਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਅਸੀਂ ਮਹਿਸੂਸ ਕਰਨੀ ਹੈ। ਤੀਜੀ ਹਾਜ਼ਰੀ ਹੈ ਆਪਣੀ ਹਾਜ਼ਰੀ, ਮਨ ਦੀ ਹਾਜ਼ਰੀ। ਬਹੁਤ ਸਾਰੀਆਂ ਗੱਲਾਂ ਅਸੀਂ ਖੁਦ ਆਪਣੇ ਆਪ ਨਾਲ ਕਰਨੀਆਂ ਨੇ, ਆਪਣੇ ਮਨ ਨਾਲ ਕਰਨੀਆਂ ਨੇ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਤੇ ਮਨ ਕਿੱਥੇ ਹੈ? ਮਨ ਤੇ ਸੁਣਦਾ ਹੀ ਨਹੀਂ ਪਿਆ। ਕਿਹਦੇ ਨਾਲ ਗੱਲ ਕੀਤੀ ਫਿਰ? ਕਿੱਥੇ ਚਲੇਗੀ ਗੱਲ? ਬਾਬਾ ਮਾਇਆ ਸਾਥ ਨਾ ਹੋਏ। ਬਾਬਾ ਕੌਣ ਹੈ? ਤੁਸੀਂ ਤਾਂ ਇਕੱਲੇ ਬੈਠੇ ਸ਼ਬਦ ਪੜ੍ਹ ਰਹੇ ਹੋ। ਇਹ ਆਪਣੇ ਆਪ ਨੂੰ ਹੀ ਕਹਿਣਾ ਹੈ। ਭਾਈ ਰੇ ਰਾਮ ਕਹੋ ਚਿੱਤ ਲਾਏ। ਇਹ ਭਾਈ ਰੇ ਕੌਣ ਹੈ? ਅਸੀਂ ਆਪਣੇ ਆਪ ਨੂੰ ਕਹਿਣਾ ਹੈ। ਸੋ ਆਪਣੀ ਹਾਜ਼ਰੀ ਵੀ ਚਾਹੀਦੀ ਹੈ। ਪਰ ਪਾਠ ਕਰਨ ਲੱਗਿਆ ਨਾ ਅਸੀਂ ਰੱਬ ਦੀ ਹਾਜ਼ਰੀ ਮਹਿਸੂਸ ਕਰ ਪਾਉਂਦੇ ਹਾਂ, ਨਾ ਗੁਰੂ ਦੀ ਹਾਜ਼ਰੀ, ਤੇ ਨਾ ਹੀ ਆਪਣੀ ਹਾਜ਼ਰੀ। ਜਿਸ ਕਰਕੇ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਆਰੰਭ ਹੁੰਦਾ ਪਾਠ ਤੇ ਕਦੋਂ ਭੋਗ ਪੈ ਜਾਂਦਾ। ਹੁਣ ਇੱਥੇ ਵੇਖੋ, ਰੱਬ ਹੋਵੇ ਸਾਡੇ ਸਾਹਮਣੇ ਤੇ ਉਹਨੂੰ ਅਸੀਂ ਕਹੀਏ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਹੇ ਮੇਰੇ ਵੱਡੇ ਮਾਲਕ ਤੂੰ ਤੇ ਬਹੁਤ ਡੂੰਘਾ ਹੈ, ਤੂੰ ਬੜੇ ਜਿਗਰੇ ਵਾਲਾ ਹੈ, ਤੂੰ ਬੇਅੰਤ ਗੁਣਾ ਵਾਲਾ ਹੈ। ਕੋਈ ਵੀ ਜੀਵ ਨਹੀਂ ਜਾਣਦਾ ਕਿ ਤੇਰਾ ਕਿਤਨਾ ਕੁ ਵੱਡਾ ਵਿਸਥਾਰ ਹੈ। ਕੋਈ ਨਾ ਜਾਣੇ, ਕੋਈ ਵੀ ਨਹੀਂ ਜਾਣਦਾ ਤੇਰਾ ਕੀਤਾ ਕੇਵੜ ਚੀਰਾ। ਚੀਰਾ ਮੈਨੇ ਵਿਸਥਾਰ, ਕਿੱਡਾ ਕੁ ਵੱਡਾ ਵਿਸਥਾਰ ਹੈ, ਕੋਈ ਨਹੀਂ ਜਾਣਦਾ। ਰਹਾਓ, ਰੁਕ ਜਾਓ। ਰਹਾਓ ਦਾ ਮਤਲਬ ਕੀ ਹੈ? ਰੁਕ ਜਾਓ। ਪਰ ਕਿੰਨੇ ਕੁ ਬੰਦੇ ਰੁਕਦੇ ਨੇ? ਮੈਂ ਤੇ ਕਈ ਵਾਰ ਦੇਖਿਆ ਰਹਾਓ ਵੇਲੇ ਸਪੀਡ ਤੇ ਜ਼ਿਆਦਾ ਤੇਜ਼ ਹੋ ਜਾਂਦੀ ਹੈ। ਜਿਵੇਂ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ, ਰਹਾਓ ਫਟਾਫਟ ਬੋਲ ਕੇ, ਕਿਉਂਕਿ ਉਹ ਲੈ ਸਾਹਮਣੇ ਰੱਖੀ ਹੁੰਦੀ ਹੈ। ਇਹਦਾ ਮਤਲਬ ਹੈ, ਇਹਨੂੰ ਪੜ੍ਹਿਆ ਹੈ, ਕੇਂਦਰੀ ਭਾਵ ਹੈ, ਸੈਂਟਰਲ ਆਈਡੀਆ। ਇਹਨੂੰ ਸਮਝੋ, ਸਮਝਣ ਤੋਂ ਬਿਨਾਂ ਨਾ ਅੱਗੇ ਚਲੇ ਜਾਇਓ। ਇਹ ਤੇ ਬਹੁਤ ਜ਼ਰੂਰੀ ਹੈ। ਇੱਥੇ ਰੱਬ ਦੀ ਬੇਅੰਤਤਾ ਦੱਸੀ ਜਾ ਰਹੀ ਹੈ। ਐਸ ਮਾਲਕ ਦੇ ਗੁਣ ਗਾਇਨ ਕਰਨੇ ਨੇ ਜੋ ਵੱਡਾ ਹੈ, ਗਹਿਰ ਗੰਭੀਰ ਹੈ, ਜਿਹਦਾ ਵਿਸਥਾਰ ਕੋਈ ਨਹੀਂ ਜਾਣ ਸਕਦਾ। ਹੁਣ ਉਦਾਹਰਨ ਲਈਏ, ਰੱਬ ਦਾ ਵਿਸਥਾਰ ਜਾਣਨਾ ਹੈ। ਕੀ ਜਾਣਾਂਗੇ? ਰੱਬ ਨੇ ਇਹ ਜੋ ਕੁਝ ਬਣਾਇਆ, ਜੋ ਅਸੀਂ ਦੇਖ ਰਹੇ ਹਾਂ। ਪਹਿਲੀ ਗੱਲ ਤੇ ਰੱਬ ਨੇ ਜੋ ਕੁਝ ਬਣਾਇਆ ਅਸੀਂ ਸਾਰਾ ਵੇਖ ਹੀ ਨਹੀਂ ਸਕਦੇ। ਤੁਹਾਡੇ ਸਾਡੇ ਵਿੱਚੋਂ ਸੂਰਜ ਕਿਹਨੇ ਦੇਖਿਆ ਦੱਸੋ? ਚੰਦਰਮਾ ਕਿਹਨੇ ਦੇਖਿਆ? ਐਡੇ ਤਾਰੇ ਕਿਹਨੇ ਵੇਖੇ ਨੇ? ਤਾਰੇ ਤੇ ਬੇਅੰਤ ਨੇ ਨਾ। ਸਾਇੰਸ ਕਹਿੰਦੀ ਹੈ ਕਿ ਮਿਲਕੀ ਵੇ ਹੈ, ਆਕਾਸ਼ ਗੰਗਾ ਹੈ, ਉਹਦੇ ਵਿੱਚ ਪਤਾ ਨਹੀਂ ਕਿੰਨੇ ਕੁ ਸੂਰਜ ਨੇ, ਕਿੰਨੇ ਕੁ ਤਾਰੇ ਨੇ। ਮਨੁੱਖ ਨੂੰ ਪਤਾ ਨਹੀਂ ਲੱਗ ਸਕਿਆ। ਹੁਣ ਕਹਿੰਦੀ ਪਤਾ ਨਹੀਂ ਮਿਲਕੀ ਵੇ ਵੀ ਕਿੰਨੀਆਂ ਕੁ ਨੇ, ਆਕਾਸ਼ ਗੰਗਾਵਾਂ ਵੀ ਕਿੰਨੀਆਂ ਨੇ। ਰੱਬ ਦਾ ਵਿਸਥਾਰ ਹੈ ਨਾ, ਰੱਬ ਦੇ ਕਰਨੇ ਨੇ, ਰੱਬ ਨੇ ਸਭ ਕੁਝ ਕੀਤਾ ਹੈ। ਰੱਬ ਦੀ ਬਣਾਈ ਹੋਈ ਕੁਦਰਤ ਦਾ ਹੀ ਅਸੀਂ ਅੰਤ ਨਹੀਂ ਪਾ ਸਕਦੇ, ਰੱਬ ਦਾ ਅੰਤ ਕੀ ਪਾਵਾਂਗੇ? ਚਲੋ ਜੋ ਸਾਨੂੰ ਦਿਖਦਾ ਹੈ ਉਹਦੇ ਤੋਂ ਹੀ ਥੋੜ੍ਹਾ ਮਹਿਸੂਸ ਕਰਨ ਦਾ ਯਤਨ ਕਰੀਏ, ਕਿਉਂਕਿ ਪਹਿਲੀ ਗੱਲ ਕੀਤੀ, ਰੱਬ ਨੂੰ ਅਸੀਂ ਮਹਿਸੂਸ ਨਹੀਂ ਕਰ ਪਾ ਰਹੇ। ਕਦੇ ਖੜ ਜਾਈਏ, ਇੱਕ ਰੇਤੇ ਦਾ ਛੋਟਾ ਜਿਹਾ ਕਿਣਕਾ ਸਾਡੇ ਹੱਥ ਵਿੱਚ ਆਵੇ ਤੇ ਨਾਲ ਖਿਆਲ ਆ ਜਾਵੇ ਏਡਾ ਵੱਡਾ ਹਿਮਾਲਿਆ ਪਰਬਤ ਜਾਂ ਹੋਰ ਸੁਮੇਰ ਪਰਬਤ, ਤੇ ਮਨ ਸੋਚੇ, ਰੱਬਾ ਤੂੰ ਕੈਸਾ ਕਾਰੀਗਰ ਹੈ। ਛੋਟਾ ਜਿਹਾ ਰੇਤ ਦਾ ਕਿਣਕਾ, ਏਡਾ ਵੱਡਾ ਪਹਾੜ, ਇਹ ਦੋਨੋਂ ਤੂੰ ਹੀ ਬਣਾਏ ਹੈ। ਕਮਾਲ ਦਾ ਕਾਰੀਗਰ ਹੈ ਤੂੰ ਤੇ। ਫਿਰ ਸੁਣੇ ਕਾਂ ਦੀ ਬੋਲੀ, ਉਧਰੋਂ ਕੋਇਲ ਬੋਲ ਪਏ। ਰੱਬਾ ਕਮਾਲ ਹੈ, ਤੂੰ ਇੰਨਾ ਫਰਕ ਪਾ ਦਿੱਤਾ ਦੋਹਾਂ ਦੀ ਬੋਲੀ ਦੇ ਵਿੱਚ, ਕਿੱਡਾ ਵੱਡਾ ਤੂੰ ਕਾਰੀਗਰ ਹੈ। ਬੰਦਾ ਮਹਿਸੂਸ ਤੇ ਕਰੇ, ਰੱਬਾ ਤੂੰ ਇੰਨਾ ਵਧੀਆ ਪੇਂਟਰ। ਮੋਰ ਦੇ ਖੰਭਾਂ ਵਿੱਚ ਕਿੰਨੇ ਸੋਹਣੇ ਰੰਗ ਭਰੇ, ਤਿਤਲੀ ਦੇ ਫੰਗਾਂ ਵਿੱਚ ਤੂੰ ਕਿੰਨੇ ਸੋਹਣੇ ਰੰਗ ਭਰੇ। ਕੀ ਇਸ ਵਿਸਥਾਰ ਨੂੰ ਅਸੀਂ ਜਾਣ ਸਕਦੇ ਹਾਂ? ਨਹੀਂ ਜਾਣ ਸਕਦੇ। ਆਪਣਾ ਸਰੀਰ ਦੇਖ ਲਈਏ, ਰੱਬ ਕਿੱਡਾ ਵੱਡਾ ਦਾਤਾ ਹੈ ਤੇ ਕੀ ਕੁਝ ਕਰਨ ਵਾਲਾ ਹੈ। ਅਸੀਂ ਤੇ ਆਪਣਾ ਸਰੀਰ ਦਾ ਜੋ ਵਿਸਥਾਰ ਹੈ ਉਹ ਵੀ ਨਹੀਂ ਸਮਝ ਪਾ ਰਹੇ। ਇੱਕ ਮਕਾਨ ਬਣਾਉਣਾ ਹੋਵੇ ਨਾ, ਤੇ ਸੋਚੋ ਉਹਦੇ ਵਿੱਚ ਕਿੰਨੇ ਬੰਦੇ ਕੰਮ ਆਉਂਦੇ ਹੈ।
ਇੱਕ ਮਕਾਨ ਬਣਾਉਣਾ ਹੋਵੇ, ਕਿੰਨੇ ਕਾਰੀਗਰ ਉਹ 'ਚ ਵਰਤੋਂ ਵਿੱਚ ਆਉਂਦੇ ਨੇ। ਲੋਹੇ ਵਾਲਾ ਅਲੱਗ, ਲੱਕੜੀ ਵਾਲਾ ਅਲੱਗ, ਸ਼ੀਸ਼ੇ ਵਾਲਾ ਅਲੱਗ, ਮਿਸਤਰੀ ਅਲੱਗ, ਮਜ਼ਦੂਰ ਅਲੱਗ, ਰੇਤੇ ਵਾਲਾ ਅਲੱਗ, ਪਤਾ ਨਹੀਂ ਕਿੰਨੇ ਹੀ, ਜਿਹਨੇ ਫਿਟਿੰਗ ਕਰਨੀ ਪਾਈਪਾਂ ਦੀ ਉਹ ਅਲੱਗ। ਰੱਬ ਨੇ ਆਹ ਘਰ ਬਣਾਇਆ, ਇਕੱਲੇ ਨਹੀਂ ਬਣਾਇਆ। ਇਹ 'ਚ ਕਿਸ ਚੀਜ਼ ਦੀ ਘਾਟ ਹੈ ਦੱਸੋ? ਦੰਦ ਉਹਨੇ ਬਣਾਏ, ਅੱਖਾਂ ਉਹਨੇ ਬਣਾਈਆਂ, ਨੱਕ ਉਹਨੇ ਬਣਾਇਆ, ਦਿਲ ਉਹਨੇ ਬਣਾਇਆ। ਪੰਪ ਹੀ ਹੈ ਨਾ, ਹੋਰ ਕੀ ਹੈ ਦਿਲ? ਸਾਡੇ ਬਣਾਏ ਹੋਏ ਪੰਪ ਲਗਾਤਾਰ ਚੱਲਦੇ ਰਹਿਣ, ਕਹਿੰਦੇ ਫੁੱਕ ਗਏ, ਸੜ ਗਏ। ਇੱਧਰ 60-60, 70-70 ਸਾਲ ਕੋਈ ਚੱਲੀ ਜਾਂਦੇ ਨੇ ਪੰਪ ਲਗਾਤਾਰ। ਕਿੱਡਾ ਵੱਡਾ ਕਾਰੀਗਰ ਹੈ। ਰੱਬ ਨੇ ਆਹ ਖਿੜਕੀਆਂ ਬਣਾਈਆਂ ਅੱਖਾਂ ਰੂਪੀ, ਇਹਨਾਂ ਤੇ ਪਰਦੇ ਵੀ ਲਾਏ ਆਟੋਮੈਟਿਕ, ਜਦੋਂ ਮਰਜ਼ੀ ਪਲਕਾਂ ਥੱਲੇ ਕਰ ਲਓ, ਜਦੋਂ ਮਰਜ਼ੀ ਉੱਪਰ ਕਰ ਲਓ। ਅਸੀਂ ਕਦੇ ਮਹਿਸੂਸ ਕੀਤਾ ਵੀ ਸਾਡੇ ਸਰੀਰ ਵਿੱਚ ਕਿੰਨਾ ਕਮਾਲ ਦੀ ਮਾਲਕ ਨੇ ਕੀਤੀ? ਨੋਹਾਂ ਦਾ ਰੰਗ ਕੀ, ਹਥੇਲੀ ਦਾ ਰੰਗ ਕੀ, ਉਹਦੇ ਪੁੱਠੇ ਪਾਸਾ ਜਿਹੜਾ ਉਹਦਾ ਰੰਗ ਕੈਸਾ ਹੈ, ਅੱਖਾਂ ਵਿੱਚ ਕਾਲਾ ਰੰਗ ਹੈ, ਚਿੱਟਾ ਰੰਗ ਹੈ, ਵਾਲਾਂ ਦਾ ਰੰਗ, ਕਿੰਨੇ ਪ੍ਰਕਾਰ ਦੇ ਰੰਗ ਸਾਡੇ ਆਪਣੇ ਸਰੀਰ ਵਿੱਚ। ਪਰ ਬਣਾਉਣ ਵਾਲਾ ਇੱਕ, ਕਿੰਨੇ ਗੁਣਾਂ ਦਾ ਮਾਲਕ ਹੋਵੇਗਾ। ਕਿਸੇ ਡਾਕਟਰ ਕੋਲ ਚਲੇ ਜਾਓ, ਬਾਹਰ ਲਿਖਿਆ ਹੁੰਦਾ ਖੱਬੇ ਕੰਨ ਦਾ ਸਪੈਸ਼ਲਿਸਟ, ਸੱਜੇ ਕੰਨ ਦਾ ਸਪੈਸ਼ਲਿਸਟ। ਉਹਨੂੰ ਪੁੱਛੋ ਤੂੰ ਕਿੰਨਾ ਪੜ੍ਹਿਆ? ਮੈਂ ਤੇ ਬੜੀ ਪੜ੍ਹਾਈ ਕੀਤੀ, ਡਾਕਟਰ ਹਾਂ ਮੈਂ। ਕਿੰਨੇ ਸਾਲ ਪੜ੍ਹਿਆ ਹੋਏਗਾ ਇੱਕ ਡਾਕਟਰ? ਇੰਨੇ ਸਾਲ ਪੜ੍ਹ ਕੇ ਤੂੰ ਬਸ ਇੱਕੋ ਕੰਨ ਦਾ ਸਪੈਸ਼ਲਿਸਟ ਬਣਿਆ? ਦੋ ਕੰਨ ਸੀ, ਘੱਟੋ ਘੱਟ ਦੋਹਾਂ ਦਾ ਹੀ ਬਣ ਜਾਂਦਾ। ਤੇ ਫਿਰ ਉਹਨੂੰ ਪੁੱਛ ਕੇ ਦੇਖੋ ਵੀ ਤੈਨੂੰ ਸਾਰੀ ਜਾਣਕਾਰੀ ਹੋ ਗਈ? ਜੇ ਇਮਾਨਦਾਰ ਹੋਏਗਾ ਨਾ, ਉਹ ਕਹੇਗਾ ਨਹੀਂ ਸਾਰੀ ਨਹੀਂ ਹੋਈ। ਇੰਨੇ ਸਾਲ ਪੜ੍ਹਾਈ ਕਰਕੇ ਇੱਕ ਕੰਨ ਦਾ ਵੀ ਅੰਤ ਨਹੀਂ ਪਾ ਸਕਿਆ, ਤੇ ਜਿਹਨੇ ਇੰਨੇ ਕੰਨ ਬਣਾਏ ਉਹਦਾ ਅੰਤ ਕੌਣ ਪਾਏਗਾ? ਨਹੀਂ ਪਾ ਸਕਦੇ। ਹਜ਼ੂਰ ਕਹਿ ਰਹੇ ਨੇ ਰੱਬ ਦਾ ਵਿਸਥਾਰ ਜਿਹੜਾ ਹੈ ਨਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। ਕਦੇ ਰੱਬ ਨੂੰ ਮਹਿਸੂਸ ਕਰਕੇ ਗੱਲ ਕਹੀਏ ਕਿ ਰੱਬਾ ਤੇਰਾ ਵਿਸਥਾਰ ਕੋਈ ਨਹੀਂ ਜਾਣ ਸਕਦਾ, ਮੈਂ ਦਾਅਵੇ ਨਾਲ ਕਹਿਣਾ, ਕਿਉਂਕਿ ਮੈਨੂੰ ਤੇਰੀ ਕੋਈ ਸਮਝ ਨਹੀਂ ਆਉਂਦੀ, ਤੂੰ ਐਸਾ ਮਹਾਨ ਹੈ, ਇੰਨਾ ਕਮਾਲ ਦਾ ਹੈ। ਅੱਗੇ ਮਾਲਕ ਕਿਰਪਾ ਕਰਦੇ ਨੇ, ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸੁਰਤੀ, ਕਹਿੰਦੇ ਲੱਭਣ ਵਾਸਤੇ ਕਿ ਰੱਬ ਕਿੰਨਾ ਕੁ ਵੱਡਾ ਹੈ। ਸਮਾਧੀਆਂ ਲਾਉਣ ਵਾਲੇ, ਸੁਰਤ ਜੋੜਨ ਵਾਲਿਆਂ ਨੇ, ਸਭ ਸੁਰਤੀ ਸੁਰਤ ਜੋੜਨ ਵਾਲਿਆਂ ਨੇ, ਸਮਾਧੀਆਂ ਲਾਉਣ ਵਾਲਿਆਂ ਨੇ। ਹੁਣ ਵੇਖੋ ਅਸੀਂ ਵੀ ਬੜੀਆਂ ਸਮਾਧੀਆਂ ਲਾਉਂਦੇ ਹਾਂ, ਪਰ ਕੀ ਇਹਦਾ ਰੱਬ ਦਾ ਪਤਾ ਲੱਗ ਜਾਏਗਾ? ਆ ਦੇਖੋ ਬਾਣੀ ਕੀ ਕਹਿੰਦੀ ਹੈ। ਸਮਾਧੀਆਂ ਲਾਉਣ ਵਾਲੇ ਕਈ ਵੱਡੇ ਵੱਡੇ ਪ੍ਰਸਿੱਧ ਜੋਗੀਆਂ ਨੇ ਧਿਆਨ ਜੋੜਨ ਦੇ ਯਤਨ ਕੀਤੇ, ਸੁਰਤ ਕਮਾਈ, ਆਪਣੇ ਧਿਆਨ ਦੀ ਕਮਾਈ ਕੀਤੀ, ਸਮਾਧੀ ਲਾਉਣ ਦੀ ਕਮਾਈ ਕੀਤੀ, ਧਿਆਨ ਜੋੜਨ ਦੀ ਕਮਾਈ ਕੀਤੀ, ਯਤਨ ਕੀਤਾ, ਮੁੜ ਮੁੜ ਯਤਨ ਕੀਤਾ। ਵੱਡੇ ਵੱਡੇ ਸ਼ਾਸਤਰ ਵੇਦ ਵਿਚਾਰਵਾਨਾਂ ਨੇ ਫਿਰ ਕਹਿੰਦੇ ਚਲੋ ਕੱਲੇ ਕੱਲੇ ਕੰਮ ਨਹੀਂ ਹੁੰਦਾ, ਆਪਸ 'ਚ ਮਿਲ ਹੀ ਜਾਈਏ। ਸਭ ਕੀਮਤ ਮਿਲ ਕੀਮਤ ਪਾਈ, ਸਾਰੇ ਹੀ ਮਿਲ ਗਏ ਵੀ ਮੇਰੇ ਕੋਲ ਜੋ ਤਾਕਤ ਹੈ ਉਹ ਵੀ, ਜੋ ਤੇਰੇ ਕੋਲ ਤਾਕਤ ਹੈ ਉਹ ਵੀ, ਆਪਾਂ ਆਪਣੀ ਕੀਮਤ ਇਕੱਠੀ ਕਰ ਲੈਂਦੇ ਹਾਂ, ਫਿਰ ਰੱਬ ਬਾਰੇ ਦੱਸਦੇ ਹਾਂ। ਕੁਛ ਵੀ ਗੱਲ ਨਹੀਂ ਬਣੀ। ਵੱਡੇ ਵੱਡੇ ਗਿਆਨੀ, ਵੱਡੇ ਵੱਡੇ ਧਿਆਨੀ, ਗੁਰੂਆਂ ਦੇ ਗੁਰ ਵੱਡੇ ਵੱਡੇ, ਤੇ ਅਖੀਰ ਵਿੱਚ ਨਤੀਜਾ ਕੀ ਨਿਕਲਿਆ? ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਹੁਣ ਤੇਰੀ ਕਿਹਨੂੰ ਕਿਹਾ ਜਾ? ਕਹੀਏ ਤੇ ਸੀ ਰੱਬ ਨੂੰ ਸਾਹਮਣੇ, ਮੇਰਿਆ ਮਾਲਕਾ ਤੂੰ ਇੰਨਾ ਬੇਅੰਤ, ਵੱਡੇ ਵੱਡੇ ਆਪਣੇ ਆਪ ਨੂੰ ਕਹਾਉਣ ਵਾਲੇ ਜੋਗੀ ਹੱਥ ਖੜੇ ਕਰ ਗਏ, ਕੁਛ ਵੀ ਨਹੀਂ ਕਹਿ ਸਕੇ। ਹਜ਼ੂਰ ਗੁਰਬਾਣੀ ਵਿੱਚ ਕਹਿੰਦੇ ਨੇ, ਕੀ ਕਮਾਈ ਹੈ? ਕਿਸੇ ਕੋਲ ਪੁੱਛੇ, ਕਹਿੰਦੇ ਜੀ ਮੈਂ ਬਹੁਤ ਵੇਦ ਪੜ੍ਹੇ ਨੇ। ਅਗਲੇ ਨੂੰ ਪੁੱਛੋ ਕੀ ਕਮਾਈ ਹੈ? ਮੈਂ ਤੇ ਬੜੇ ਤੀਰਥਾਂ ਤੇ ਗਿਆ ਵਾਂ। ਵੀ ਤੁਹਾਡੇ ਕੋਲ ਕੀ ਕਮਾਈ ਹੈ? ਮੈਂ ਤੇ ਧਰਤੀ ਦਾ ਬਹੁਤ ਭ੍ਰਮਣ ਕੀਤਾ ਹੈ। ਵੀ ਤੇਰੇ ਕੋਲ ਕੀ ਕਮਾਈ ਹੈ? ਮੈਂ ਤੇ ਆਪਣੀ ਜ਼ਿੰਦਗੀ ਵਿੱਚ ਬਹੁਤ ਦਾਨ ਦਿੱਤਾ ਹੈ। ਤੇ ਹਜ਼ੂਰ ਨੇ ਫਿਰ ਸੱਚ ਦੱਸਿਆ, ਨਾ ਤੂੰ ਆਵੇਂ ਵਸ ਬਹੁਤ ਘਿਣਾਵਣੇ, ਨਾ ਤੂੰ ਆਵੇਂ ਵਸ ਵੇਦ ਪੜ੍ਹਾਵਣੇ, ਨਾ ਤੂੰ ਆਵੇਂ ਵਸ ਤੀਰਥ ਨਹਾਈਐ, ਨਾ ਤੂੰ ਆਵੇਂ ਵਸ ਧਰਤੀ ਧਾਈਐ, ਨਾ ਤੂੰ ਆਵੇਂ ਵਸ ਕਿਤੇ ਸਿਆਣਪ ਹੈ। ਬਹੁਤ ਬੰਦੇ ਸਿਆਣੇ ਸਿਆਣੇ, ਪਰ ਰੱਬ ਵਸ ਵਿੱਚ ਨਹੀਂ ਜੇ ਆਉਂਦਾ। ਨਾ ਤੂੰ ਆਵੇਂ ਵਸ ਬਹੁਤਾ ਦਾਨ ਦੇ, ਸਭ ਕੋ ਤੇਰਾ ਵਸ ਅਗੰਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ।
ਜਿਹੜੀਆਂ ਕਮਾਈਆਂ ਸੀ ਉਹ ਤੇ ਸਭ ਫੇਲ ਹੋ ਗਈਆਂ। ਨਾ ਤੀਰਥਾਂ ਤੇ ਜਾਣ ਨਾਲ ਰੱਬ ਮਿਲਿਆ, ਨਾ ਸਮਾਧੀਆਂ ਲਾਉਣ ਨਾਲ ਰੱਬ ਮਿਲਿਆ। ਹਜ਼ੂਰ ਕਹਿੰਦੇ ਸਾਰਿਆਂ ਨੇ ਕੋਸ਼ਿਸ਼ ਕੀਤੀ, ਪਰ ਤਿਲ ਮਾਤਰ ਵਡਿਆਈ ਵੀ ਬਿਆਨ ਨਹੀਂ ਕਰ ਸਕੇ। ਸਭ ਸੱਤ, ਸਭ ਤਪ, ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਜਿੰਨੇ ਵੀ ਇਹ ਸ਼ੁਭ ਗੁਣ ਨੇ ਕਿਸੇ ਦੇ ਵਿੱਚ, ਜਿੰਨੇ ਵੀ ਸ਼ੁਭ ਗੁਣ ਨੇ, ਕਿਉਂਕਿ ਕਿਸੇ ਕੋਲ ਜੋ ਕੁਝ ਵੀ ਹੈ, ਜੇ ਉਹ ਕਵੇ ਮੈਂ ਬੜਾ ਕਮਾਇਆ ਹੈ ਜੀ, ਇਹ ਮੇਰੀ ਮਿਹਨਤ ਹੈ, ਕੋਰੀ ਗੱਪ ਹੈ, ਕੋਈ ਉਹਦੀ ਮਿਹਨਤ ਨਹੀਂ ਹੈ, ਇਹ ਰੱਬ ਦੀ ਬਖਸ਼ਿਸ਼ ਹੈ। ਇਹ ਆਪਣੇ ਅੰਦਰ ਇੱਕ ਪਾਵਨ ਪੰਕਤੀ ਨਾ ਧਾਰਨ ਕਰ ਲਈ ਅੱਜ ਤੋਂ। ਅਸੀਂ ਕੁਛ ਵੀ ਪ੍ਰਾਪਤੀ ਕੀਤੀ ਨਾ ਤੇ ਅਸੀਂ ਇਹ ਗੱਲ ਕਹਿ ਦਈਏ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਮ ਨਾ ਜਾਣੈ ਮੇਰਾ। ਇਹ ਸਿੱਖਿਆ ਮਿਲ ਰਹੀ ਇਹਦੇ ਵਿੱਚੋਂ। ਕਿਸੇ ਨੂੰ ਕੁਛ ਵੀ ਪ੍ਰਾਪਤੀ ਹੋ ਜਾਏ, ਇਹ ਸਭ ਦਾ ਦਾਤਾ ਅਕਾਲ ਪੁਰਖ ਵਾਹਿਗੁਰੂ ਹੈ। ਹਜ਼ੂਰ ਕਹਿੰਦੇ ਸਾਰੇ ਭਲੇ ਕੰਮ, ਸਾਰੇ ਤਪ, ਸਾਰੇ ਚੰਗੇ ਗੁਣ, ਤੇ ਅੱਗੇ ਜਿਹੜੀ ਗੱਲ ਆਈ ਹੈ ਨਾ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਜੋ ਸਿੱਧਾਂ ਪੁਰਖਾਂ ਦੀਆਂ ਵਡਿਆਈਆਂ ਨੇ, ਵਡਿਆਈਆਂ ਮੈਨੇ ਜੋ ਉਹਨਾਂ ਕੋਲ ਤਾਕਤਾਂ ਨੇ, ਜੋ ਰਿੱਧੀਆਂ ਸਿੱਧੀਆਂ ਆਦਿਕ ਦੀ ਗੱਲ ਉਹ ਕਰਦੇ ਨੇ। ਕਹਿੰਦੇ ਸਿੱਧਾਂ ਨੂੰ ਜਿੰਨੀਆਂ ਵੀ ਰਿੱਧੀਆਂ ਸਿੱਧੀਆਂ ਆਦਿਕ ਵੱਡੇ ਵੱਡੇ ਕੰਮ, ਇਹ ਕਾਮਯਾਬੀ ਕਿਸੇ ਨੂੰ ਵੀ ਤੇਰੀ ਸਹਾਇਤਾ ਤੋਂ ਬਿਨਾਂ ਹਾਸਲ ਨਹੀਂ ਹੋਈ। ਜਿਹਨੇ ਵੀ ਹਾਸਲ ਕੀਤੀ ਹੈ ਤੇਰੀ ਸਹਾਇਤਾ ਨਾਲ ਕੀਤੀ ਹੈ। ਤੁਧ ਵਿਣ ਸਿੱਧੀ ਦਾ ਅਰਥ ਹੈ ਸਫਲਤਾ। ਤੇਰੇ ਤੋਂ ਬਿਨਾਂ ਕਿਸੇ ਨੇ ਵੀ ਸਫਲਤਾ ਹਾਸਲ ਨਹੀਂ ਕੀਤੀ। ਕਰਮ ਮਿਲਿਆ ਇਹ ਤੇਰੀ ਬਖਸ਼ਿਸ਼ ਦੇ ਨਾਲ ਮਿਲਦਾ ਹੈ। ਜੇ ਅਸੀਂ ਅੰਮ੍ਰਿਤ ਵੇਲੇ ਦੀ ਸੰਭਾਲ ਕਰਨ ਵਾਲੇ ਬਣ ਗਏ ਨਾ, ਇਹ ਨਾ ਕਿਉਂਕਿ ਮੈਂ ਇੰਨੇ ਵਜੇ ਉੱਠਦਾ, ਕਈਆਂ ਨੂੰ ਇਹੀ ਮਾਣ ਲੈ ਕੇ ਡੁੱਬ ਜਾਂਦਾ ਹੈ। ਕਈਆਂ ਨੂੰ ਮਾਣ ਹੋ ਗਿਆ। ਦੇਖੋ ਸਾਡੇ ਵਰਗਾ ਸਿੱਖ ਹੀ ਕੋਈ ਨਹੀਂ, ਅਸੀਂ ਸ੍ਰੇਸ਼ਟ ਸਿੱਖ ਹਾਂ। ਇੰਨੇ ਸਿੱਖ ਹਾਂ ਕਿ ਜੇ ਉਹਦੇ ਹੱਥ ਦਾ ਬਣਿਆ ਹੋਇਆ ਪ੍ਰਸ਼ਾਦ ਵੀ ਹੋਵੇ ਅਸੀਂ ਉਹ ਵੀ ਨਹੀਂ ਖਾਣਾ। ਇਹਨੂੰ ਕੀ ਕਹਾਂਗੇ? ਅਸੀਂ ਹੁਣ ਇੰਨੇ ਸ੍ਰੇਸ਼ਟ ਹਾਂ, ਜੇ ਤੁਸੀਂ ਕੀਰਤਨ ਕਰਾਉਂਦੇ ਹੋ ਅਸੀਂ ਤੁਹਾਡਾ ਕੀਰਤਨ ਸੁਣਨ ਵੀ ਨਹੀਂ ਆਉਣਾ। ਜੇ ਤੁਸੀਂ ਕਥਾ ਕਰਦੇ ਹੋ ਅਸੀਂ ਤੁਹਾਡੀ ਕਥਾ ਵੀ ਨਹੀਂ ਸੁਣਨ ਵਾਸਤੇ ਆਉਣਾ। ਕਮਾਲ ਹੋ ਗਈ। ਇਹ ਕੀ ਆ ਗਿਆ ਵਿੱਚ, ਜਿਸ ਕਰਕੇ ਅਸੀਂ ਕਥਾ, ਪ੍ਰਸ਼ਾਦ ਔਰ ਕੀਰਤਨ ਤੋਂ ਵੀ ਅਸੀਂ ਪਾਸਾ ਵੱਟ ਲਿਆ, ਕੋਈ ਹੋਰ ਕਰ ਰਿਹਾ ਹੈ। ਉਹਦਾ ਕਾਰਨ ਹੈ ਕਿ ਅਸੀਂ ਸਮਝ ਲਿਆ ਕਿ ਜੋ ਕੁਝ ਕੀਤਾ ਅਸੀਂ ਕੀਤਾ। ਹਜ਼ੂਰ ਕਹਿੰਦੇ ਨਹੀਂ, ਕਰਮ ਮਿਲਿਆ, ਰੱਬ ਦੇ ਕਰਮ ਦੇ ਨਾਲ, ਰੱਬ ਦੀ ਬਖਸ਼ਿਸ਼ ਦੇ ਨਾਲ ਮਿਲਦਾ ਹੈ। ਤੇ ਜਿਹਨੂੰ ਮਿਲਦਾ ਹੈ ਦੂਜਾ ਬੰਦਾ ਫਿਰ ਜ਼ੋਰ ਲਾ ਲਵੇ। ਜੇ ਮੈਂ ਕਹਾਂ ਤੈਨੂੰ ਨਹੀਂ ਮੈਂ ਇਹ ਪ੍ਰਾਪਤ ਹੋਣ ਦੇਣਾ, ਮੇਰਾ ਕੋਈ ਜ਼ੋਰ ਚੱਲ ਸਕਦਾ ਹੈ? ਦੇਖੋ, ਨਾ ਲੈਣ ਵਿੱਚ ਜ਼ੋਰ ਹੈ ਨਾ ਦੇਣ ਵਿੱਚ ਜ਼ੋਰ ਹੈ। ਕੈਸੀ ਗੱਲ ਹੈ? ਅਸੀਂ ਤਾਂ ਪੜ੍ਹਦੇ ਵੀ ਜਪਜੀ ਸਾਹਿਬ ਵਿੱਚ, ਜ਼ੋਰ ਨਾ ਮੰਗਣ ਨਾ ਦੇਣ, ਦੇਣ ਵਿੱਚ ਜ਼ੋਰ ਨਹੀਂ, ਦੇਣ ਨਾ ਜ਼ੋਰ। ਰੱਬ ਨੇ ਦੇਣਾ ਹੈ। ਤੇ ਕਹਿੰਦੇ ਜੇ ਰੱਬ ਦਿੰਦਾ ਬਖਸ਼ਿਸ਼ ਦੇ ਨਾਲ, ਨਾ ਹੀ ਠਾਕ ਰਹਾਈਆ, ਉਹਦੇ ਰਸਤੇ ਵਿੱਚ ਕੋਈ ਰੋਕ ਨਹੀਂ ਪਾ ਸਕਦਾ। ਠਾਕ ਦਾ ਅਰਥ ਹੈ ਰੋਕ। ਮੈਂ ਕਹਾਂ ਕਿ ਮੈਂ ਨਹੀਂ ਤੈਨੂੰ ਮਿਲਣ ਦੇਣਾ ਰੱਬ ਦੇ ਨਾਲ, ਨਹੀਂ ਹੋ ਸਕਦਾ। ਰੱਬ ਨੇ ਆਪ ਹੀ ਮਿਲਾ ਲੈਣਾ, ਭਾਵੇਂ ਤੂੰ ਉਹਨੂੰ ਕੱਢ ਵੀ ਦੇ ਘਰੋਂ ਬਾਹਰ। ਕਰਨ ਵਾਲਿਆਂ ਨੇ ਤੇ ਭਗਤ ਨਾਮ ਦੇ ਧੱਕੇ ਮਾਰ ਹੀ ਦਿੱਤੇ ਸੀ ਵੀ ਤੂੰ ਰੱਬ ਨੂੰ ਨਹੀਂ ਮਿਲ ਸਕਦਾ। ਮੰਦਰ 'ਚ ਧੱਕੇ ਮਾਰ ਦਿੱਤੇ ਨਾ, ਬੜਾ ਜ਼ੋਰ ਲਾਇਆ ਵੀ ਕੁਛ ਨਾ ਪ੍ਰਾਪਤ ਹੋਵੇ ਇਹਨੂੰ, ਪਰ ਜੋ ਉਹਨਾਂ ਨੂੰ ਪ੍ਰਾਪਤ ਹੋ ਗਿਆ ਉਹ ਕਿਸੇ ਨੂੰ ਵੀ ਨਹੀਂ ਪ੍ਰਾਪਤ ਹੋਇਆ। ਕਿਉਂਕਿ ਰੱਬ ਬਖਸ਼ਿਸ਼ ਦੇ ਨਾਲ ਦਿੰਦਾ ਹੈ ਔਰ ਉਹਦੇ ਰਸਤੇ ਵਿੱਚ ਕੋਈ ਰੋਕ ਨਹੀਂ ਪਾ ਸਕਦਾ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨਹਾਰਾ। ਹਜ਼ੂਰ ਕਹਿੰਦੇ ਨੇ, ਇਹ ਸੱਚੇ ਪਾਤਸ਼ਾਹ, ਤੇਰੇ ਗੁਣਾਂ ਦੇ ਮਾਨੋ ਖਜ਼ਾਨੇ ਜਿਹੜੇ ਨੇ ਨਾ ਉਹ ਭਰੇ ਪਏ ਨੇ। ਸਿਫਤੀ ਭਰੇ ਤੇਰੇ ਭੰਡਾਰਾ। ਤੇ ਬਿਆਨ ਕਰਨ ਵਾਲਾ, ਦੱਸਣ ਵਾਲਾ, ਉਹਦੀ ਕੀ ਤਾਕਤ ਹੈ, ਉਹਦੀ ਕੀ ਪਾਇਆ ਕਿ ਤੇਰੇ ਗੁਣਾਂ ਨੂੰ ਕੋਈ ਬਿਆਨ ਕਰ ਸਕੇ। ਜਿਸ ਨੂੰ ਤੂੰ ਆਪ ਇਹ ਦਾਤ ਬਖਸ਼ਦਾ ਨਾ ਸਿਫਤ ਸਲਾਹ ਕਰਨ ਦੀ, ਜੋ ਤੇਰੇ ਰਸਤੇ 'ਤੇ ਚੱਲਦਾ ਹੈ, ਤੇਰੀ ਬੰਦਗੀ ਕਰਦਾ ਹੈ, ਉਹਦੇ ਰਾਹ ਵਿੱਚ ਰੁਕਾਵਟ ਪਾਉਣ ਲਈ ਕਿਸੇ ਦਾ ਜ਼ੋਰ ਚੱਲ ਨਹੀਂ ਜੇ ਸਕਦਾ।
ਕਿਸੇ ਦਾ ਜ਼ੋਰ ਨਹੀਂ ਚੱਲ ਸਕਦਾ, ਕਿਉਂਕਿ हे ਨਾਨਕ ਇਸ ਤਰ੍ਹਾਂ ਆਖ ਕਿ हे ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖ ਵਾਹਿਗੁਰੂ, ਉਸ ਭਾਗਾਂ ਵਾਲੇ ਨੂੰ ਸਵਾਰਨ ਵਾਲੇ ਤੁਸੀਂ ਆਪ ਹੀ ਹੋ। ਇਹ ਸਨ ਇਹਦੇ ਅਖਰੀ ਅਰਥ। ਆਓ ਇਹਦੇ ਭਾਵ ਅਰਥ ਤੇ ਇਤਿਹਾਸ ਵਿੱਚ ਐਸੇ ਕੋਈ ਹੋਏ ਹਨ ਕਿ ਨਹੀਂ ਹੋਏ, ਉਹ ਅਸੀਂ ਸਤਿਕਾਰਯੋਗ ਗਿਆਨੀ ਅਮਰੀਕ ਸਿੰਘ ਜੀ ਪਾਸੋਂ ਸਮਝਣ ਦਾ ਯਤਨ ਕਰੀਏ ਜੀ। ਮਨੁੱਖ ਦੇ ਕੋਲ ਦੋ ਗਿਆਨ ਦੇ ਸਰੋਤ ਨੇ, ਜਿਨ੍ਹਾਂ ਰਾਹੀਂ ਇਹ ਗਿਆਨ ਇਕੱਠਾ ਕਰਕੇ ਆਪਣੇ ਅੰਦਰ ਰੱਖਦਾ। ਉਹ ਦੋ ਚੀਜ਼ਾਂ ਨੇ। ਬਾਕੀ ਚੀਜ਼ਾਂ ਗਿਆਨ ਵਰਤਾ ਸਕਦੀਆਂ ਨੇ। ਜ਼ੁਬਾਨ ਹੈ, ਗਿਆਨ ਵਰਤਾ ਸਕਦੀ ਹੈ, ਪਰ ਗਿਆਨ ਅੰਦਰ ਨਹੀਂ ਲਿਜਾ ਸਕਦੀ। ਜ਼ੁਬਾਨ ਦੇ ਬਸ ਦੀ ਬਾਤ ਨਹੀਂ ਹੈ। ਜਿਹੜੇ ਦੋ ਸਰੋਤ ਨੇ, ਉਹਨਾਂ ਵਿੱਚੋਂ ਇੱਕ ਨੇ ਅੱਖਾਂ, ਦੂਜੇ ਨੇ ਕੰਨ। ਅੱਖਾਂ ਤੇ ਕੰਨ ਦੋਵੇਂ ਚੀਜ਼ਾਂ ਗਿਆਨ ਇਕੱਠਾ ਕਰਦੀਆਂ ਨੇ ਸਾਡੇ ਅੰਦਰ। ਪੜ੍ਹਦੇ ਹੈ, ਕਿਤਾਬ ਸਾਹਮਣੇ ਹੈ, ਨਹੀਂ ਵੀ ਜ਼ੁਬਾਨੋਂ ਬੋਲਦੇ, ਤੇ ਅੱਖਾਂ ਰਾਹੀਂ ਪੜ੍ਹ ਕੇ ਵੀ ਅੰਦਰ ਬਹੁਤ ਕੁਝ ਪਾਇਆ ਜਾਂਦਾ ਹੈ। ਰੱਬ ਨਾ ਕਰੇ ਐਸਾ ਨਾ ਹੋਵੇ, ਅਰਦਾਸ ਹੈ। ਪਰ ਕਈਆਂ ਕੋਲ ਅੱਖਾਂ ਨਹੀਂ ਹੁੰਦੀਆਂ ਤੇ ਉਹ ਨਾਲ ਕਿਸੇ ਬੰਦੇ ਨੂੰ ਬਿਠਾ ਕੇ ਸੁਣ ਲੈਂਦੇ ਨੇ। ਸੁਣ ਕੇ ਗਿਆਨ ਆਪਣੇ ਅੰਦਰ ਭਰ ਲੈਂਦੇ ਨੇ। ਸੁਣ ਕੇ ਵੀ ਗਿਆਨ ਅੰਦਰ ਇਕੱਠਾ ਕੀਤਾ ਜਾ ਸਕਦਾ ਹੈ। ਪਰ ਫਿਰ ਵੀ ਜਿਹੜੀ ਗੱਲ ਹਕੀਕਤ ਵਿੱਚ ਮੰਨੀ ਜਾਂਦੀ ਹੈ, ਤੁਸੀਂ ਕਦੇ ਅਦਾਲਤਾਂ ਵਿੱਚ ਆਪਾਂ ਨੂੰ ਵਾਸਤਾ ਪੈਂਦਾ ਹੈ, ਕਦੇ ਕਿਸੇ ਕੋਲੋਂ ਸੁਣਨੇ, ਵਿਚਾਰਾਂ ਕਰਨੇ, ਉੱਥੇ ਕੋਈ ਬੰਦਾ ਗਵਾਹੀ ਦੇਵੇ ਵੀ ਆਹ ਗੱਲ ਮੈਂ ਸੁਣੀ ਹੈ, ਉਹਦੀ ਉਨੀ ਕਦਰ ਕੀਮਤ ਨਹੀਂ ਜਿਤਨੀ ਇਹ ਗੱਲ ਕਹੀ ਜਾਂਦੀ ਹੈ ਵੀ ਤੁਸੀਂ ਚਸ਼ਮਦੀਦ ਗਵਾਹ ਹੋ, ਤੁਸੀਂ ਆਪਣੀ ਅੱਖ ਨਾਲ ਵੇਖਿਆ। ਜੇ ਅੱਖ ਨਾਲ ਵੇਖਿਆ, ਤੁਹਾਡੀ ਕਦਰ ਕੀਮਤ ਸੁਣਨ ਵਾਲੇ ਨਾਲੋਂ ਜ਼ਿਆਦਾ ਹੋ ਜਾਏਗੀ, ਤੁਹਾਡੀ ਕੀਮਤ ਬਹੁਤ ਹੋ ਜਾਏਗੀ। ਇਹ ਬਹੁਤ ਜ਼ਰੂਰੀ ਹੈ। ਮੈਂ ਜੋ ਸੁਣਿਆ, ਕੀ ਮੈਂ ਵੇਖਿਆ? ਜੇ ਮੈਂ ਨਹੀਂ ਵੇਖਿਆ, ਸੁਣਿਆ ਜ਼ਰੂਰ ਹੈ, ਗਿਆਨ ਮੇਰੇ ਕੋਲ ਆ ਗਿਆ, ਪਰ ਇਕੱਲਾ ਗਿਆਨ ਵੀ ਖਤਰਨਾਕ ਹੁੰਦਾ। ਮੈਂ ਬੇਨਤੀ ਕਰਾਂ, ਮੈਨੂੰ ਮਾਫ ਕਰੇ ਜਿਸ ਗੱਲ ਲਈ, ਇਕੱਲਾ ਗਿਆਨ ਵੀ ਖਤਰਨਾਕ ਹੁੰਦਾ ਹੈ, ਕਿਉਂਕਿ ਉਹਨੇ ਜਾਣ ਲਿਆ ਪਰ ਮਾਣਿਆ ਨਹੀਂ ਹੈ। ਜੇ ਕੰਨਾਂ ਨੇ ਜਣਾਇਆ ਹੈ ਤੇ ਅੱਖਾਂ ਨੇ ਮੰਨਣਾ ਹੈ, ਅੱਖਾਂ ਨੇ ਮੰਨਣਾ ਹੈ। ਤੁਸੀਂ ਕਦੇ ਖਿਆਲ ਕਰਿਓ, ਇੱਕ ਬੇਨਤੀ ਕਰਾਂ, ਕੰਨਾਂ ਵਿੱਚ ਆਵਾਜ਼ ਸੁਣੀ, ਫਲਾਣਾ ਸ਼ਹਿਰ ਬੜਾ ਚੰਗਾ ਹੈ, ਦੇਖਣ ਵਾਲਾ ਹੈ। ਹੁਣ ਅਸੀਂ ਇਹ ਗੱਲ ਸੁਣ ਤਾਂ ਲਈ, ਫਿਰ 4 ਦਿਨਾਂ ਨੂੰ ਕਿਸੇ ਕੋਲ ਸੁਣੀ, ਫਿਰ 4 ਦਿਨਾਂ ਨੂੰ ਕਿਸੇ ਕੋਲ ਸੁਣੀ। ਸੁਣਦਿਆਂ ਇੱਕ ਮਨ ਵਿੱਚ ਤਮੰਨਾ ਜਾਗੀ ਭਈ ਮੈਂ ਉਹ ਥਾਂ ਦੇਖ ਕੇ ਆਵਾਂ। ਆਖਰ ਦੁਨੀਆ ਵਿੱਚ ਐਡੀ ਪ੍ਰਭਤਾ ਹੈ, ਸ਼ੋਭਾ ਉਹਦੀ, ਮੈਂ ਦੇਖ ਕੇ ਆਵਾਂ। ਹੁਣ ਜਦੋਂ ਦੇਖਣ ਗਿਆ ਤੇ ਉਦੋਂ ਕਿਸੇ ਨੇ ਆ ਕੇ ਪੁੱਛਿਆ ਵੀ ਜਿਹੜੀ ਜਗ੍ਹਾ ਤੁਸੀਂ ਦੇਖਣ ਗਏ ਸੀ ਉਹ ਕਿਹੋ ਜਿਹੀ ਹੈ? ਹੁਣ ਉਹਦੀ ਜਿਹੜੀ ਅੰਦਰੂਨੀ ਅਵਸਥਾ ਹੈ ਨਾ, ਉਹ ਕਿਸੇ ਬਿਸਮਾਦ ਵਿੱਚ ਡੁੱਬੀ ਹੋਈ ਹੈ, ਉਹ ਗੱਲ ਕਹਿਣ ਦੀ ਨਹੀਂ ਹੈ। ਇਸੇ ਤਰ੍ਹਾਂ ਸਾਹਿਬ ਦੀ ਬਾਣੀ ਵਿੱਚ ਜ਼ਿਕਰ ਹੋਇਆ, ਦੇਖੋ ਅਸੀਂ ਜਿਹੜੀ ਮੰਗ ਕਰਨੇ ਉਹ ਦਰਸ਼ਨਾਂ ਦੀ ਕਰਨੇ ਆ। ਜਦੋਂ ਵੀ ਮੰਗ ਕਰਦੇ ਆ, ਉਹ ਦਰਸ਼ਨਾਂ ਦੀ ਮੰਗ ਕਰਨੇ ਆ। ਧਾਰਮਿਕ ਦੁਨੀਆ ਜਿੰਨੀ ਵੀ ਹੈ, ਉਹ ਦਰਸ਼ਨਾਂ ਦੀ ਮੰਗ ਤੇ ਖਲੋਤੀ ਹੈ। ਬੜੀ ਵਾਰੀ ਐਸੇ ਸ਼ਬਦ ਆਉਂਦੇ ਨੇ, ਦਰਸ਼ਨ ਮੰਗੋ ਦੇ ਪਿਆਰੇ, ਦਰਸ਼ਨ ਪਿਆਸੀ ਦਿਨਸ ਰਾਤ। ਪਰ ਜਪਜੀ ਸਾਹਿਬ ਦੀ ਬਾਣੀ ਜਿਹੜੀ ਪ੍ਰਮੁੱਖ ਬਾਣੀ ਹੈ, ਜਿਹੜੀ ਸਾਡੇ ਜੀਵਨ ਦੀ ਆਰੰਭਤਾ ਕਰਦੀ ਹੈ ਸਵੇਰ ਵੇਲੇ, ਤੇ ਉਹਦੀ ਬਾਣੀ ਵਿੱਚ ਸਤਿਗੁਰੂ ਜੀ ਨੇ ਉਨੀ ਦਰਸ਼ਨਾਂ ਦੀ ਗੱਲ ਨਹੀਂ ਕੀਤੀ ਜਿੰਨੀ ਸੁਣਨ ਦੀ ਗੱਲ ਕੀਤੀ ਹੈ। ਹਜ਼ੂਰ ਕਹਿਣ ਲੱਗੇ ਵੀ ਪੁੱਤਰ, ਜੇ ਤੂੰ ਕਿਸੇ ਚੀਜ਼ ਦੀ ਅਹਿਮੀਅਤ ਬਾਰੇ ਨਾ ਸੁਣਿਆ ਹੋਇਆ ਤੇ ਉਹਨੂੰ ਦੇਖ ਕੇ ਵੀ ਤੂੰ ਮੰਨ ਨਹੀਂ ਸਕਣਾ, ਕਿਉਂਕਿ ਤੈਨੂੰ ਪਤਾ ਹੀ ਨਹੀਂ ਵੀ ਤੇਰੇ ਕੋਲ ਚੀਜ਼ ਕੀ ਹੈ। ਸੁਣਨਾ ਵੀ ਜ਼ਰੂਰੀ ਹੈ, ਪਰ ਜੇ ਇਕੱਲਾ ਸੁਣ ਕੇ ਹੀ ਖਲੋ ਗਿਆ, ਅੱਗੇ ਉਹਨੂੰ ਮਾਣਿਆ ਨਾ, ਫਿਰ ਉਹ ਵੀ ਜ਼ਰੂਰੀ ਹੈ। ਇਕੱਲਾ ਗਿਆਨ ਤੇ ਆ ਗਿਆ, ਪਰ ਅੰਦਰ ਮਾਲਕ ਦੀ ਕਿਰਪਾ ਨਹੀਂ ਵਰਤਣੀ, ਅੰਦਰ ਦੀ ਉਹ ਅਵਸਥਾ ਨਹੀਂ ਬਣਨੀ। ਤੋ ਗੁਰਦੇਵ ਦਾ ਇੱਕ ਬਚਨ ਪੜ੍ਹੀਏ, ਸੁਣ ਸੁਣ ਨਾਮ ਤੁਮਾਰਾ ਪ੍ਰੀਤਮ, ਪ੍ਰਭ ਪੇਖਣ ਕਾ ਚਾਓ। ਪਹਿਲੀ ਭੁੱਖ ਮੇਰੇ ਕੰਨਾਂ ਨੂੰ ਲੱਗੀ, ਪਹਿਲੀ ਭੁੱਖ ਮੇਰੇ ਕੰਨਾਂ ਨੂੰ ਲੱਗੀ, ਤੇਰਾ ਮੈਂ ਨਾਮ ਸੁਣਿਆ। ਸੁਣਦਿਆਂ ਉਸ ਭੁੱਖ ਨੇ ਮੇਰੀਆਂ ਅੱਖਾਂ ਵਿੱਚ ਇੱਕ ਭੁੱਖ ਪੈਦਾ ਕਰ ਦਿੱਤੀ। ਫਿਰ ਜੀ ਕੀਤਾ, ਫਿਰ ਮਨ ਵਿੱਚ ਤਮੰਨਾ ਜਾਗੀ, ਮੈਂ ਆਖਰੀ ਪਲ ਤੱਕ ਵੀ ਜ਼ਿੰਦਗੀ ਦੀ ਇੱਕ ਚਾਹਤ ਰੱਖਾਂਗਾ, ਰੱਬਾ
ਇੱਕ ਬਖਸ਼ਿਸ਼ ਕਰੀ, ਇੱਕ ਰਹਿਮਤ ਕਰੀ। ਸ਼ੇਖ ਫਰੀਦ ਆਖਦੇ ਨੇ ਨਾ, ਕਹਿਣ ਲੱਗੇ ਮੈਂ ਜ਼ਿੰਦਗੀ 'ਚ ਇੱਕੋ ਇੱਕ ਚੀਜ਼ ਸੁੱਚੀ ਰੱਖੀ ਹੋਈ ਹੈ, ਬਾਕੀ ਚੀਜ਼ਾਂ ਵਿਕਾਰਾਂ ਨੇ ਕਈ ਵਾਰੀ ਮੇਰੇ ਕੋਲ ਖੋ ਕੇ ਝੂਠੀਆਂ ਕਰ ਦਿੱਤੀਆਂ, ਪਰ ਮੈਂ ਇੱਕ ਜੀਵਨ ਦੀ ਚੀਜ਼ ਸੁੱਚੀ ਰੱਖੀ ਹੋਈ ਹੈ, ਇਹ ਹੰਕਾਰ ਰੂਪੀ ਕਾਂ, ਇਹ ਵਿਕਾਰਾਂ ਰੂਪੀ ਕਾਂ ਮੈਂ ਤੇਰੇ ਅੱਗੇ ਅਰਜ਼ੋਈ ਕਰਨਾ, ਵੇਖੀ ਕਿਤੇ ਮੇਰੀ ਉਸ ਚੀਜ਼ ਨੂੰ ਸੁੱਚੀ ਨੂੰ ਤੂੰ ਬਰਬਾਦ ਨਾ ਕਰੀ। ਮੈਂ ਆਪਣੇ ਪਿਆਰੇ ਦੀ ਯਾਦ ਵਿੱਚ ਅੱਖਾਂ ਸਾਂਭ ਕੇ ਰੱਖੀਆਂ ਹੋਈਆਂ ਨੇ। ਕਾਗਾ ਕਰਨ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੂਓ, ਇਹ ਦੋਏ ਨੈਣਾ ਮਤ ਛੂਓ, ਫਿਰ ਦੇਖਣ ਕੀ ਆਸ। ਮੈਨੂੰ ਮੇਰੇ ਪਿਆਰੇ ਦੇ ਦਰਸ਼ਨਾਂ ਦੀ ਤਮੰਨਾ ਹੈ, ਮੈਨੂੰ ਮੇਰੇ ਪਿਆਰੇ ਦੇ ਦਰਸ਼ਨਾਂ ਦੀ ਲੋਚ ਹੈ, ਵੇਖੀ ਕਿਤੇ ਮੇਰੀਆਂ ਅੱਖਾਂ ਨੂੰ ਤੂੰ ਦਾਗੀ ਨਾ ਕਰ ਦੇਵੀਂ। ਆਪਾਂ ਨੇੜੇ ਕਰ ਦਈਏ, ਜਿਹੜੀ ਸ਼ਬਦ ਦੀ ਵਿਚਾਰ ਕਰਨੀ ਹੈ ਉਹਦੇ ਲਾਗੇ ਬੰਨੇ ਆ ਜਾਈਏ। ਤੋ ਦਾਸ ਅਰਜ਼ ਕਰ ਰਿਹਾ ਸੀ, ਗੁਰਬਾਣੀ ਵਿੱਚ ਵੀ ਗੁਰੂ ਨੂੰ ਜਦੋਂ ਇੱਕ ਗੱਲ ਤੇ ਭਰੋਸਾ ਨਹੀਂ ਕੀਤਾ ਹਜ਼ੂਰ ਨੇ, ਦੋਵੇਂ ਗੱਲਾਂ ਆਖੀਆਂ ਨੇ। ਕਹਿਣ ਲੱਗੇ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਮੈਨੂੰ ਪਤਾ ਉਦੋਂ ਲੱਗਿਆ, ਮੈਂ ਗੁਰੂ ਬਾਰੇ ਸੁਣਿਆ ਸੀ ਕਿ ਉੱਥੇ ਵਿਛੜਿਆਂ ਨੂੰ ਮਿਲਾਉਂਦਾ, ਪਰ ਮੈਂ ਗੱਲ ਕੇਵਲ ਸੁਣੀ ਸੀ, ਉਸ ਤੋਂ ਅੱਗੇ ਨਹੀਂ ਸੀ ਮੈਨੂੰ ਪਤਾ। ਹੁਣ ਮਾਲਕ ਦੀ ਕਿਰਪਾ ਵਰਤੀ, ਹੁਣ ਮੈਂ ਉਹ ਜਿਹਾ ਗੁਰੂ ਦੇਖ ਲਿਆ ਔਰ ਬਾਕੀ ਵਿਛੜਿਆਂ ਨੂੰ ਮਿਲਾਉਂਦਾ ਹੈ। ਮੈਨੂੰ ਇਸ ਗੱਲ ਦਾ ਯਕੀਨ ਹੋ ਗਿਆ। ਅੰਮ੍ਰਿਤ ਬਾਣੀ ਦਾ ਗੁਰਵਾਕ ਇੱਕ ਵਾਰੀ ਫਿਰ ਵਿਚਾਰਿਓ। ਸਾਹਿਬ ਆਖਦੇ ਨੇ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਤੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ। ਦੋ ਸ਼ਬਦ ਫਿਰ ਇਕੱਠੇ ਕਰ ਦਿੱਤੇ ਹਜ਼ੂਰ ਨੇ। ਕਹਿਣ ਲੱਗੇ ਜਿਨ੍ਹਾਂ ਨੇ ਮੇਰੇ ਗੁਰੂ ਨੂੰ ਸੁਣਿਆ ਤੇ ਜਿਨ੍ਹਾਂ ਨੇ ਮੇਰੇ ਗੁਰੂ ਨੂੰ ਦੇਖਿਆ, ਕਿਉਂਕਿ ਜੇ ਇਕੱਲਾ ਸੁਣ ਲਿਆ ਫਿਰ ਹੋ ਸਕਦਾ ਫਿਰ ਵੀ ਗੱਲ ਪੂਰੀ ਨਾ ਹੋਵੇ, ਨਾਲ ਦੇਖ ਵੀ ਲਿਆ, ਤੇ ਜਿਨ੍ਹਾਂ ਨੇ ਸੁਣਿਆ ਜਿਨ੍ਹਾਂ ਨੇ ਦੇਖਿਆ ਫਿਰ ਉਹਨਾਂ ਦੀ ਜ਼ਿੰਦਗੀ 'ਚ ਇੱਕ ਤਬਦੀਲੀ ਆਈ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾ ਦੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨਾ ਭਰਿਆ ਰੇ। ਬੜੀ ਵਾਰੀ ਗੱਲ ਸੁਣੀ ਸੀ, ਭੱਟਾਂ ਦੇ ਸਵਈਆਂ ਵਿੱਚ ਇੱਕ ਸ਼ਬਦ ਤੁਸੀਂ ਬਹੁਤ ਵਾਰੀ ਪੜ੍ਹਦੇ ਸੁਣਦੇ ਹੋ। ਅੰਮ੍ਰਿਤ ਬਾਣੀ ਦਾ ਬਚਨ ਹੈ, ਅਰੇਹੋ ਸੰਤ ਹੋਂ ਟੋਲ ਸਾਧ ਬਹੁ ਤੇਰੇ ਡਿੱਠੇ, ਸਨਿਆਸੀ ਤਪਸੀਏ ਮੁਖੋਂ ਇਹ ਪੰਡਿਤ ਮਿੱਠੇ, ਬਰਸ ਇੱਕ ਹੋਂ ਫਿਰਿਓ ਕਿਨੇ ਨਾ ਪਰਚੋ ਲਾਇਓ, ਕਹਿਤਿਆਂ ਕਹਿਤੀ ਸੁਣੀ। ਇੱਥੇ ਹੁਣ ਪੰਕਤੀ ਨੂੰ ਵਿਚਾਰ ਕੇ ਦੇਖਿਓ, ਪਹਿਲੀ ਪੰਕਤੀ ਨਾਲ ਜੋੜ ਕੇ, ਅਰੇਹੋ ਸੰਤ ਹੋਂ ਟੋਲ ਸਾਧ ਬਹੁ ਤੇਰੇ ਡਿੱਠੇ, ਕਹਿਤਿਆਂ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ। ਮੈਂ ਬੜੀਆਂ ਗੱਲਾਂ ਸੁਣੀਆਂ ਸਨ, ਪਰ ਜਦੋਂ ਮੈਂ ਵੇਖਿਆ ਤੇ ਮੇਰੀ ਨਜ਼ਰ ਦੀ ਕਸਵੱਟੀ 'ਚ ਉਹ ਲੋਕ ਪੂਰੇ ਨਹੀਂ ਉਤਰੇ। ਛੱਡਦਾ ਗਿਆ, ਮਿਲਦਾ ਗਿਆ, ਛੱਡਦਾ ਗਿਆ। ਆਖਰਕਾਰ ਮੇਰੇ ਕਦਮ ਮਾਲਕ ਦੀ ਕਿਰਪਾ ਦਾ ਸਦਕਾ ਧੰਨ ਗੁਰੂ ਅਰਜਨ ਪਾਤਸ਼ਾਹ ਦੇ ਵਿਹੜੇ ਵਿੱਚ ਪੈ ਗਏ। ਉਦੋਂ ਮੈਂ ਆ ਕੇ ਕੀ ਵੇਖਿਆ, ਉਦੋਂ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਪਈ। ਮੇਰੇ ਦਿਲ ਦੇ ਚਸ਼ਮੇ ਵਿੱਚੋਂ ਜੋ ਕੁਝ ਨਿਕਲਿਆ ਉਹ ਇਤਨਾ ਸੱਚਾ ਤੇ ਸੁੱਚਾ ਸੀ, ਉਹ ਗੁਰਬਾਣੀ ਬਣ ਗਈ। ਇੱਕ ਬੇਨਤੀ ਹੋਰ ਕਰਨ ਲੱਗਾ ਵਿੱਚੋਂ, ਜਦੋਂ ਸਵਈਆਂ ਦੀ ਸ਼ੁਰੂਆਤ ਹੁੰਦੀ ਹੈ ਨਾ, ਤੁਸੀਂ ਕਦੇ ਪਹਿਲਾਂ ਹੀ ਸਵਈਆ ਬੜੇ ਧਿਆਨ ਨਾਲ ਸੁਣ ਕੇ ਵੇਖਿਓ। ਇੱਕ ਮਨ ਪੁਰਖ ਧਿਆਏ ਵਰਦਾਤਾ, ਸੰਤ ਸਹਾਰ ਸਦਾ ਬਖਿਆਤਾ, ਤਾਸ ਚਰਨ ਲੈ ਹਿਰਦੇ ਵਸਾਵੋ, ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਕਹਿਣ ਲੱਗੇ ਦੁਨੀਆਦਾਰੋ, ਕਿਤੇ ਇਹ ਨਾ ਸੋਚਣਾ ਮੇਰੀ ਕੋਈ ਲੋੜ ਹੋਵੇਗੀ ਮੈਂ ਤਾਂ ਗੁਰੂ ਅਰਜਨ ਪਾਤਸ਼ਾਹ ਦੇ ਘਰ ਦੀ ਤਾਰੀਫ ਕਰਨ ਲੱਗਿਆ, ਮੇਰੀ ਕੋਈ ਮੁਤਾਜ਼ਗੀ ਹੋਵੇਗੀ, ਮੇਰੀ ਕੋਈ ਖੁਸ਼ਾਮਦ ਕਰਨ ਦੀ ਬਿਰਤੀ ਹੋਵੇਗੀ ਮੈਂ ਤਾਂ ਗੁਰੂ ਨਾਨਕ ਸਾਹਿਬ ਦੇ ਘਰ ਦੀ ਤਾਰੀਫ ਕਰਨ ਲੱਗਿਆ। ਕਹਿਣ ਲੱਗੇ ਨਹੀਂ, ਮੈਂ ਸਭ ਤੋਂ ਪਹਿਲਾਂ ਇੱਕ ਪਰਮੇਸ਼ਰ ਨੂੰ ਆਪਣੇ ਹਿਰਦੇ 'ਚ ਵਸਾਇਆ, ਰੱਬ ਦੇ ਚਰਨਾਂ ਨੂੰ ਹਿਰਦੇ 'ਚ ਵਸਾਇਆ, ਤੇ ਉਹਨੂੰ ਹਿਰਦੇ 'ਚ ਵਸਾ ਕੇ ਮੈਂ ਬਿਲਕੁਲ ਸੱਚ ਹਕੀਕਤ ਵਿੱਚ ਕਹਿਣ ਲੱਗਿਆ, ਜੋ ਕੁਝ ਮੈਂ ਇੱਥੇ ਤੱਕਿਆ ਸੱਚ ਕਰਕੇ ਜਾਣਿਓ, ਉਹਦੇ ਵਿੱਚ ਰਾਤੀ ਮਾਤਰ ਵੀ ਕੂੜ ਨਹੀਂ ਹੋਵੇਗਾ, ਉਹਦੇ ਵਿੱਚ ਰਾਤੀ ਮਾਤਰ ਵੀ ਝੂਠ ਨਹੀਂ ਹੋਵੇਗਾ। ਸੁਣਿਆ ਬਹੁਤ ਸੀ ਲੋਕਾਂ ਨੂੰ, ਜਾ ਕੇ ਦੇਖਿਆ ਤੇ ਮੇਰੇ ਮਨ ਦੀ ਤਮੰਨਾ ਪੂਰੀ ਨਾ ਹੋਈ। ਆਖਰਕਾਰ ਗੁਰੂ ਘਰ ਦੀ ਵਡਿਆਈ ਨੂੰ ਵੀ ਸੁਣਿਆ ਸੀ। ਜਦੋਂ ਮੈਂ ਸੁਣਦਿਆਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਇਆ, ਆ ਕੇ ਤੱਕਿਆ ਤੇ ਮੇਰਾ ਮਨ ਹੈਰਾਨ ਹੋ ਗਿਆ। ਮੈਂ ਪੰਕਤੀਆਂ ਫਿਰ ਦੁਹਰਾਉਣੀਆਂ ਚਾਹੁੰਦਾ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਜਿਹੋ ਜਿਹਾ ਸੁਣਿਆ ਸੀ ਉਹ ਜਿਹੀ ਤੱਕਿਆ, ਇਹਦੇ ਵਿੱਚ ਕੋਈ ਅੰਤਰ ਨਹੀਂ ਹੈ, ਬਿਲਕੁਲ ਹਕੀਕਤ ਸੀ। ਤਾਂ ਹਜ਼ੂਰ ਕਹਿਣ ਲੱਗੇ ਵੀ ਧਾਰਮਿਕ ਦੁਨੀਆ ਵਿੱਚ ਦੋ ਤਰ੍ਹਾਂ ਦੇ ਲੋਕ ਨੇ। ਇੱਕ ਉਹ ਨੇ
ਜਿਹੜੇ ਸੁਣ ਕੇ ਕਹਿੰਦੇ ਨੇ। ਸੁਣਨਾ ਜ਼ਰੂਰੀ, ਮੈਂ ਬੇਨਤੀ ਕਰਾਂ, ਸੁਣਨਾ ਜ਼ਰੂਰੀ ਹੈ। ਸੁਣਾਂਗੇ ਤੇ ਅੱਖਾਂ ਨੂੰ ਭੁੱਖ ਲੱਗੇਗੀ ਦੇਖਣ ਦੀ, ਸੁਣਿਆ ਨਹੀਂ ਤੇ ਦਰਸ਼ਨਾਂ ਦੀ ਭੁੱਖ ਨਹੀਂ ਲੱਗਣੀ। ਸੁਣਿਆ ਸੀ ਪਰ ਮੈਂ ਰੁਕ ਗਿਆ ਇੱਥੇ। ਰੁਕ ਕੇ ਕੀ ਕੀਤਾ, ਮੈਂ ਲੋਕਾਂ ਦਾ ਕਹਿਆ ਕੁਆਇਆ ਸੁਣ ਲਿਆ, ਸੁਣ ਕੇ ਬਸ ਉਸੇ ਤੇ ਭਰੋਸਾ ਕਰਕੇ ਉੱਥੇ ਹੀ ਰੁਕ ਗਿਆ। ਪਰ ਮੇਰੇ ਮਾਲਕ ਆਖਦੇ ਨੇ ਇੱਕ ਗੱਲ ਹੋਰ ਮੈਂ ਥੋੜੀ ਜਿਹੀ ਤੁਹਾਡੇ ਧਿਆਨ ਵਿੱਚ ਰੱਖਣੀ ਚਾਹੁੰਦਾ। ਗੁਰਮਤਿ ਨੇ ਬੜੀਆਂ ਵਿਲੱਖਣ ਬਾਤਾਂ ਆਖੀਆਂ ਨੇ ਸਾਨੂੰ। ਇੱਕ ਗੁਰਵਾਕ ਹੈ ਬੜਾ ਪਿਆਰਾ, ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਗੁਣ ਗਾਵੋ ਰੰਗ ਰਾਤਾ। ਮੈਂ ਤੇਰੇ ਗੁਣ ਤਾਂ ਗਾਵਾਂ ਪਰ ਦੁਨੀਆਦਾਰਾਂ ਵਾਂਗੂ ਨਾ ਗਾਵਾਂ। ਦੁਨੀਆਦਾਰ ਤਾਂ ਕੀ ਕਰਦੇ ਨੇ, ਕਈ ਵਾਰੀ ਜ਼ੁਬਾਨੋਂ ਬੋਲਦੇ ਨੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਸਜਿਦ ਵਿੱਚ ਕੀ ਕੀਤਾ ਸੀ, ਇੱਕੋ ਹੀ ਗੱਲ ਸਮਝਾਈ ਸੀ। ਕਹਿਣ ਲੱਗੇ ਭਲਿਆ ਇੱਕ ਗੱਲ ਸੱਚ ਕਰਕੇ ਜਾਣੀ, ਮੈਂ ਤੇਰਾ ਮਸਤਕ ਵੀ ਝੁਕਦਾ ਵੇਖਿਆ, ਮੈਂ ਤੈਨੂੰ ਮਸਜਿਦ ਵਿੱਚ ਖੜਾ ਵੀ ਦੇਖਿਆ, ਮੈਂ ਤੈਨੂੰ ਨਮਾਜ਼ ਅਦਾ ਕਰਦਿਆਂ ਵੀ ਵੇਖਿਆ, ਪਰ ਜਿਹੜਾ ਤੇਰਾ ਮਨ ਸੀ ਨਾ, ਮੈਨੂੰ ਮਾਫ ਕਰਨਾ, ਤੇਰਾ ਮਨ ਨਮਾਜ਼ ਵਿੱਚ ਨਹੀਂ ਸੀ, ਮਨ ਤੇਰਾ ਘੋੜੇ ਖਰੀਦਣ ਤੇ ਵੇਚਣ 'ਚ ਲੱਗਿਆ ਹੋਇਆ ਸੀ। ਹੁਣ ਯਕੀਨ ਕਰਕੇ ਜਾਣਿਓ, ਜੇ ਉਹੇ ਜਿਹੇ ਗੁਣ ਗਾਉਣੇ ਨੇ, ਸਾਹਿਬ ਕਹਿੰਦੇ ਮੈਨੂੰ ਇਸ ਦੀ ਲੋੜ ਨਹੀਂ ਲੱਭਾ, ਮੈਂ ਇੱਕ ਕਦਮ ਅੱਗੇ ਪੁੱਟਣਾ ਚਾਹੁੰਦਾ। ਕਰ ਕਿਰਪਾ ਪ੍ਰਭ ਦੀਨ ਦਿਆਲਾ, ਗੁਣ ਗਾਵੋ ਰੰਗ ਰਾਤਾ। ਮੈਂ ਜਦੋਂ ਗੁਣ ਗਾਵਾਂ, ਤੇਰੇ ਕੋਲੋਂ ਇਹ ਵੀ ਦਾਤ ਮੰਗਣਾ ਮੈਂ ਗੁਣ ਗਾਵਾਂ, ਪਰ ਗੁਣ ਗਾਉਂਦਿਆਂ ਗਾਉਂਦਿਆਂ ਮੇਰੇ ਮਨ ਵਿੱਚ ਇੱਕ ਤਮੰਨਾ ਹੈ, ਮੇਰੇ ਮਨ ਵਿੱਚ ਇੱਕ ਭਾਵਨਾ ਹੈ। ਉਹ ਭਾਵਨਾ ਇਹ ਹੈ ਵੀ ਮੇਰੇ ਤੇ ਕਿਰਪਾ ਕਰ, ਮੇਰੇ ਤੇ ਬਖਸ਼ਿਸ਼ ਕਰ, ਮੈਂ ਤੇਰੇ ਗੁਣ ਗਾਉਂਦਾ ਰੱਤ ਕੇ ਗੁਣ ਗਾ ਸਕਾਂ, ਮੈਂ ਕੇਵਲ ਜ਼ਬਾਨੋਂ ਗੁਣ ਨਾ ਗਾਵਾਂ। ਇੱਥੇ ਵੀ ਉਹੀ ਦਾਤ ਮੰਗੀ ਹੈ, ਹੇ ਰੱਬਾ ਇੱਕ ਮੇਰੇ ਤੇ ਬਖਸ਼ਿਸ਼ ਕਰ। ਮੈਂ ਉਹਨਾਂ ਲੋਕਾਂ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦਾ ਜਿਹੜੇ ਕੇਵਲ ਸੁਣ ਕੇ ਤੈਨੂੰ ਵੱਡਾ ਕਹਿ ਦਿੰਦੇ ਨੇ। ਇੱਕ ਮੇਰੇ ਤੇ ਰਹਿਮਤ ਕਰ। ਅੱਜ ਅਰਦਾਸ ਕਰਨੀ ਹੈ, ਸਤਿਗੁਰੂ ਮੈਨੂੰ ਇੱਕ ਕਦਮ ਅੱਗੇ ਲੈ ਕੇ ਜਾਓ। ਮੁਬਾਰਕ ਜਿਹੜੇ ਇਹ ਗੱਲ ਕਹਿੰਦੇ ਨੇ, ਸੁਣ ਵੱਡਾ ਆਖੇ ਸਭ ਕੋਈ। ਪਰ ਮੇਰੇ ਮਾਲਕ ਆਖਦੇ ਨੇ, ਕਹਿਣ ਲੱਗੇ ਪੁੱਤਰ ਜਿਹਨੂੰ ਰੋਜ਼ ਸੁਣਨਾ ਉਹਨੂੰ ਕਦੇ ਆਪਣੀਆਂ ਅੱਖਾਂ ਨਾਲ ਤੱਕਿਆ ਵੀ ਹੈ? ਇੱਕ ਪਲ ਇੱਥੇ ਹੋਰ ਲੈ ਲੈਣਾ ਤਾਂ ਕਿ ਇੱਕ ਭੁਲੇਖਾ ਦੂਰ ਹੋ ਜਾਏ ਸਾਡਾ। ਜਿਹੜੀ ਦਰਸ਼ਨਾਂ ਦੀ ਗੱਲ ਹੈ ਨਾ, ਆਪਾਂ ਕਰ ਰਹੇ ਭਾਵੇਂ ਅੱਖਾਂ ਨਾਲ ਹੀ ਹੈ, ਪਰ ਇਹ ਨਿਰੀ ਇਸ ਅੱਖਾਂ ਦੀ ਵੀ ਕਹਾਣੀ ਨਹੀਂ ਹੈ ਅੱਖਾਂ ਦੀ। ਉਹ ਮੈਨੂੰ ਮਾਫ ਕਰਨਾ, ਇਹਨੂੰ ਗੱਲ ਨੂੰ ਥੋੜੀ ਜਿਹੀ ਗੁੰਝਲਦਾਰ ਹੈ, ਸਮਝ ਲੈਣਾ। ਹਜ਼ੂਰ ਨੂੰ ਪੁੱਛੀਏ, ਮੇਰੇ ਮਾਲਕ ਆਖਦੇ ਨੇ ਸੇ ਅੱਖੜੀਆਂ ਬਿਆਨ ਜਿਨੀ ਦਿਸੰਦੋ ਮਾਪਰੀ। ਉਹ ਅੱਖਾਂ ਮਿਲਣੀਆਂ ਕਿੱਥੋਂ ਨੇ? ਉਹ ਅੱਖਾਂ ਮਿਲਣੀਆਂ ਨੇ ਗੁਰੂ ਕੋਲੋਂ। ਕਹੇ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਜਦੋਂ ਗੁਰੂ ਨੂੰ ਮਿਲਾਂਗੇ ਉਦੋਂ ਮਾਲਕ ਦੀ ਕਿਰਪਾ ਵਰਤੇਗੀ, ਉਦੋਂ ਮਾਲਕ ਦੀ ਬਖਸ਼ਿਸ਼ ਵਰਤੇਗੀ, ਤੇ ਉਦੋਂ ਇਹਨਾਂ ਅੱਖਾਂ ਨੇ ਤਬਦੀਲ ਹੋ ਜਾਣਾ, ਉਦੋਂ ਇਹਨਾਂ ਸੋਚ ਨੇ ਤਬਦੀਲ ਹੋ ਜਾਣਾ, ਉਦੋਂ ਜਿਹੜੀਆਂ ਅੱਖਾਂ ਨਾਲ ਤੱਕਣਾ। ਕਿਉਂਕਿ ਜੇ ਨਿਰੀਆਂ ਇਹਨਾਂ ਅੱਖਾਂ ਨਾਲ ਤੱਕਾਂਗੇ ਤਾਂ ਅਸੀਂ ਇੱਕ ਵਿਚਾਰ ਬਣਾ ਲਾਂਗੇ ਆਪਣੇ ਮਨ ਵਿੱਚ ਵੀ ਰੱਬ ਕਿਸੇ ਸ਼ਕਲ ਵਿੱਚ ਮਿਲੇਗਾ, ਰੱਬ ਕਿਸੇ ਸਰੂਪ ਵਿੱਚ ਮਿਲੇਗਾ। ਜਦੋਂ ਗੁਰੂ ਸਾਹਿਬ ਜੀ ਨੂੰ ਪੁੱਛਦੇ ਆ ਤੇ ਸਾਹਿਬ ਕਹਿੰਦੇ ਨੇ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹਦੀ ਤਾਂ ਕੋਈ ਸ਼ਕਲ ਸੂਰਤ ਹੋ ਹੀ ਨਹੀਂ ਸਕਦੀ। ਔਰ ਇਹ ਵੀ ਗੱਲ ਚੇਤੇ ਰੱਖਣ ਵਾਲੀ ਹੈ, ਸਾਡੀ ਬਦਕਿਸਮਤੀ ਅਸੀਂ ਇਸ ਗੱਲ ਨੂੰ ਸਮਝ ਨਹੀਂ ਸਕੇ। ਹਾਲਾਂਕਿ ਗੁਰਦੇਵ ਨੇ ਬੜਾ ਜ਼ੋਰ ਲਾਇਆ ਸਾਨੂੰ ਮੂਰਤੀ ਪੂਜਾ ਵਿੱਚੋਂ ਕੱਢਣ ਲਈ। ਹਜ਼ਰਤ ਮੁਹੰਮਦ ਸਾਹਿਬ ਦੀ ਸਾਰੀ ਦੁਨੀਆ ਵਿੱਚ ਕੋਈ ਵੀ ਤਸਵੀਰ ਨਹੀਂ ਹੈ, ਔਰ ਇਸਲਾਮ ਧਰਮ ਦੁਨੀਆ ਦੇ ਗਿਣੇ ਚੁਣੇ ਧਰਮਾਂ ਵਿੱਚੋਂ ਇੱਕ ਧਰਮ ਹੈ। ਹਜ਼ਰਤ ਮੁਹੰਮਦ ਸਾਹਿਬ ਦੀ ਇੱਕ ਵੀ ਤਸਵੀਰ ਨਹੀਂ ਹੈ। ਜੇ ਤੁਸੀਂ ਆਪਣੇ ਦਿਮਾਗ 'ਚ ਇਹ ਗੱਲ ਸੋਚੋ ਵੀ ਤਸਵੀਰ ਤੋਂ ਬਿਨਾਂ ਸਾਨੂੰ ਕਿਵੇਂ ਪਤਾ ਲੱਗੇਗਾ, ਇੱਕ ਗੱਲ ਖਿਆਲ ਕਰਨ ਯੋਗ ਬਾਤ ਹੈ, ਸਤਿਗੁਰੂ ਨੇ ਕਿਰਪਾ ਕੀਤੀ ਸੀ। ਕਹਿਣ ਲੱਗੇ ਪੁੱਤਰ ਕਿਤੇ ਇਸ ਚੱਕਰਾਂ ਵਿੱਚ ਨਾ ਪੈ ਜਾਈਂ, ਤੈਨੂੰ ਮੈਂ ਉਸ ਤੋਂ ਅੱਗੇ ਲੈ ਕੇ ਜਾਣਾ ਚਾਹੁੰਦਾ। ਆਪਣੀ ਸੁਰਤ ਦੀ ਅੱਖ ਨੂੰ ਖੋਲ। ਜੇ ਰੱਬ ਨੂੰ ਤੂੰ ਵੇਖਣਾ ਚਾਹੁੰਦਾ ਫਿਰ ਤੈਨੂੰ ਇਵੇਂ ਪ੍ਰਤੀਤ ਹੋਣਾ ਚਾਹੀਦਾ, ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ। ਕੌਣ ਭਲੇ ਕੋ ਮੰਦੇ ਜੈ ਜੈ ਪੇਖੋ ਤੈ ਹਜ਼ੂਰ ਦੂਰ ਕਤੋਂ ਨਾ ਜਾਈ। ਮੈਂ ਜਿੱਧਰ ਜਿੱਧਰ ਵੇਖਣਾ ਮੈਨੂੰ ਮੇਰਾ ਸਾਈਂ ਦਿਸਦਾ ਤੇ ਮੈਨੂੰ ਉਸ ਤੋਂ ਬਿਨਾਂ ਕੋਈ ਨਹੀਂ ਦਿਸਦਾ। ਮੈਂ ਪ੍ਰਤੀਤ ਕਰਾਂ ਤੂੰ ਸਾਰੀਆਂ ਥਾਵਾਂ ਤੇ ਵਸਿਆ ਹੋਇਆ, ਮੈਂ ਪ੍ਰਤੀਤ ਕਰਾਂ, ਮੈਂ ਭਰੋਸਾ ਰੱਖਾਂ, ਮੈਂ ਇਸ ਗੱਲ ਨੂੰ ਜਾਣ ਲਵਾਂ। ਗੱਲ ਫਿਰ ਨੇੜੇ ਕਰਦੇ ਹਾਂ।
ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਮੈਂ ਇਹ ਗੱਲ ਜਾਣ ਲਵਾਂ, ਮਾਣ ਲਵਾਂ, ਮੈਂ ਆਪਣੇ ਕੰਨਾਂ ਤੋਂ ਅੱਗੇ ਆਪਣੀਆਂ ਅੱਖਾਂ ਨਾਲ ਵੇਖ ਲਵਾਂ। ਜਦੋਂ ਮੈਂ ਇਸ ਗੱਲ ਨੂੰ ਵੇਖਾਂਗਾ, ਇਸ ਗੱਲ ਨੂੰ ਮਾਣਾਂਗਾ, ਫਿਰ ਮੈਨੂੰ ਪਤਾ ਲੱਗਣਾ ਭਈ ਰੱਬ ਤੂੰ ਕਿੱਡਾ ਵੱਡਾ ਹੈ, ਮੈਂ ਕਿੱਡਾ ਬੇਅਕਲ ਸਾਂ। ਜਦੋਂ ਵੀ ਮੈਂ ਤੇਰੇ ਰਾਹ ਤੇ ਤੁਰਿਆ, ਮੇਰੀ ਆਦਤ ਹੈ ਹਰ ਚੀਜ਼ ਦਾ ਭੇਦ ਪਾ ਲੈਣਾ। ਮੇਰੀ ਆਦਤ ਹੈ ਮੈਂ ਹਰ ਚੀਜ਼ ਦੇ ਭੇਦ ਪਾਉਣ ਦੀ ਕੋਸ਼ਿਸ਼ ਕਰਨਾ। ਤੇ ਜਦੋਂ ਮੈਂ ਤੇਰੇ ਗੁਣ ਗਾਉਣ ਲੱਗਿਆ, ਤੇਰੇ ਗੁਣ ਗਾਉਂਦਿਆਂ ਮੈਨੂੰ ਇੱਕ ਇਹ ਵੀ ਤਮੰਨਾ ਜਾਗੀ ਵੀ ਮੈਂ ਤੇਰਾ ਵੀ ਭੇਦ ਪਾ ਲਾਂ। ਇੱਕ ਨੁਕਤਾ ਹੁਣ ਇੱਥੇ ਹੋਰ ਚੰਗੀ ਤਰ੍ਹਾਂ ਧਿਆਨ ਨਾਲ ਸਮਝੇ। ਚੱਲੇ ਆਪਾਂ ਰੱਬ ਨੂੰ ਪਾਉਣ ਹੈ, ਪਰ ਰੱਬ ਨੂੰ ਉਸੇ ਨੇ ਪਾਇਆ ਹੈ ਜਿਹਨੇ ਆਪਣਾ ਆਪ ਗਵਾਇਆ। ਇਹਨਾਂ ਪੰਕਤੀਆਂ ਦੇ ਅਰਥ ਅੱਜ ਇਸ ਦ੍ਰਿਸ਼ਟੀ ਨਾਲ ਕਰਕੇ ਵੇਖੀਏ। ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਜੇ ਕਿਸੇ ਭਾਂਡੇ ਵਿੱਚ ਪਹਿਲੀ ਵਸਤੂ ਪਈ ਹੈ, ਦੂਜੀ ਥੋੜੀ ਜਿਹੀ ਜ਼ਿਆਦਾ ਪ੍ਰੈਸ਼ਰ ਨਾਲ ਪਾ ਕੇ ਦੇਖੀਏ ਤਾਂ ਪਹਿਲੀ ਵਸਤੂ ਨਿਕਲਦੀ ਚਲੀ ਜਾਏਗੀ, ਦੂਜੀ ਵਸਤੂ ਵਸਦੀ ਚਲੀ ਜਾਏਗੀ। ਆਪਣੇ ਮਨ ਅੰਦਰ ਝਾਤ ਮਾਰ ਕੇ ਦੇਖੀਏ। ਜੇ ਮੈਂ ਤੇਰੇ ਦਰਸ਼ਨਾਂ ਦੀ ਤਮੰਨਾ ਰੱਖਣਾ, ਜੇ ਮੈਂ ਤੇਰੇ ਮਿਲਾਪ ਦੀ ਤਮੰਨਾ ਰੱਖਣਾ, ਤਾਂ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਜਿਉਂ-ਜਿਉਂ ਮੈਂ ਤੇਰੀ ਬੰਦਗੀ ਕਰਾਂ, ਜਿਉਂ-ਜਿਉਂ ਮੈਂ ਤੇਰੇ ਨੇੜੇ ਹੋਵਾਂ, ਜਿਉਂ-ਜਿਉਂ ਮੈਂ ਤੇਰੀ ਬਾਣੀ ਪੜ੍ਹਾਂ, ਤੇਰੀ ਬਾਣੀ ਦਾ ਨਿਵਾਸ ਮੇਰੇ ਹਿਰਦੇ ਵਿੱਚ ਹੁੰਦਾ ਚਲਾ ਜਾਵੇ। ਮੇਰੇ ਹਿਰਦੇ ਦੀਆਂ ਵਿਕਾਰੀ ਭਾਵਨਾ ਖਤਮ ਹੁੰਦੀਆਂ ਚਲੀਆਂ ਜਾਣ। ਤੇ ਜਦੋਂ ਜਦੋਂ ਤੇਰੀ ਬਾਣੀ ਦਾ ਵਾਸਾ ਹੋ ਗਿਆ, ਤੇਰੇ ਚਰਨ ਕਮਲਾਂ ਦਾ ਵਾਸਾ ਹੋ ਗਿਆ, ਇੱਕ ਵਕਤ ਆਵੇਗਾ ਜਦੋਂ ਮੈਂ ਗਵਾਚ ਜਾਣਾ ਤੇ ਰੱਬ ਨੇ ਆ ਜਾਣਾ। ਦੋ ਚੀਜ਼ਾਂ ਇਕੱਠੀਆਂ ਨਹੀਂ ਆਉਣੀਆਂ। ਇਹ ਗੱਲ ਹਮੇਸ਼ਾ ਚੇਤੇ ਰੱਖਿਓ, ਦੋ ਚੀਜ਼ਾਂ ਇਕੱਠੀਆਂ ਨਹੀਂ ਆਉਣੀਆਂ। ਜੇ ਮੈਂ ਬਚੀ ਹੋਈ ਹੈ ਤੇ ਰੱਬ ਨਹੀਂ ਹੈ, ਜੇ ਰੱਬ ਹੈ ਫਿਰ ਉੱਥੇ ਮੈਂ ਨਹੀਂ ਹੋ ਸਕਦੀ। ਇਹ ਫੈਸਲਾ ਗੁਰੂ ਕੀ ਬਾਣੀ ਦਾ ਬੜਾ ਪਿਆਰਾ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਅਨੰਦ ਅਗੰਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀ। ਹੁਣ ਮੈਂ ਕੀਮਤ ਤੇ ਤਾਂ ਪਾਵਾਂਗਾ ਨਾ, ਕੀਮਤ ਤੇ ਮੈਂ ਤਾਂ ਪਾਵਾਂਗਾ ਜੇ ਮੈਂ ਬਚਿਆ ਹੋਵਾਂਗਾ। ਮੈਂ ਤੇ ਬਚਿਆ ਹੀ ਕੋਈ ਨਹੀਂ, ਮੈਂ ਤੇ ਖਤਮ ਹੋ ਗਿਆ। ਅੰਦਰ ਤੇ ਰੱਬ ਬੈਠਾ ਹੈ। ਰੱਬ ਆਪਣੀ ਕੀਮਤ ਆਪ ਨਹੀਂ ਪਾਉਂਦਾ, ਕੀਮਤ ਕਿਸੇ ਦੂਜੇ ਨੇ ਪਾਉਣੀ ਹੈ ਨਾ। ਤੇ ਮੈਂ ਆਪਣੀ ਕੀਮਤ ਆਪੇ ਕਿਵੇਂ ਪਾਵਾਂਗਾ? ਅੰਦਰ ਵਸਿਆ ਰੱਬ, ਅੰਦਰ ਵਸਿਆ ਪਰਮੇਸ਼ਰ। ਮੈਂ ਖਤਮ ਹੋ ਗਈ, ਅੰਦਰ ਕੇਵਲ ਇੱਕ ਨਿਰੰਕਾਰ ਰਹਿ ਗਿਆ। ਮੈਂ ਨਾ ਹੀ ਕਛ ਹਾਉ, ਨਾ ਹੀ ਕਛ ਆਹੇ ਨਾ ਮੋਰਾ। ਅਵਸਰ ਲੱਜਾ ਰੱਖ ਲੋ ਸਦਨਾ ਜਨ ਤੋਰਾ, ਸਜਣਾ ਜਨ ਤੋਰਾ। ਕਹਿਣ ਲੱਗੇ ਮਾਲਕ ਮੈਂ ਤੇ ਤੇਰੇ ਚਰਨਾਂ ਦਾ ਦਾਸ ਬਣ ਗਿਆ। ਜਦੋਂ ਮਨੁੱਖ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਮੇਰੇ ਅੰਦਰ ਰੱਬ ਵਸਦਾ ਹੈ, ਮੈਂ ਆਪਣਾ ਆਪਾ ਛੱਡ ਦਿੱਤਾ, ਉਦੋਂ ਉਹ ਕਿਸੇ ਕੀਮਤ ਪਾਉਣ ਵਾਲੇ ਪਾਸੇ ਨਹੀਂ ਤੁਰੇਗਾ। ਉਦੋਂ ਤੇ ਸਗੋਂ ਆਪਣਾ ਆਪ ਗਵਾਚ ਕੇ ਉਹਦੇ ਅੰਦਰ ਰੱਬ ਵਸ ਜਾਣਾ। ਇੱਕ ਉਰਦੂ ਦੇ ਵਿਦਵਾਨ ਦਾ ਬੜਾ ਪਿਆਰਾ ਬੋਲ ਹੈ, ਕਈ ਵਾਰੀ ਪੜ੍ਹਦੇ ਸੁਣਦੇ ਹੋਵੋਗੇ। ਤੇਰੀ ਖਬਰ ਪੁੱਛੂੰ तो मैं किससे पूछूं, जिसे कुछ खबर है वही बेखबर है। कहने लगे तेरी खबर पूछा ते मैं किहदे कोलों पूछा, क्योंकि जिन्हों तेरे डर दी कुछ खबर है ओही दुनिया विचों बेखबर है। ਉਹਦੇ ਕੋਲ ਸ਼ਬਦਾਵਲੀ ਕੋਈ ਨਹੀਂ ਉਹ ਇਹ ਗੱਲ ਕਹਿ ਸਕੇ। ਅੰਮ੍ਰਿਤ ਬਾਣੀ ਦਾ ਬਚਨ ਹੈ, ਕਹੋ ਕਬੀਰ ਗੂੰਗੇ ਗੁੜ ਖਾਇਆ, पूछे ते क्या कहिए। जे हूँ जाना आखा नहीं, कहना कथन ना जाई। गुरा एक देहे बुझाई, सबना जिया का एक दाता, सो मैं विसर ना जाई। मेरे ते एक कृपा कर, मैनू कदे रब ना भुले, मैनू कदे परमेश्वर ना भुले। मैं ओदी कीमत नहीं पा सकदा, मेरे कोल कोई इहो जी ताकत नहीं है। एक बारी फिर ख्याल करियो, श्री गुरु ग्रंथ साहिब जी का पावन बचन है ना जिहड़ा, वो साडे दिल दी मैल नूं धोंदा है ਤੇ ਸਾਨੂੰ ਸੁਚੇਤ ਕਰਦਾ ਹੈ। ਅੰਮ੍ਰਿਤ ਗੁਰ ਵਾਕਿਆ ਬੜਾ ਪਿਆਰਾ। ਕੋਟ ਕੋਟੀ ਮੇਰੀ ਆਰਜਾ, ਕਰੋੜਾਂ ਸਾਲ ਮੇਰੀ ਉਮਰ ਹੋ ਜਾਏ। ਪਵਨ ਪੀਣ ਅਪਿਆਓ, ਮੈਨੂੰ ਖਾਣ ਪੀਣ ਦੀ ਵੀ ਮੁਤਾਜਗੀ ਨਾ ਰਵੇ, ਹਵਾ ਵਿੱਚੋਂ ਮੇਰੀ ਖੁਰਾਕ ਮਿਲ ਜਾਏ। ਚੰਦ ਸੂਰਜ ਦੋਏ ਗੁਫੇ ਨਾ ਦੇਖਾਂ, ਮੈਂ ਚੰਦਰਮਾ ਸੂਰਜ ਦੇਖਾਂ ਤੱਕ ਨਾ ਇੱਕ ਗੁਫਾ ਵਿੱਚ ਬੈਠ ਜਾਵਾਂ, ਮੈਨੂੰ ਪਤਾ ਹੀ ਨਾ ਲੱਗੇ ਕਦੋਂ ਦਿਨ ਹੁੰਦਾ ਕਦੋਂ ਰਾਤ ਹੁੰਦੀ। ਐਡੀ ਸਮਾਧੀ ਲਾਵਾਂ,
ਚੰਦ ਸੂਰਜ ਦੋਏ ਗੁਫੇ ਨਾ ਦੇਖਾਂ, ਸੁਪਨੇ ਸੌਣ ਨਾ ਥਾਉ। ਗੁਫਾ ਵਿੱਚ ਬੈਠ ਕੇ ਵੀ ਇਕਾਂਤ ਵਿੱਚ ਬੰਦੇ ਨੂੰ ਨੀਂਦ ਸਤਾਉਂਦੀ ਹੈ। ਧਾਰਮਿਕ ਦੁਨੀਆ ਵਿੱਚ ਨੀਂਦ ਬੜੀ ਦੁਸ਼ਮਣ ਬਣਦੀ ਹੈ, ਪਰ ਮੇਰੇ ਤੇ ਕਿਰਪਾ ਹੋ ਜਾਏ, ਮੈਨੂੰ ਸੁਪਨਾ ਤੱਕ, ਖਿਆਲ ਤੱਕ ਨਾ ਆਵੇ, ਨੀਂਦ ਦਾ ਮੈਂ ਬਿਲਕੁਲ ਨਾ ਸੌਵਾਂ। ਕਰੋੜਾਂ ਸਾਲ ਮੇਰੀ ਉਮਰ, ਮੁਤਾਜਗੀ ਮੈਨੂੰ ਕੋਈ ਨਹੀਂ, ਕੰਮ ਕਰ ਕੋਈ ਨਹੀਂ, ਗੁਫਾ ਵਿੱਚ ਬੈਠਾ ਦਿਨ ਰਾਤ ਦਾ ਮੈਨੂੰ ਪਤਾ ਕੋਈ ਨਹੀਂ। ਇਤਨੀ ਲੰਮੀ ਬੰਦਗੀ ਕਰਕੇ ਅਗਰ ਕੋਈ ਬਾਹਰ ਨਿਕਲੇ ਤੇ ਉਹਦੀ ਜ਼ਬਾਨ ਉੱਤੇ ਇੱਕ ਸ਼ਬਦ ਹੋਵੇਗਾ, ਭਲਿਆ ਤੂੰ ਇੰਨੀ ਲੰਮੀ ਸਮਾਧੀ ਲਾ ਕੇ ਆਇਆ ਤੇ ਰੱਬ ਦੇ ਘਰ ਦਾ ਕੁਛ ਅੰਤ ਪਾਇਆ? ਉਹ ਕਹਿਣ ਲੱਗੀ ਕੋਈ ਗੱਲ ਦਾ ਜਵਾਬ ਦੇਵੇਗਾ ਭਈ ਨਹੀਂ ਭਲਿਆ, ਰੱਬ ਦੇ ਘਰ ਦੇ ਅੰਤ ਪਾਉਣ ਦੀ ਗੱਲ ਨਹੀਂ ਹੋ ਸਕਦੀ। ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ, ਚੰਦ ਸੂਰਜ ਦੋਏ ਗੁਫੇ ਨਾ ਦੇਖਾਂ, ਸੁਪਨੇ ਸੌਣ ਨਾ ਥਾਉ। ਭੀ ਤੇਰੀ ਕੀਮਤ ਨਾ ਪਵੇ, ਹਉ ਕੇਵੜ ਆਖਾਂ ਨਾਉ। ਸਾਚਾ ਨਿਰੰਕਾਰ ਨਿਜ ਥਾਏ, ਸੁਣ ਸੁਣ ਆਖਣ ਆਖਣਾ, ਜੇ ਭਾਵੇਂ ਕਰੇ ਤਮਾਏ। ਕੁੱਸਾਂ ਕੱਟੀਆਂ ਵਾਰ ਵਾਰ, ਮੈਨੂੰ ਕੋ ਕੇ ਵੱਢ ਵੱਢ ਕੇ ਨਿਕਲੇ, ਟੁਕੜੇ ਕਰ ਕਰਕੇ। ਟੁਕੜੇ ਵੀ ਵੱਡੇ ਹੋ ਜਾਣਗੇ, ਕਿੰਨੇ ਕੁ ਛੋਟੇ ਟੁਕੜੇ ਕਰ ਲੋਗੇ? ਕਹਿਣ ਲੱਗੇ ਨਹੀਂ, ਉਸ ਟੁਕੜਿਆਂ ਨੂੰ ਫਿਰ ਦੁਬਾਰੇ ਪੀਸ ਲਵੋ, ਉਹਨੂੰ ਮਿੱਟੀ ਵਰਗੇ ਬਣਾ ਲਵੋ। ਮਿੱਟੀ ਨੂੰ ਵੀ ਝਾੜ ਕੇ ਇੰਨੇ ਛੋਟੇ ਕਣਕੇ ਕਰ ਲਵੋ ਜਿਹੜੇ ਕਣਕੇ ਤੁਹਾਨੂੰ ਅੱਖ ਨਾਲ ਵੀ ਨਾ ਦਿਸਦੇ ਹੋਵਣ। ਕੁੱਸਾਂ ਕੱਟੀਆਂ ਵਾਰ ਵਾਰ, ਪੀਸਣ ਪੀਸਾ ਪਾਏ, ਅੱਗੀ ਛੇਤੀ ਡਾਲੀਆਂ, ਭਸਮ ਛੇਤੀ ਰਲ ਜਾਓ। ਭੀ ਤੇਰੀ ਕੀਮਤ ਨਾ ਪਵੇ, ਹਉ ਕੇਵੜ ਆਖਾਂ ਨਾਉ। ਪੰਖੀ ਹੋਏ ਕੈ ਜੇ ਭਵਾਂ। ਅੱਜ ਮਨੁੱਖ ਆਕਾਸ਼ ਦੀ ਕੁੱਖ ਨੂੰ ਫੋਲਣ ਤੇ ਬੜਾ ਜ਼ੋਰ ਲਾ ਰਿਹਾ ਹੈ। ਦੱਸ, ਕਈ ਵਾਰੀ ਇੱਕ ਬੇਨਤੀ ਕਰਦੇ, ਇੱਕ ਚੈਨਲ ਹੈ ਤੇ ਤੁਸੀਂ ਕਈ ਵਾਰੀ ਦੇਖਦੇ ਵੀ ਹੋਵੋਗੇ, ਉਹਦਾ ਨਾਮ ਹੈ ਡਿਸਕਵਰੀ। ਡਿਸਕਵਰ, ਤੁਸੀਂ ਪੜ੍ਹੇ ਲਿਖੇ ਹੋਏ ਹੋ, ਮੇਰੇ ਕਹਿਣ ਦੀ ਲੋੜ ਨਹੀਂ। ਡਿਸਕਵਰ ਦਾ ਮਤਲਬ ਹੁੰਦਾ ਪਰਦਾ ਲਾਉਣਾ। ਉਹ ਬਣਾ ਨਹੀਂ ਰਹੇ ਕੁਝ ਵੀ, ਸਿਰਫ ਪਰਦੇ ਲਾ ਲਾ ਕੇ ਕੁਦਰਤ ਦੇ ਦੇਖ ਰਹੇ ਨੇ। ਹਜੇ ਵੀ ਕਾਦਰ ਨੇ ਆਪਣੀ ਕੁਦਰਤ ਵਿੱਚ ਐਸਾ ਕੁਝ ਰੱਖਿਆ ਹੋਇਆ ਹੈ, ਜਿਹਨੇ ਵੀ ਸਾਇੰਸ ਦੀ ਸਹਾਇਤਾ ਦੇ ਕੇ ਕਿਸੇ ਚੀਜ਼ ਨੂੰ ਡਿਸਕਵਰ ਕੀਤਾ, ਉਹਦੀ ਜ਼ੁਬਾਨੋਂ ਬਿਸਮਾਤ ਦੇ ਸ਼ਬਦ ਹੀ ਨਿਕਲੇ ਨੇ ਭਈ ਮੈਂ ਤੇ ਅਜੇ ਕੱਖ ਵੀ ਨਹੀਂ ਖੋਜ ਸਕਿਆ, ਜਿੱਤੇ ਬੜਾ ਕੁਝ ਪਿਆ ਖੋਜਣ ਵਾਲਾ। ਉਹ ਗੱਲ ਕਹਿ ਸਕਿਆ, ਬੜਾ ਕੁਝ ਪਿਆ ਖੋਜਣ ਵਾਲਾ। ਪੰਖੀ ਹੋਏ ਕੈ ਜੇ ਭਵਾਂ, ਸਹਿ ਅਸਮਾਨੀ ਜਾਉ। ਨਦਰੀ ਕਿਸੇ ਨਾ ਆਵੂ, ਨਾ ਕੁਛ ਪੀਆ ਨਾ ਖਾਉ। ਭੀ ਤੇਰੀ ਕੀਮਤ ਨਾ ਪਵੇ, ਹਉ ਕੇਵੜ ਆਖਾਂ ਨਾਉ। ਜੇ ਕਿਤੇ ਕਲਮਾਂ ਦੇ ਧਨੀਆਂ ਦੀ ਗੱਲ ਆ ਜਾਏ, ਅਕਲ ਦੇ ਬਰੀਕ ਲੋਕਾਂ ਦੀ ਗੱਲ ਆ ਜਾਏ, ਵਿਦਵਾਨ ਲੋਕਾਂ ਦੀ ਗੱਲ ਆ ਜਾਏ, ਸਾਹਿਬ ਨੇ ਉੱਥੇ ਵੀ ਜ਼ਿਕਰ ਕਰ ਦਿੱਤਾ, ਨਾਨਕ ਕਾਗਦ ਲਖਮਣਾ, ਪੜ ਪੜ ਕੀਜੇ ਭਾਉ। ਮੱਸੂ ਟੋਟ ਨਾ ਆਵੀ, ਲੇਖੇ ਪਾਉਣ ਚਲਾਓ। ਭੀ ਤੇਰੀ ਕੀਮਤ ਨਾ ਪਵੇ, ਹਉ ਕੇਵੜ ਆਖਾਂ ਨਾਉ। ਨਹੀਂ, ਤੇਰੀ ਗੱਲ ਦੀ ਕੀਮਤ ਨਹੀਂ ਪੈ ਸਕਦੀ। ਜਦੋਂ ਮੈਂ ਤੇਰੇ ਨੇੜੇ ਹੋ ਗਿਆ, ਜਦੋਂ ਮੈਂ ਤੈਨੂੰ ਦਰਸ਼ਨ ਕਰਕੇ ਆਪਣੇ ਜੀਵਨ ਵਿੱਚ ਵਸਾ ਲਿਆ, ਫਿਰ ਕਹਿਣੇ ਵਾਲੇ ਤੇਰੇ ਰਹੇ ਸਮਾਏ, ਉਹ ਤਾਂ ਤੇਰੇ ਵਿੱਚ ਹੀ ਅਭੇਦ ਹੋ ਜਾਂਦੇ ਨੇ, ਤੇਰੇ ਤੋਂ ਵੱਖਰੇ ਹੁੰਦੇ ਹੀ ਨਹੀਂ। ਤੇਰੇ ਤੋਂ ਵੱਖਰੇ ਹੋਣਗੇ ਤੇ ਕੀਮਤ ਗੱਲ ਪਤਾ ਲੱਗੇਗੀ ਨਾ। ਇੱਕ ਬੇਨਤੀ ਹੋਰ ਕਰਨੀ ਚਾਹੁੰਦਾ, ਕੋਈ ਡਾਕਟਰ ਆਪਣੇ ਬੂਹੇ ਤੇ ਵੱਡੇ ਵੱਡੇ ਬੋਰਡ ਲਿਖ ਕੇ ਲਾ ਲੇ, ਇੰਨੀਆਂ ਮੇਰੀਆਂ ਡਿਗਰੀਆਂ ਨੇ, ਪਰ ਅਸੀਂ ਕਦੇ ਉਹਨਾਂ ਤੇ ਵਿਸ਼ਵਾਸ ਨਹੀਂ ਕਰਦੇ। ਅਸੀਂ ਇੱਕ ਗੱਲ ਪੁੱਛਾਂਗੇ ਵੀ ਤੁਹਾਡੇ ਕੋਲ ਠੀਕ ਕਿੰਨੇ ਲੋਕ ਹੋਏ ਨੇ? ਡਾਕਟਰ ਦੀ ਲਿਆਕਤ ਨੀਰੀ ਬੋਰਡ ਦੇਖਣ ਵਿੱਚ ਨਹੀਂ ਹੈ। ਡਾਕਟਰ ਦੀ ਲਿਆਕਤ ਹੈ ਉਹਨੇ ਮਰੀਜ਼ ਕਿੰਨੇ ਠੀਕ ਕੀਤੇ ਨੇ। ਕਿਸੇ ਦਰਖਤ ਨੂੰ ਉਹਦੇ ਪੱਤੇ ਖਾ ਕੇ, ਉਹਦੇ ਫੁੱਲ ਖਾ ਕੇ, ਉਹਦੀਆਂ ਜੜ੍ਹਾਂ ਖਾ ਕੇ, ਉਹਦੀ ਛਿੱਲ ਖਾ ਕੇ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਇਹ ਕਿੰਨਾ ਕੁ ਮਿੱਠਾ ਹੋਏਗਾ। ਉਹਦੇ ਫਲ ਖਾ ਕੇ ਅੰਦਾਜ਼ਾ ਲਾਇਆ ਜਾਂਦਾ ਵੀ ਇਹ ਕਿੰਨਾ ਕੁ ਮਿੱਠਾ ਹੋਏਗਾ। ਕਿਸੇ ਸਕੂਲ ਯੂਨੀਵਰਸਿਟੀ ਨੂੰ ਉਹ 100 ਵਾਰੀ ਦਾਅਵੇ ਬੰਨੇ ਵੀ ਇੰਨੀਆਂ ਸਹੂਲਤਾਂ ਨੇ ਸਾਡੇ ਕੋਲ, ਪਰ ਜਿੰਨਾ ਚਿਰ ਉੱਥੋਂ ਦਾ ਪੜ੍ਹੇ ਵਿਦਿਆਰਥੀ ਉੱਚੇ ਮੁਕਾਮਾਂ ਤੇ ਨਹੀਂ ਪਹੁੰਚਦੇ, ਉਹਨਾਂ ਚਿਰ ਅਸੀਂ ਕਿਸੇ ਯੂਨੀਵਰਸਿਟੀ, ਸਕੂਲ, ਕਾਲਜ ਤੇ ਵਿਸ਼ਵਾਸ ਨਹੀਂ ਕਰਦੇ। ਅਸੀਂ ਆਪਣਾ ਬੱਚਾ ਉੱਥੇ ਪਾਉਣੇ। ਹੁਣ ਹਜ਼ਾਰਾਂ ਵਾਰੀ ਕੋਈ ਕਹੀ ਜਾਵੇ ਵੀ ਸਤਿਗੁਰੂ ਇਹ ਗੱਲ ਸਮਝਾਉਂਦੇ ਨੇ, ਸਾਡਾ ਸਤਿਗੁਰੂ ਬਹੁਤ ਚੰਗਾ ਹੈ, ਸਾਡਾ ਸਤਿਗੁਰੂ ਬਹੁਤ ਵੱਡਾ ਹੈ, ਸਾਡੇ ਸਤਿਗੁਰੂ ਕੋਲ ਤੇ ਨਿਰੀਆਂ ਗੁਰਮਤਿ ਦੀਆਂ ਗੱਲਾਂ ਨੇ। ਹਰੇਕ ਜਿਹੜੇ ਵੀ ਧਰਮ ਵਾਲੇ ਲੋਕ ਨੇ ਉਹ ਆਪਣੇ ਆਪਣੇ ਗੁਰੂ ਦੀ ਉਪਮਾ ਕਰਦੇ ਹੀ ਨੇ ਨਾ। ਆਖਰਕਾਰ ਅਸੀਂ ਵੀ ਸਿੱਖ ਹੋਣ ਦੇ ਨਾਤੇ ਆਪਣੇ ਗੁਰੂ ਦੀ ਉਪਮਾ ਕਰਨੇ, ਫਿਰ ਵੱਡੀ ਗੱਲ ਕੀ ਹੋਈ ਹੈ? ਤੇ ਲੋਕ ਵੀ ਕਰਦੇ ਨੇ, ਅਸੀਂ ਵੀ ਕਰਨੇ ਆ। ਨਹੀਂ, ਹਜ਼ੂਰ ਕਹਿੰਦੇ ਨੇ ਪੁੱਤਰਾ ਇਹ ਗੱਲ ਤੂੰ 1430 ਪੰਨਿਆਂ ਵਿੱਚ ਹੀ ਨਾ ਕੇਵਲ ਵੇਖੀ, ਆ ਮੈਂ ਤੈਨੂੰ ਇਤਿਹਾਸ ਦੀ ਕਸਵੱਟੀ ਵਿੱਚੋਂ ਵੀ ਵਿਖਾਵਾਂ। ਜਿਹੜੇ ਮੇਰੇ ਕੋਲੋਂ ਠੀਕ ਹੋ ਕੇ ਲੋਕ ਗਏ ਨੇ ਉਹਨਾਂ ਦੀ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ।
ਜਿਨ੍ਹਾਂ ਨੇ ਇਸ ਗੁਰਮਤਿ ਦੇ ਰਾਹ ਨੂੰ ਅਖਤਿਆਰ ਕੀਤਾ, ਜਿਨ੍ਹਾਂ ਨੇ ਗੁਰੂ ਬਖਸ਼ਿਸ਼ ਦਾ ਪੱਲਾ ਪਕੜਿਆ, ਉਹ ਕਿਸ ਮੁਕਾਮ ਤੇ ਪਹੁੰਚੇ ਨੇ, ਕਿਵੇਂ ਰੱਬ ਵਿੱਚ ਸਮਾਏ ਹੋਏ ਨੇ, ਕਿਵੇਂ ਰੱਬ ਵਿੱਚ ਅਭੇਦ ਹੋਏ ਨੇ, ਉਹਨਾਂ ਦੀ ਮੈਂ ਤੈਨੂੰ ਤਸਵੀਰ ਵਿਖਾਉਣਾ। ਇੱਕ ਗੱਲ ਚੇਤਾ ਰੱਖਿਓ, ਜਦੋਂ ਗੁਰਬਾਣੀ ਪੜ੍ਹ ਕੇ ਅਸੀਂ ਆਪਣੇ ਇਤਿਹਾਸ ਨੂੰ ਵੇਖਾਂਗੇ ਨਾ, ਤਾਂ ਇਤਿਹਾਸ ਵਿੱਚ ਪਈਆਂ ਹੋਈਆਂ ਉਦਾਹਰਨਾਂ ਉਹ ਗੁਰਬਾਣੀ ਦੀ ਹੀ ਦੂਜੀ ਕਸਵੱਟੀ ਹੈ, ਉਹ ਗੁਰਬਾਣੀ ਦੀ ਹੀ ਵਿਆਖਿਆ ਆਪਣੇ ਰੂਪ ਵਿੱਚ ਆਪ ਹੈ। ਇਤਿਹਾਸ ਵੀ ਸਾਡੇ ਗੁਰਬਾਣੀ ਦੀ ਇੱਕ ਵਿਆਖਿਆ ਦਾ ਹੀ ਅੰਗ ਹੈ। ਬੇਨਤੀ ਕਰਨ ਲੱਗਾ ਸਾਂ, ਸੋਚ ਕੇ ਦੇਖੋ, ਇੱਕ ਮਾਂ, ਅੱਜ ਉਹਦੀ ਜੀਵਨ ਵਿੱਚ ਰੱਬ ਨੇ ਖੁਸ਼ੀ ਬਖਸ਼ੀ, ਉਹਦੇ ਘਰ ਇੱਕ ਬੱਚੇ ਦਾ ਜਨਮ ਹੋਇਆ। ਮੈਂ ਸ਼ਬਦ ਬੱਚਾ ਵਰਤ ਰਹੇ ਹਾਂ ਕਿਉਂਕਿ ਅੱਜ ਕੱਲ੍ਹ ਧੀਆਂ ਨਾਲ ਵੀ ਵਿਤਕਰਾ ਕੀਤਾ ਜਾਂਦਾ ਹੈ। ਗੱਲ ਪੁੱਤਰ ਜਾਂ ਧੀ ਦੀ ਨਹੀਂ, ਗੱਲ ਔਲਾਦ ਦੀ ਹੈ। ਰੱਬ ਨੇ ਔਲਾਦ ਬਖਸ਼ਿਸ਼ ਕੀਤੀ, ਔਲਾਦ ਬਖਸ਼ੀ, ਤੇ ਉਹ ਬੱਚੀ ਜਿਹੜੀ ਹੈ ਉਹ ਰੱਬ ਦੇ ਚਰਨਾਂ ਵਿੱਚ ਜੁੜੀ ਹੋਈ ਹੈ। ਬੜਾ ਸ਼ੁਕਰ ਕੀਤਾ, ਉਹਨੇ ਖੁਸ਼ੀ ਮਨਾਈ, ਰੱਬ ਦੀ ਕਿਰਪਾ ਹੋਈ। ਅੱਜ ਉਹਦਾ ਬੱਚਾ 1 ਸਾਲ ਦਾ ਹੋ ਗਿਆ। ਫਿਰ ਰੱਬ ਦਾ ਸ਼ੁਕਰ ਕੀਤਾ, ਅੱਜ ਉਹਦਾ ਬੱਚਾ 2 ਸਾਲਾਂ ਦਾ ਹੋ ਗਿਆ, 3 ਸਾਲਾਂ ਦਾ ਹੋ ਗਿਆ, 4 ਸਾਲਾਂ ਦਾ ਹੋ ਗਿਆ, 5 ਸਾਲਾਂ ਦਾ ਹੋ ਗਿਆ। ਅਚਾਨਕ ਸਿੱਖੀ ਦੇ ਵਿੱਚ ਐਸੇ ਵਿਖੜੇ ਰਾਹ ਬਹੁਤ ਵਾਰੀ ਆਏ ਨੇ। ਮੀਰ ਮੰਨੂ ਦਾ ਸਮਾਂ ਆਇਆ ਤੇ ਉਹ ਮਾਂ ਨੂੰ ਉਹ ਬੱਚੇ ਦੇ ਸਮੇਤ ਚੁੱਕ ਕੇ ਪਾਪੀ ਨੇ ਕੈਦੀ ਕਰ ਲਿਆ। ਇੱਕ ਬੜੀ ਗੱਲ ਪ੍ਰਚਲਿਤ ਕੀਤੀ ਜਾਂਦੀ ਹੈ ਇਸਤਰੀ ਦੇ ਲਈ, ਭਈ ਉਹ 3 ਪੱਪਿਆਂ ਦੀ ਗੁਲਾਮ ਹੈ। ਮੈਂ ਕਈ ਵਾਰੀ ਹੈਰਾਨ ਹੁੰਦਾ, ਅਸੀਂ ਗੁਰਮਤਿ ਨੂੰ ਨਾ ਸਮਝਿਆ ਤੇ ਨਾ ਹੀ ਸਮਝਾ ਸਕੇ। ਇਸਤਰੀ 3 ਪੱਪਿਆਂ ਦੇ ਗੁਲਾਮ ਨਹੀਂ ਹੈ। ਜਿਹਨੇ ਗੁਰਮਤਿ ਪੜ੍ਹੀ ਹੈ ਉਹ ਇੱਕੋ ਪੱਪੇ ਦੇ ਗੁਲਾਮ ਹੈ, ਉਹ 3 ਪੱਪਿਆਂ ਦੇ ਗੁਲਾਮ ਨਹੀਂ ਹੈ। ਅਕਸਰ ਕਿਹਾ ਜਾਂਦਾ ਹੈ ਵੀ ਇਸਤਰੀ ਜਾਂ ਤੇ ਪਿਤਾ ਦੀ ਗੁਲਾਮੀ ਕਰਦੀ ਹੈ, ਜੋ ਪਿਤਾ ਕਹਿੰਦਾ ਉਵੇਂ ਜ਼ਿੰਦਗੀ ਗੁਜ਼ਾਰਦੀ ਹੈ ਇੱਕ ਧੀ। ਦੂਜੀ ਗੱਲ, ਫਿਰ ਇਸਤਰੀ ਪਤੀ ਦੇ ਗੁਲਾਮ ਹੁੰਦੀ ਹੈ। ਜਦੋਂ ਵੱਡੀ ਹੋ ਜਾਂਦੀ ਉਦੋਂ ਇਸਤਰੀ ਆਪਣੇ ਪੁੱਤਰ ਦੇ ਗੁਲਾਮ ਹੁੰਦੀ ਹੈ। ਇਹ 3 ਪੱਪੇ ਇਸਤਰੀ ਦੀ ਜ਼ਿੰਦਗੀ ਲਈ ਅਕਸਰ ਪ੍ਰਚਲਿਤ ਕੀਤੇ ਜਾਂਦੇ ਨੇ। ਪਰ ਮੈਂ ਬੇਨਤੀ ਕਰਾਂ, ਜਿਹਨੇ ਪਰਮੇਸ਼ਰ ਨੂੰ ਚੌਥਾ ਪੱਪਾ, ਜਿਹਨੇ ਪਰਮੇਸ਼ਰ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾ ਲਿਆ ਨਾ, ਜਿਹੜੀ ਪਰਮੇਸ਼ਰ ਦੀ ਗੁਲਾਮ ਬਣ ਗਈ ਬੱਚੀ, ਜਿਹੜੀ ਧੀ ਮੇਰੀ, ਜਿਹੜੀ ਭੈਣ ਮੇਰੀ ਪਰਮੇਸ਼ਰ ਦੀ ਗੁਲਾਮ ਬਣ ਗਈ, ਉਹ ਪਿਤਾ ਦੀ ਵੀ ਗੁਲਾਮ ਨਹੀਂ ਹੁੰਦੀ। ਕਿਉਂਕਿ ਜਿਹੜੀ ਗੁਰਬਾਣੀ ਪੜ੍ਹ ਲਵੇ, ਉਹਦਾ ਪਿਤਾ ਤੇ ਆਪਣੀ ਧੀ ਦੇ ਉੱਤੇ ਮਾਣ ਕਰਦਾ, ਆਪਣੀ ਧੀ ਨੂੰ ਆਪਣੇ ਥੱਲੇ ਦਬਾ ਕੇ ਨਹੀਂ ਰੱਖਣਾ ਚਾਹੁੰਦਾ। ਜਿਹੜੀ ਇਸਤਰੀ ਗੁਰੂ ਕੀ ਬਾਣੀ ਪਰਮੇਸ਼ਰ ਪਤੀ ਨੂੰ ਆਪਣੇ ਜੀਵਨ ਵਿੱਚ ਮੰਨ ਲਵੇ, ਤਾਂ ਸੱਚ ਕਰਕੇ ਜਾਣਿਓ, ਉਹ ਆਪਣੇ ਪਤੀ ਦੇ ਘਰ ਵੀ ਸ਼ੋਭਾ ਪਾਉਂਦੀ ਹੈ, ਉਹ ਪਤੀ ਦੇ ਘਰ ਵੀ ਇੱਜ਼ਤ ਮਾਣ ਪ੍ਰਾਪਤ ਕਰ ਲੈਂਦੀ ਹੈ। ਜਿਹੜੀ ਇਸਤਰੀ ਆਪਣੇ ਪਤੀ ਪਰਮੇਸ਼ਰ, ਉਸ ਪਰਮੇਸ਼ਰ ਨੂੰ ਪੱਪੇ ਨੂੰ ਮੰਨ ਲੈਂਦੀ ਹੈ, ਤਾਂ ਉਹ ਇਸਤਰੀ ਆਪਣੇ ਜੀਵਨ ਦੇ ਅੰਤਲੇ ਪੜਾਅ ਵਿੱਚ ਆਪਣੇ ਪੁੱਤਰ ਦੇ ਵੀ ਗੁਲਾਮ ਨਹੀਂ ਹੁੰਦੀ। ਪੁੱਤ ਵੀ ਮਾਣ ਮਹਿਸੂਸ ਕਰਦਾ, ਮੈਨੂੰ ਇਹੋ ਜਿਹੀ ਮਾਂ ਮਿਲੀ ਹੋਈ ਹੈ। ਪੁੱਤਰ ਵੀ ਮਾਣ ਮਹਿਸੂਸ ਕਰਦਾ, ਮੈਨੂੰ ਇਹੋ ਜਿਹੀ ਮਾਂ ਮਿਲੀ ਹੋਈ ਹੈ। ਇਸ ਮਾਂ ਨੇ ਮੇਰੇ ਜੀਵਨ ਵਿੱਚ ਗੁਰਬਾਣੀ ਭਰ ਦਿੱਤੀ। ਇਸ ਮਾਂ ਨੇ ਮੈਨੂੰ ਉਹ ਖਜ਼ਾਨਾ ਦਿੱਤਾ ਹੈ ਜਿਹੜਾ ਮੈਂ ਕਦੇ ਆਪਣੇ ਜੀਵਨ ਵਿੱਚੋਂ ਭੁੱਲ ਨਹੀਂ ਸਕਦਾ। ਹਿਟਲਰ ਨੇ ਕਿਸੇ ਵੇਲੇ ਇੱਕ ਗੱਲ ਕਹੀ ਸੀ, ਕਹਿਣ ਲੱਗੇ, ਮੈਨੂੰ ਚੰਗੀਆਂ ਮਾਵਾਂ ਦੇਵੋ, ਮੈਂ ਤੁਹਾਨੂੰ ਚੰਗਾ ਸਮਾਜ ਦਿਆਂਗਾ, ਚੰਗਾ ਸਭ ਕੁਝ ਸੰਸਾਰ ਦਿਆਂਗਾ, ਸਿਰਫ ਮਾਂ ਮੈਨੂੰ ਚੰਗੀ ਮਿਲ ਜਾਏ। ਜੇ ਕਿਤੇ ਇਸਤਰੀ 1 ਪੱਪੇ ਦੇ ਗੁਲਾਮ ਹੋ ਜਾਏ, ਉਹ 3 ਪੱਪਿਆਂ ਦੀ ਗੁਲਾਮੀ ਛੱਡ ਦੇਗੀ। ਉਹਨੂੰ ਇਸ ਗੱਲ ਦੀ ਮੁਤਾਜਗੀ ਨਹੀਂ ਹੋਵੇਗੀ। ਫਿਰ ਉਹਨੂੰ ਲੋੜ ਨਹੀਂ ਹੈ ਮੈਂ ਰੱਖੜੀ ਬਣਵਾਵਾਂ, ਫਿਰ ਉਹਨੂੰ ਲੋੜ ਨਹੀਂ ਹੈ ਮੈਂ ਦੂਜੇ ਪਾਸੇ ਆਪਣੇ ਕਿਸੇ ਹੋਰ ਦੀ ਆਸ ਰੱਖਾਂ। ਫਿਰ ਉਹਨੂੰ ਇੱਕੋ ਗੱਲ ਦਾ ਭਰੋਸਾ ਹੈ, ਮੈਂ ਪਤੀ ਪਰਮੇਸ਼ਰ ਤੇ ਆਸ ਰੱਖਾਂ। ਉਹੀ ਗੱਲ ਕਹਿਣ ਲੱਗਾ ਸਾਂ, ਉਹਦੇ ਵੱਲ ਫਿਰ ਧਿਆਨ ਦਿਓ। ਅੱਜ ਉਹਨੂੰ ਵਕਤ ਆਇਆ, ਉਹਦਾ ਪਤੀ ਵੀ ਕਿਸੇ ਜੰਗ ਯੁੱਧ ਦੇ ਮੈਦਾਨ ਵਿੱਚ ਗੁਰੂ ਦਰਸਾਏ ਮਾਰਗ ਤੇ ਤੁਰਦਾ ਹੋਇਆ ਸ਼ਹੀਦ ਹੋ ਗਿਆ। ਅੱਜ ਉਹਦਾ ਬੱਚਾ ਹੈ, ਉਹਦਾ ਪੁੱਤਰ ਹੈ, ਉਹਨੂੰ ਲੈ ਕੇ ਜ਼ਾਲਮ ਪਾਪੀ ਨੇ, ਮੀਰ ਮੰਨੂ ਨੇ ਆਪਣੀ ਉਸ ਇੱਕ ਕੈਦ ਵਿੱਚ ਕੈਦੀ ਕਰ ਲਿਆ। ਸੋਚਿਆ, ਮਾਂ ਮੈਂ ਅੱਜ ਤੱਕ ਸੁਣੀ ਹੈ, ਉਹ ਆਪਣੇ ਆਪ ਨੂੰ ਤਕਲੀਫ ਦਿੱਤਿਆਂ ਨਹੀਂ ਕਦੇ ਡੋਲਦੀ, ਪਰ ਜੇ ਉਹਦੇ ਬੱਚੇ ਨੂੰ ਤਕਲੀਫ ਦਈਏ
ਤੇ ਮਾਂ ਕੋਲ ਲਾ ਉੱਠਦੀ ਹੈ, ਮਾਂ ਕੋਲ ਬਰਦਾਸ਼ਤ ਨਹੀਂ ਹੁੰਦਾ। ਅੱਜ ਮੈਂ ਵੇਖਣਾ ਚਾਹੁੰਦਾ, ਮੈਂ ਇਹਦਾ ਘਰ ਉਜਾੜ ਕੇ ਵੇਖਿਆ, ਇਹ ਰੱਬ ਵਿੱਚ ਸਮਾਈ ਹੋਈ ਨਹੀਂ ਡੋਲੀ। ਮੈਂ ਇਹਦਾ ਪਤੀ ਵਿਛੋੜ ਕੇ ਵੇਖਿਆ, ਇਹ ਰੱਬ ਵਿੱਚ ਸਮਾਈ ਹੋਈ ਨਹੀਂ ਡੋਲੀ। ਇਹਨੇ ਨਹੀਂ ਆਪਣੀ ਜ਼ੁਬਾਨੋਂ ਗੁਰਬਾਣੀ ਨੂੰ ਵਿਸਰਨ ਦਿੱਤਾ, ਇਹਨੇ ਨਹੀਂ ਮਾਲਕ ਨੂੰ ਵਿਸਰਨ ਦਿੱਤਾ। ਅੱਜ ਮੈਂ ਵੇਖਣਾ ਚਾਹੁੰਦਾ ਇਹ ਆਪਣੀਆਂ ਅੱਖਾਂ ਨਾਲ ਕਿਵੇਂ ਵੇਖੇਗੀ। ਅੱਜ ਉਸ ਬੱਚੀਆਂ ਲਈ ਹੁਕਮ ਹੋ ਗਿਆ, ਤੁਹਾਨੂੰ ਅੱਜ ਤੋਂ ਬਾਅਦ ਜਿਹੜਾ ਪ੍ਰਸ਼ਾਦਾ ਪਾਣੀ ਮਿਲੇਗਾ, ਰੋਟੀ ਦਾ 1/4 ਹਿੱਸਾ ਮਿਲੇਗਾ ਤੇ 1 ਪਿਆਲਾ ਪਾਣੀ ਦਾ ਮਿਲੇਗਾ। ਜਿਹਦੇ ਕੋਲ ਬੱਚਾ ਹੈ ਉਹਨੂੰ ਵੀ ਇੰਨੀ ਖੁਰਾਕ ਮਿਲੇਗੀ, ਜਿਹਦੇ ਕੋਲ ਨਹੀਂ ਹੈ ਉਹਨੂੰ ਵੀ ਇੰਨੀ ਖੁਰਾਕ ਮਿਲੇਗੀ। ਅੱਜ ਉਹ ਮਾਂ ਆਪ ਭੁੱਖੀ ਰਹਿ ਕੇ ਆਪਣੇ ਬੱਚੇ ਨੂੰ ਗੋਡੇ ਤੇ ਬਿਠਾਉਂਦੀ ਹੈ, ਨਾਲ ਇੱਕ ਕਣਕਾ ਤੋੜ ਕੇ ਰੋਟੀ ਦਾ ਉਹਦੇ ਮੁੱਖ ਪਾਉਂਦੀ ਹੈ, ਥੋੜਾ ਜਿਹਾ ਪਾਣੀ ਮੂੰਹ ਨੂੰ ਲਾਉਂਦੀ, ਉਹਦੇ ਬੁੱਲ ਗਿੱਲੇ ਹੋ ਜਾਣ, ਉਹਨੂੰ ਪਿਆਸ ਥੋੜੀ ਜਿਹੀ ਬੁੱਝ ਜਾਏ, ਕਿਉਂਕਿ ਇਸੇ ਪਿਆਲੇ ਨਾਲ ਉਹਨੇ ਸਾਰੀ ਦਿਹਾੜੀ ਕੱਟਣੀ ਹੈ। ਪਰ ਮਾਂ ਇੱਕ ਗੱਲ ਕਹਿੰਦੀ ਹੈ ਜਿਹਦੇ ਕਰਕੇ ਉਹਦਾ ਬੱਚਾ ਮੁੜ ਕੇ ਜ਼ਿੱਦ ਨਹੀਂ ਕਰਦਾ। ਸਾਰੀ ਦਿਹਾੜੀ ਉਹਦਾ ਬੱਚਾ ਜ਼ਿੱਦ ਨਹੀਂ ਕਰਦਾ। ਮਾਂ ਇੱਕ ਗੱਲ ਕਹਿੰਦੀ, ਕਹਿਣ ਲੱਗੀ, ਓ ਪੁੱਤਰਾ ਸ਼ੁਕਰ ਕਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ। ਉਹ ਮੇਰੇ ਲਾਲਾ ਸ਼ੁਕਰ ਕਰ ਤੂੰ ਰੱਬ ਦਾ, ਸ਼ੁਕਰ ਕਰ ਗੁਰੂ ਨਾਨਕ ਸਾਹਿਬ ਜੀ ਦਾ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ 7 ਮਹੀਨੇ ਘੇਰੇ ਵਿੱਚ ਰਹੇ ਸਨ, ਉਹਨਾਂ ਕੋਲ ਖੰਨਾ ਰੋਟੀ ਦਾ ਵੀ ਨਹੀਂ ਸੀ ਮਿਲਦਾ। ਉਹ ਪੁੱਤਰਾ ਸ਼ੁਕਰ ਕਰ ਰੱਬ ਦਾ, ਉਹਨਾਂ ਨੂੰ ਪਿਆਲਾ ਪਾਣੀ ਦਾ ਵੀ ਨਹੀਂ ਸੀ ਮਿਲਦਾ। ਗੁਰੂ ਨੇ ਕਿੱਡੀ ਕਿਰਪਾ ਕੀਤੀ ਹੈ, ਆਪਾਂ ਭਾਵੇਂ ਜੇਲ੍ਹ ਵਿੱਚ ਬੈਠੇ ਆ, ਪਰ ਮੇਰੇ ਪੁੱਤਰਾ ਧੰਨਵਾਦ ਕਰ ਓਏ ਰੱਬ ਦਾ, ਜਿਨ੍ਹਾਂ ਨੂੰ 1 ਖੰਨਾ ਰੋਟੀ ਦਾ ਮਿਲ ਜਾਂਦਾ, ਜਿਨ੍ਹਾਂ ਨੂੰ 1 ਪਿਆਲਾ ਪਾਣੀ ਦਾ ਮਿਲ ਜਾਂਦਾ, ਸਾਰੀ ਦਿਹਾੜੀ ਕੱਟ ਲੈਣੀ ਹੈ। ਇਹਦੇ ਆਸਰੇ ਜਦੋਂ ਜ਼ਾਲਮ ਨੇ ਵੇਖਿਆ ਇਹਦੇ ਬੱਚੇ ਨੂੰ ਭੁੱਖ ਤੇ ਦੁੱਖ ਮੈਂ ਦੋਵੇਂ ਦੇ ਕੇ ਦੇਖ ਲਏ, ਪਰ ਇਹ ਨਹੀਂ ਡੋਲੀ। ਹੁਣ ਮੈਂ ਵੇਖਣਾ ਹੈ ਕਿਵੇਂ ਸਮਾਈ ਹੋਈ ਹੈ ਰੱਬ ਵਿੱਚ, ਹੁਣ ਮੈਂ ਵੇਖਣਾ ਹੈ ਰੱਬ ਦੇ ਵਿੱਚ ਕਿਵੇਂ ਅਭੇਦ ਹੋਈ ਹੈ। ਇਹਦੀ ਜ਼ੁਬਾਨੋਂ ਇਤਰਾਜ਼ ਮੈਂ ਕਢਵਾ ਕੇ ਛੱਡਾਂਗਾ। ਇੱਕ ਦਿਨ ਕਹਿ ਉੱਠੇਗੀ ਆਪਣੀ ਜ਼ੁਬਾਨੋਂ, ਮੈਂ ਇਸ ਸਿੱਖੀ ਵਿੱਚੋਂ ਲੱਭਿਆ ਹੀ ਕੀ ਹੈ। ਇੱਕ ਤੇ ਬਦਕਿਸਮਤੀ ਹੈ, ਸਾਡੇ ਵਰਗੇ ਲੋਕਾਂ ਨੇ ਕਦੇ ਕੋਈ ਪਿਆਰ ਦਾ ਗੁਟਕਾ ਨਹੀਂ ਜੇ ਬਣਾਇਆ। ਬੜੇ ਘੱਟ ਬਣੇ ਹੋਣਗੇ, ਪਿਆਰ ਦੇ ਗੁਟਕੇ ਨਹੀਂ ਬਣਾਏ, ਜਾਂ ਤੇ ਗੁਟਕੇ ਬਣਾ ਦਿੱਤੇ ਦੁੱਖ ਭੰਜਨੀ। ਜੇ ਦੁੱਖਾਂ ਨੂੰ ਭੰਨਣਾ ਚਾਹੁੰਦਾ ਤੇ ਆ ਬਾਣੀ ਪੜ੍ਹ ਲੈ। ਮੈਂ ਹੈਰਾਨ ਹੁੰਦਾ, ਕਦੇ ਸਿੱਖੀ ਦੇ ਮਾਰਗ ਨੂੰ ਵਿਚਾਰ ਕੇ ਦੇਖਿਓ ਜੇ, ਇੱਥੇ ਨਿਰੇ ਦੁੱਖ ਭੰਨਣ ਵਾਲਿਆਂ ਦੀਆਂ ਲਾਈਨਾਂ ਨਹੀਂ, ਇੱਥੇ ਤਾਂ ਉਹ ਵੀ ਲੋਕ ਨੇ ਜਿਹੜੇ ਕਹਿੰਦੇ ਨੇ, ਰੱਬਾ ਜੇ ਤੂੰ ਮੇਰੀ ਸਾਰੀ ਦੀ ਸਾਰੀ ਝੋਲੀ ਦੁੱਖਾਂ ਨਾਲ ਭਰ ਦੇਵੇਂ, ਮੈਂ ਤਦ ਵੀ ਤੈਨੂੰ ਉਲਾਂਭਾ ਨਹੀਂ ਦਿਆਂਗਾ। ਜੇ ਸੁੱਖ ਦੇ ਤਾਂ ਤੁਝੇ ਅਨਾਦੀ, ਦੁੱਖ ਵੀ ਤੁਝੇ ਧਿਆਈ। ਜੇ ਭੁੱਖ ਦੇ ਤਾਂ ਇਤਗੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਇਹ ਹੈ ਸਿੱਖੀ ਦਾ ਮਾਰਗ। ਇਹ ਤਾਂ ਵਪਾਰੀ ਲੋਕ ਨੇ, ਇਹ ਵਪਾਰੀ ਲੋਕ ਨੇ ਜਿਹੜੇ ਸਾਨੂੰ ਗਲਤ ਪਾਸੇ ਲੈ ਜਾਂਦੇ ਨੇ। ਜੇ ਤੂੰ ਸੁੱਖ ਚਾਹੁੰਦਾ, ਜੇ ਤੂੰ ਦੁੱਖਾਂ ਤੋਂ ਬਚਣਾ ਚਾਹੁੰਦਾ, ਆਹ ਬਾਣੀ ਦਾ ਪਾਠ ਕਰਿਆ ਕਰ। ਉਹ ਭਲਿਓ ਇੱਕ ਗੱਲ ਚੇਤਾ ਰੱਖਿਓ, ਗੁਰੂ ਕੋਲ ਆ ਕੇ ਬੇਨਤੀ ਕਰੀਏ, ਸਤਿਗੁਰੂ ਮੈਨੂੰ ਇੰਨੀ ਬਾਣੀ ਪੜ੍ਹਾ, ਸਤਿਗੁਰੂ ਮੇਰਾ ਜੀਵਨ ਇੰਨਾ ਚੰਗਾ ਬਣਾ। ਕਦੇ ਭਾਈ ਮੰਝ ਵਾਂਗੂ ਮੈਨੂੰ ਪ੍ਰੀਖਿਆ ਦੇਣੀ ਪੈ ਜਾਏ ਪਰ ਮੇਰਾ ਮਨ ਨਾ ਡੋਲੇ। ਸਤਿਗੁਰੂ ਮੇਰੇ ਬੱਚੇ ਦੇ ਨਿੱਕਾ ਜਿਹਾ ਚੀਰ ਲੱਗ ਜਾਏ, ਮੈਂ ਉਹਨੂੰ ਦੇਖ ਨਹੀਂ ਸਕਦਾ, ਭਟਕਣਾ ਫਿਰਨਾ, ਕਿੱਥੋਂ ਇਹਦਾ ਇਲਾਜ ਕਰਾ ਲਾਂ। ਤੇ ਰੋਜ਼ ਮੈਂ ਗਾਥਾ ਉਹਨਾਂ ਦੀਆਂ ਕਹਿੰਦਾ ਸੁਣਦਾ ਗਾਉਣਾ, ਜਿਨ੍ਹਾਂ ਨੇ ਆਪਣੇ ਜੀਵਨ ਤੇ ਤਸੀਹੇ ਝੱਲੇ। ਸਿੱਖੀ ਦੀ ਦੂਜੀ ਤਸਵੀਰ ਵੀ ਵਿਖਾਉਣ ਦੀ ਕੋਸ਼ਿਸ਼ ਕਰੀਏ, ਉਹ ਵੀ ਸਿੱਖੀ ਦੀ ਹੀ ਤਸਵੀਰ ਹੈ, ਕਿਸੇ ਬਾਹਰਲੇ ਦੀ ਨਹੀਂ। ਐਸੀਆਂ ਤੇ ਵਿਖਾਈ ਜਾਂਦੇ ਆ, ਫਲਾਣੇ ਬੰਦੇ ਨੇ ਅੱਖਾਂ 'ਚ ਪਾਣੀ ਪਾਇਆ, ਜਲ ਪਾਇਆ ਚਰਨ ਕਮਲਾਂ ਦਾ, ਤੇ ਉਹਦੀਆਂ ਅੱਖਾਂ ਠੀਕ ਹੋ ਗਈਆਂ। ਤੇ ਐਸਾ ਕਿਉਂ ਕਦੇ ਨਹੀਂ ਦਿਖਾਇਆ ਵੀ ਭਾਈ ਮਨੀ ਸਿੰਘ ਵਰਗਿਆਂ ਨੇ ਗੁਰੂ ਕੀ ਬਾਣੀ ਪੜ੍ਹੀ ਸੀ, ਉਹਨੂੰ ਆਪਣੇ ਪਰਿਵਾਰ ਦੇ 53 ਸ਼ਹੀਦ ਕਰਵਾਉਣੇ ਪਏ। ਇਹ ਕਿਉਂ ਨਹੀਂ ਕਦੇ ਦਿਖਾਉਂਦੇ ਭਈ ਬਾਬਾ ਦੀਪ ਸਿੰਘ ਵਰਗਿਆਂ ਨੇ ਗੁਰੂ ਕੀ ਬਾਣੀ ਪੜ੍ਹੀ ਸੁਣੀ ਸੀ ਤੇ ਉਹਨੂੰ ਆਪਣਾ ਆਪਾ ਗੁਰੂ ਲਈ ਵਾਰਨਾ ਪਿਆ। ਇਹ ਗੱਲਾਂ ਅਸੀਂ ਨਹੀਂ ਜੇ ਸਿਖਾਉਂਦੇ। ਬੇਨਤੀ ਕਰ ਰਿਹਾ ਸਾਂ, ਮਾਂ ਨੇ ਸਾਰੀ ਦਿਹਾੜੀ ਆਪਣੇ ਪੁੱਤਰ ਨੂੰ ਗੁਰੂ ਦੀਆਂ ਸਾਖੀਆਂ ਸੁਣਾਈਆਂ, ਆਪਣੇ ਪੁੱਤਰ ਨੂੰ ਗੁਰੂ ਦੀਆਂ ਗੱਲਾਂ ਸੁਣਾਈਆਂ। ਚੱਕੀ ਪੀਂਦੀ ਏ, ਨਾਲ ਕੋਲ ਬਿਠਾ ਕੇ ਆਪਣੇ ਪੁੱਤਰ ਨੂੰ ਦੱਸਦੀ ਏ। ਆਖਿਰਕਾਰ ਵਕਤ ਆਇਆ ਜਦੋਂ ਜ਼ਾਲਮ ਇਤਨਾ ਸਤਾਇਆ, ਤੇ ਉਹਨੇ ਇੱਕ ਵਕਤ ਆਇਆ
ਅੱਜ ਮਨ ਵਿੱਚ ਵਿਚਾਰ ਕੀਤੀ, ਕਹਿਣ ਲੱਗੇ ਮੈਂ ਅਜੇ ਵੀ ਵੇਖਣਾ ਚਾਹੁੰਦਾ ਇਸ ਮਾਂ ਦਾ ਸਬਰ, ਇਹ ਕਿੰਨੀ ਕੁ ਜੁੜੀ ਹੋਈ ਹੈ ਗੁਰੂ ਦੇ ਨਾਲ, ਕਿੰਨੀ ਕੁ ਅਪੇਲ ਹੋਈ ਹੋਈ ਹੈ। ਦੂਜਾ ਦਿਨ ਵਕਤ ਆਇਆ, ਅੱਜ ਜ਼ਾਲਮ ਨੇ ਜੇਲ੍ਹ ਦਾ ਬੂਹਾ ਖੁਲਵਾਇਆ ਤੇ ਨਾਲ ਉਹਦੇ 2-4 ਬੰਦੇ ਨੇ। ਕਿਸੇ ਦੇ ਹੱਥ ਵਿੱਚ ਤਲਵਾਰ ਹੈ, ਕਿਸੇ ਦੇ ਹੱਥ ਵਿੱਚ ਨੇਜਾ ਪਕੜਿਆ ਹੋਇਆ, ਇੱਕ ਦੇ ਹੱਥ ਵਿੱਚ ਕਈ ਤਰ੍ਹਾਂ ਦੀਆਂ ਚੀਜ਼ਾਂ ਪਕੜੀਆਂ ਹੋਈਆਂ ਨੇ। ਆਖਿਰਕਾਰ ਉਹਨੇ ਵਚਨ ਕੀਤਾ, ਕਹਿਣ ਲੱਗੇ ਇਸ ਮਾਂ ਦੀ ਗੋਦ ਵਿੱਚੋਂ ਬੱਚਾ ਚੁੱਕੋ। ਬੱਚਾ ਚੁੱਕ ਕੇ ਕੀ ਕਰਨਾ ਹੈ, ਇਹਨੂੰ ਲੱਤ ਤੋਂ ਪਕੜ ਕੇ ਉਤਾਂਹ ਨੂੰ ਸੁੱਟਣਾ ਹੈ। ਜਦੋਂ ਬੱਚਾ ਉਤਾਂਹ ਨੂੰ ਮੁੜ ਕੇ ਵਾਪਸ ਪਰਤੇਗਾ, ਇਹਦੀ ਗਰਦਨ ਤੇ ਤਲਵਾਰ ਚਲਾ ਕੇ ਇਹਦਾ ਧੜ ਅਤੇ ਸੀਸ ਵੱਖਰਾ ਕਰ ਦੇਣਾ। ਇੱਥੇ ਹੀ ਬਸ ਨਹੀਂ, ਜਿਹੜਾ ਧੜ ਹੋਵੇਗਾ ਮੁੜ ਕੇ ਉਸ ਧੜ ਦੇ ਕਈ ਟੋਟੇ ਕਰਨੇ ਨੇ, ਤੇ ਉਸ ਧੜ ਦੇ ਟੋਟੇ ਕਰਕੇ ਉਹਦੇ ਵਿੱਚੋਂ ਆਂਦਰਾਂ ਕੱਢ ਕੇ ਤੇ ਸਮੇਤ ਆਂਦਰਾਂ ਤੇ ਉਹ ਬੱਚੇ ਦੇ ਟੋਟੇ ਕਰਕੇ ਉਹਦਾ ਹਾਰ ਪਰੋ ਕੇ ਇਸ ਮਾਂ ਦੇ ਗਲ ਵਿੱਚ ਪਾ ਦਿਓ। ਮੈਂ ਵੇਖਣਾ ਚਾਹੁੰਦਾ ਮਾਂ ਹਜੇ ਵੀ ਗੁਰੂ ਨਾਲ ਜੁੜੀ ਹੋਈ ਏ। ਸੋਚ ਕੇ ਦੇਖੋ ਕਿਹੋ ਜਿਹੀਆਂ ਮਾਂ ਤੇਰੀਆਂ ਅੱਖਾਂ ਹੋਣਗੀਆਂ। ਦੁਨਿਆਵੀ ਅੱਖਾਂ ਨਹੀਂ ਤੇਰੀਆਂ ਹੋ ਸਕਦੀਆਂ, ਤੇਰੀਆਂ ਅੱਖਾਂ 'ਚ ਗੁਰੂ ਵਸਿਆ ਹੋਵੇਗਾ, ਜਿਹੜੀ ਆਪਣੇ ਪੁੱਤਰ ਨੂੰ ਇਹਨਾਂ ਹਾਲਾਤਾਂ ਵਿੱਚ ਵੇਖ ਸਕਦੀ ਹੈ। ਮਾਂ ਤੇਰੇ ਹਿਰਦੇ ਵਿੱਚ ਗੁਰੂ ਵਸਿਆ ਹੋਵੇਗਾ, ਮਾਂ ਤੇਰੇ ਕੰਨਾਂ ਵਿੱਚ ਗੁਰੂ ਵਸਿਆ ਹੋਵੇਗਾ, ਜਿਹਨੂੰ ਆਪਣੇ ਪੁੱਤਰ ਦੀ ਚੀਕ ਵੀ ਨਹੀਂ ਸੁਣੀ, ਜਿਹਨੂੰ ਆਪਣੇ ਪੁੱਤਰ ਦੀ ਗੱਲ ਵੀ ਨਹੀਂ ਦੇਖ ਕੇ ਪਤਾ ਲੱਗਿਆ, ਜਿਹਨੂੰ ਆਪਣੇ ਪੁੱਤਰ ਦੇ ਪ੍ਰਤੀ ਇੰਨਾ ਪਿਆਰ ਸੀ ਫਿਰ ਵੀ ਨਹੀਂ ਡੋਲੀ। ਬੱਚੇ ਨੂੰ ਚੁੱਕਿਆ, ਉਤਾਂਹ ਨੂੰ ਸੁੱਟਿਆ, ਤਲਵਾਰ ਵੀ ਚੱਲੀ, ਸੀਸ ਵੀ ਵੱਖਰਾ ਹੋਇਆ, ਧੜ ਵੀ ਵੱਖਰੀ ਹੋਈ, ਕੱਢ ਕੇ ਗੁੱਛਾ ਉਹਦੀਆਂ ਆਂਦਰਾਂ ਦਾ, ਬਾਕੀ ਸਰੀਰ ਦੇ ਟੁਕੜੇ ਕਰਕੇ ਆਂਦਰਾਂ ਨਾਲ ਬੰਨ੍ਹ ਕੇ ਉਹਨੂੰ ਗਲ ਵਿੱਚ ਹਾਰ ਪਾ ਕੇ ਪਰੋ ਕੇ ਤੇ ਉਸ ਮਾਂ ਦੇ ਗਲ ਵਿੱਚ ਪਾ ਦਿੱਤਾ। ਅੱਜ ਕਦੇ ਮਾਂ ਸੱਜੇ ਵੇਖਦੀ ਹੈ ਤੇ ਇੱਕ ਉਸ ਮਾਂ ਦੇ ਪੁੱਤਰ ਦੇ ਟੁਕੜੇ ਵਿੱਚੋਂ ਲਹੂ ਵਗਦਾ, ਮਾਂ ਖੱਬੇ ਵੇਖਦੀ ਹੈ, ਕਦੇ ਉਧਰਲੇ ਪਾਸਿਓਂ ਲਹੂ ਵਗਦਾ, ਕਦੇ ਉਹਦੇ ਗਲ ਕੋਲ ਦੀ ਲਹੂ ਵਗਦਾ। ਆਖਿਰਕਾਰ ਮਾਂ ਦੀ ਝੋਲੀ ਭਰ ਗਈ, ਪਰ ਮਾਂ ਦੀ ਜ਼ੁਬਾਨੋਂ ਇੱਕ ਵੀ ਸ਼ਬਦ ਨਾ ਉਹ ਨਿਕਲ ਸਕਿਆ। ਜਿਹਨੇ ਕਦੇ ਗੁਰੂ ਨੂੰ, ਜਿਹਨੇ ਕਦੇ ਰੱਬ ਨੂੰ ਉਲਾਮਾ ਦਿੱਤਾ ਹੋਵੇ, ਰੱਬ ਦੇ ਚਰਨਾਂ ਵਿੱਚ ਜੁੜ ਕੇ ਇੱਕੋ ਇੱਕ ਬੇਨਤੀ ਕਰਦੀ ਰਹੀ, ਕਹਿਣ ਲੱਗੀ ਰੱਬਾ ਤੇਰਾ ਬੜਾ ਧੰਨਵਾਦ, ਬੜਾ ਸ਼ੁਕਰ ਕੀਤਾ, ਮੈਨੂੰ ਅੱਜ ਪਤਾ ਲੱਗਿਆ ਭਈ ਜੇ ਤੂੰ ਸਿੱਖੀ ਦੀ ਰਹਿਣੀ ਕਹਿਣੀ ਵੱਖਰੀ ਦਿੱਤੀ ਹੈ ਨਾ, ਤੇ ਮੈਨੂੰ ਅੱਜ ਪਤਾ ਲੱਗਿਆ ਸਿੱਖੀ ਦੇ ਹਾਰ ਕਿਹੋ ਜਿਹੇ ਹੁੰਦੇ ਨੇ। ਸਿੱਖੀ ਦੇ ਫੁੱਲਾਂ ਵਾਲੇ ਹਾਰ ਨਹੀਂ ਹੁੰਦੇ, ਸਿੱਖੀ ਤੇ ਐਡੀ ਕੀਮਤੀ ਹੈ, ਐਡੀ ਕੀਮਤੀ ਸਿੱਖੀ ਹੈ। ਸਿੱਖੀ ਦੇ ਹਾਰ ਵੀ ਵੱਖਰੇ ਨੇ, ਗਲਾਂ ਵਿੱਚ ਪਾਉਣ ਵਾਲਾ ਸ਼ਿੰਗਾਰ ਵੀ ਵੱਖਰਾ ਹੈ, ਤੇ ਮੈਨੂੰ ਸ਼ਿੰਗਾਰ ਅੱਜ ਮਿਲਿਆ। ਤੂੰ ਮੈਨੂੰ ਕਿਰਪਾ ਕੀਤੀ, ਮੇਰੇ ਹੀ ਪੁੱਤਰ ਦੀ, ਮੇਰੇ ਹੀ ਬੱਚੇ ਦੀਆਂ ਉਹਨਾਂ ਟੋਟੇ ਕਰਾ ਕੇ ਆਂਦਰਾਂ ਦਾ ਹਾਰ ਅੱਜ ਮੈਂ ਗਲੇ ਵਿੱਚ ਪਾ ਕੇ ਬੈਠੀ ਹੋਈ ਐ। ਮੈਨੂੰ ਅੱਜ ਪਤਾ ਲੱਗਿਆ ਦਾਤਿਆ ਸਿੱਖੀ ਦਾ ਹਾਰ ਕੀ ਹੁੰਦਾ। ਸ਼ਾਮ ਦਾ ਵਕਤ ਆਇਆ, ਆ ਜਿਹੜੀ ਬਾਣੀ ਆਪਾਂ ਵਿਚਾਰ ਰਹੇ ਇਹਦੇ ਅੰਮ੍ਰਿਤ ਬੋਲ ਪੜ੍ਹੇ, ਸ਼ੁਕਰ ਕੀਤਾ ਰੱਬ ਦਾ, ਨਾਲ ਇੱਕ ਬਚਨ ਕਿਹਾ, ਕਹਿਣ ਲੱਗੀ ਰੱਬਾ ਤੇਰਾ ਬਹੁਤ ਧੰਨਵਾਦ, ਤੇਰੀ ਬੜੀ ਕਿਰਪਾ ਹੋਈ ਹੈ। ਮੇਰਾ ਬੱਚਾ ਨਿਕੜਾ ਸੀ, ਮੈਨੂੰ ਡਰ ਸੀ ਕਿਤੇ ਮੇਰੀ ਮੌਤ ਪਹਿਲਾਂ ਆ ਜਾਏ ਤੇ ਮੇਰਾ ਬੱਚਾ ਮੁੜ ਕੇ ਸਿੱਖੀ ਨਾ ਨਿਭਾ ਸਕੇ, ਕਿਤੇ ਐਸਾ ਕਾਰਨ ਨਾ ਬਣੇ। ਸ਼ੁਕਰ ਹੋਇਆ ਮੇਰਾ ਬੱਚਾ ਮੇਰੀਆਂ ਅੱਖਾਂ ਦੇ ਸਾਹਮਣੇ ਸਿੱਖੀ ਨਿਭਾ ਗਿਆ, ਹੁਣ ਮੈਂ ਸੁਰਖਰੂ ਹੋ ਕੇ ਤੇਰੇ ਚਰਨਾਂ ਵਿੱਚ ਆ ਸਕਾਂਗੀ। ਮੈਂ ਆਪਣੀ ਧੀ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ। ਰਹਿਰਾਸ ਸਾਹਿਬ ਨੂੰ ਇਸ ਲਈ ਨਾ ਪੜ੍ਹੀ ਵੀ ਇਹ ਇਕੱਲੀ ਨਿਤਨੇਮ ਦੀ ਬਾਣੀ ਹੈ। ਰਹਿਰਾਸ ਸਾਹਿਬ ਦੇ ਇਹਨਾਂ ਸ਼ਬਦਾਂ ਨੂੰ ਇਸ ਲਈ ਵੀ ਪੜ੍ਹੀ, ਰੱਬਾ ਇੱਕ ਕਿਰਪਾ ਕਰ ਮੈਂ ਇਹੋ ਜਿਹੀ ਮਾਂ ਵੀ ਬਣ ਸਕਾਂ ਆਪਣੀ ਜ਼ਿੰਦਗੀ 'ਚ, ਮੈਂ ਆਪਣੇ ਗੁਰੂ ਨੂੰ ਕਹਿ ਸਕਾਂ ਮੇਰੀ ਖਾਤਰ 4 ਵਾਰ ਨਿਭਾਲਿਆ, ਮੈਂ ਆਪਣੇ ਵੱਲੋਂ ਇੱਕ ਆਪਣਾ ਪੁੱਤ ਜਾਂ ਆਪਣੀ ਧੀ ਤੈਨੂੰ ਸਿੱਖ ਬਣਾ ਕੇ ਦੇ ਚੱਲੀ ਹੈ। ਜੇ ਤੂੰ ਮੇਰੀ ਖਾਤਰ ਆਪਣਾ ਸਰਬੰਸ ਵਾਰਿਆ ਸੀ, ਮੈਂ ਸਰਬੰਸ ਤੇ ਨਹੀਂ ਵਾਰ ਸਕਦੀ, ਪਰ ਮੈਂ ਉਹ ਮਾਂ ਪੈਦਾ ਹੋ ਜਾਵਾਂ ਜਿਹਦੀ ਕੁੱਖ ਵਿੱਚੋਂ ਬੱਚੇ ਨੂੰ ਜਦੋਂ ਲੋਰੀ, ਜਦੋਂ ਕੁੱਖ ਵਿੱਚੋਂ ਪਿਆਰ ਮਿਲੇ
ਤੇ ਤੇਰੇ ਦਰ ਦਾ ਪਿਆਰ ਮਿਲੇ, ਜਦੋਂ ਗੋਦ ਵਿੱਚੋਂ ਲੋਰੀ ਮਿਲੇ ਤੇ ਤੇਰੇ ਦਰ ਦੀ ਲੋਰੀ ਮਿਲੇ, ਜਦੋਂ ਮਾਂ ਕੋਲੋਂ ਅਸੀਸ ਨਿਕਲੇ ਤੇ ਅਸੀਸ ਇਹ ਨਿਕਲੇ ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼। ਕਦੇ ਮੈਂ ਇਸ ਗੱਲ ਤੋਂ ਲਾਮੀ ਨਾ ਹੋਵਾਂ, ਮੇਰੀ ਜ਼ੁਬਾਨ ਵੀ ਤੇਰੇ ਗੁਣ ਗਾਵੇ, ਮੇਰੀਆਂ ਅੱਖਾਂ ਵੀ ਮੇਰੇ ਬੱਚੇ ਨੂੰ ਸਿੱਖੀ ਦੇ ਰੂਪ ਵਿੱਚ ਵੇਖ ਸਕਣ। ਮੈਨੂੰ ਕਿਰਪਾ ਕਰ, ਮੈਂ ਇਹੋ ਜਿਹੀ ਮਾਂ ਆਪਣੇ ਵਿੱਚੋਂ ਪੈਦਾ ਕਰ ਸਕਾਂ ਜਿਹੜੀ ਮਾਂ ਪੁਰਾਣੇ ਸਮੇਂ ਦੇ ਅੰਦਰ ਸਿੱਖੀ ਲਈ ਆਪਾ ਵਾਰਦੀ ਸੀ। ਅੱਜ ਬਹੁਤ ਲੋੜ ਹੈ, ਅਸ ਇਸ ਗੱਲ ਦੀ ਬੜੀ ਜ਼ਰੂਰਤ ਹੈ। ਤਾਂ ਬੇਨਤੀ ਕਰ ਰਿਹਾ ਸਾਂ, ਜਿਹੜੇ ਤੇਰਾ ਨਾਮ ਕਹਿੰਦੇ ਨੇ ਨਾ, ਉਹ ਤੇਰੇ ਵਿੱਚ ਅਭੇਦ ਹੋ ਜਾਂਦੇ ਨੇ, ਤੇਰੀ ਕੀਮਤ ਨਹੀਂ ਪਾਉਂਦੇ। ਉਹਨਾਂ ਕੋਲ ਵੱਖਰੀ ਕੋਈ ਗੱਲ ਹੀ ਨਹੀਂ ਹੁੰਦੀ, ਉਹਨਾਂ ਕੋਲ ਵੱਖਰੀ ਕੋਈ ਬਾਤ ਹੀ ਨਹੀਂ ਹੁੰਦੀ, ਉਹ ਤੇਰੇ ਵਿੱਚ ਅਭੇਦ ਹੋ ਜਾਂਦੇ ਨੇ। ਹਾਂ, ਇੱਕ ਗੱਲ ਮੈਂ ਫਿਰ ਦੁਹਰਾਉਣਾ ਚਾਹੁੰਦਾ, ਪਿਛਲੇ ਸਮੇਂ 'ਚ ਵੀ ਸ਼ਾਇਦ ਤੁਹਾਡੇ ਨਾਲ ਕਦੇ ਸਾਂਝ ਪਾਈ ਹੋਵੇ। ਦੋ ਚੀਜ਼ਾਂ ਵੱਲ ਖਿਆਲ ਕਰਿਓ। ਇੱਕ ਹੁੰਦਾ ਭਰੋਸਾ, ਇੱਕ ਹੁੰਦਾ ਦਿਲਾਸਾ। ਇੱਕ ਹੁੰਦਾ ਭਰੋਸਾ, ਇੱਕ ਹੁੰਦਾ ਦਿਲਾਸਾ। ਭਰੋਸਾ ਆਪ ਪੈਦਾ ਕਰਨਾ, ਭਰੋਸਾ ਕਿਸੇ ਦਾ ਨਹੀਂ ਕੰਮ ਆਉਣਾ। ਹਾਂ, ਦਿਲਾਸਾ ਕੋਈ ਵੀ ਦੇ ਸਕਦਾ ਹੈ, ਦਿਲਾਸਾ ਕੋਈ ਵੀ ਦੇ ਸਕਦਾ ਹੈ। ਅਸੀਂ ਜਦੋਂ ਕਿਸੇ ਦੇ ਘਰ ਕੋਈ ਖੁਸ਼ੀ ਕਮੀ ਦੀ ਬਾਤ ਵਰਤਦੀ ਹੈ, ਉਦੋਂ ਉਹਨੂੰ ਦਿਲਾਸਾ ਦੇਣ ਜਾਂਦੇ, ਉਹਨੂੰ ਭਰੋਸਾ ਦੇਣ ਨਹੀਂ ਜਾਂਦੇ, ਉਹਨੂੰ ਦਿਲਾਸਾ ਦੇਣ ਜਾਂਦੇ। ਹਜ਼ੂਰ ਕਹਿਣ ਲੱਗੇ, ਪੁੱਤਰ ਮੈਂ ਤੇਰੀ ਝੋਲੀ ਵਿੱਚ ਇੱਕ ਦਿਲਾਸਾ ਪਾਉਣ ਲੱਗੇ ਹਾਂ। ਜੋ ਤੇਰਾ ਰੰਗ ਰਾਤੇ ਸੁਆਮੀ, ਤਿਨ ਕਾ ਜਨਮ ਮਰਨ ਦੁਖ ਨਾਸਾ, ਤੇਰੀ ਬਖਸ਼ ਨਾ ਮੇਟੇ ਕੋਈ, ਸਤਿਗੁਰ ਕਾ ਦਿਲਾਸਾ। ਕਹਿਣ ਲੱਗੇ ਤੇਰੀ ਬਖਸ਼ਿਸ਼ ਨੂੰ ਕੋਈ ਮਿਟਾ ਨਹੀਂ ਸਕਦਾ, ਇਹ ਦਿਲਾਸਾ ਸਤਿਗੁਰੂ ਨੇ ਦਿੱਤਾ। ਹੁਣ ਦਿਲਾਸਾ ਤੇ ਗੁਰੂ ਨੇ ਦੇ ਦਿੱਤਾ, ਭਰੋਸਾ ਤੇ ਆਪਾਂ ਕਰਨਾ ਹੈ ਨਾ, ਵਿਸ਼ਵਾਸ ਤੇ ਆਪਾਂ ਕਰਨਾ ਹੈ ਨਾ। ਜਿਸ ਦਿਨ ਮੇਰੇ ਮਨ ਵਿੱਚ ਇਹ ਭਰੋਸਾ ਆ ਗਿਆ, ਉਸ ਦਿਨ ਇਹ ਦੋ ਗੁੰਝਲਾਂ ਖੁੱਲ ਜਾਣੀਆਂ ਅਗਲੀਆਂ। ਉਹ ਕਿਹੜੀਆਂ? ਭਈ ਹੇ ਰੱਬਾ, ਜਿਹਨੂੰ ਵੀ ਕਿਸੇ ਨੂੰ ਤੂੰ ਦਾਤ ਦਿੱਤੀ ਹੈ ਨਾ, ਤੂੰ ਆਪ ਦਿੱਤੀ ਹੈ, ਤੂੰ ਆਪ ਰਹਿਮਤ ਕੀਤੀ ਹੈ। ਇਹ ਗੁਰਬਾਣੀ ਦੀ ਪੰਕਤੀ ਨੂੰ ਕਦੇ ਇਸ ਦ੍ਰਿਸ਼ਟੀ ਨਾਲ ਪੜ੍ਹਿਓ ਜੇ। ਦਾਤ ਹੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਇਹਦੇ ਅਰਥ ਨੇ, ਜਿਹਨੂੰ ਰੱਬ ਪਿਆਰ ਕਰਦਾ, ਪਰਮੇਸ਼ਰ ਰਹਿਮਤ ਕਰਦਾ, ਉਹਦਾ ਸੁਭਾਅ ਹੈ ਉਹ ਦਾਤ ਦਿੰਦਾ, ਪਰ ਉਹਦੀ ਦਿੱਤੀ ਕੋਈ ਦਾਤ ਨੂੰ ਕੋਈ ਰਸਤੇ ਵਿੱਚ ਰੋਕ ਨਹੀਂ ਸਕਦਾ, ਕੋਈ ਰਸਤੇ ਵਿੱਚ ਰੋਕ ਨਹੀਂ ਸਕਦਾ। ਤੁਸੀਂ ਖਿਆਲ ਕਰਕੇ ਦੇਖਿਓ, ਅਸੀਂ 100 ਵਾਰੀ ਕੋਸ਼ਿਸ਼ ਕਰਨੇ ਕਿਸੇ ਦਾ ਨੁਕਸਾਨ ਕਰੀਏ, ਕਿਉਂਕਿ ਸਾਡੀ ਇੱਕ ਆਦਤ ਹੈ ਵੀ ਜੇ ਮੈਂ ਸੁਖੀ ਨਹੀਂ ਹੋ ਸਕਦਾ ਤੇ ਕਮ ਸੇ ਕਮ ਦੂਜੇ ਨੂੰ ਦੁਖੀ ਕਰਦੇ ਹਾਂ, ਤਦ ਵੀ ਮੈਨੂੰ ਸੁੱਖ ਮਿਲ ਜਾਏਗਾ ਨਾ। ਅਸੀਂ ਕਿੰਨੀ ਕੋਸ਼ਿਸ਼ ਕਰਨੇ ਦੂਜਿਆਂ ਨੂੰ ਦੁੱਖ ਦੇਣ ਦੀ। ਪਰ ਜਿਨ੍ਹਾਂ ਨੇ ਇਹ ਗੱਲ ਸਮਝ ਲਈ, ਉਹਨਾਂ ਨੂੰ ਪਤਾ ਲੱਗ ਗਿਆ ਵੀ ਰੱਬਾ, ਜਿਹਨੂੰ ਤੂੰ ਦਾਤ ਦਿੰਦਾ ਉਸੇ ਨੂੰ ਮਿਲਦੀ ਹੈ, ਤੇ ਉਹਦੇ ਵਿੱਚ ਕੋਈ ਰੁਕਾਵਟ ਵੀ ਨਹੀਂ ਪਾ ਸਕਦਾ। ਤੇ ਮੈਨੂੰ ਅੱਜ ਪਤਾ ਲੱਗਿਆ ਇਸ ਗੱਲ ਦਾ ਵੀ ਹੇ ਸੱਚੇ ਸਾਹਿਬ, ਹੇ ਮੇਰੇ ਮਾਲਕ, ਅਸਲ ਵਿੱਚ ਸਾਰੀ ਦੁਨੀਆ ਨੂੰ ਸਵਾਰਨ ਵਾਲਾ ਤੂੰ ਹੈ, ਤੇਰੇ ਤੋਂ ਬਿਨਾਂ ਕਿਸੇ ਨੇ ਨਹੀਂ ਸਵਾਰੀ। ਇਹ ਜਿਤਨੀ ਵੀ ਦੁਨੀਆ ਸਵਾਰੀ ਹੋਈ, ਸ਼ਿੰਗਾਰੀ ਹੋਈ ਮੈਨੂੰ ਅੱਜ ਨਜ਼ਰ ਆਉਂਦੀ ਹੈ ਨਾ, ਇਹ ਤੇਰੀ ਕਿਰਪਾ ਦਾ ਸਦਕਾ, ਬਖਸ਼ਿਸ਼ ਕੀਤੀ ਹੋਈ ਦਾ ਸਦਕਾ ਨਜ਼ਰ ਆਉਂਦੀ ਹੈ। ਇਹ ਸਾਰਾ ਕੁਝ ਤੇਰੇ ਕਾਰਨ ਹੋਇਆ ਹੈ, ਤੇਰੀ ਦਾਤ ਹੈ, ਤੇਰੇ ਤੋਂ ਬਿਨਾਂ ਕੋਈ ਪਾ ਨਹੀਂ ਸਕਦਾ। ਜਿਹਨੂੰ ਤੂੰ ਦਾਤ ਦੇਣਾ, ਉਹਦੇ ਰਾਹ ਵਿੱਚ ਕਦੇ ਕੋਈ ਰੁਕਾਵਟ ਨਹੀਂ ਬਣ ਸਕਦਾ, ਉਹ ਆਖਰਕਾਰ ਆਪਣੀ ਮੰਜ਼ਿਲ ਤੇ ਪਹੁੰਚਦਾ ਹੈ। ਫਿਰ ਦੋ ਗੱਲਾਂ ਦਾ ਭਰੋਸਾ ਅੱਜ ਹੋਰ ਕਰ ਲਈਏ, ਭਈ ਜਦੋਂ ਵੀ ਮੈਂ ਮੰਗਾ ਸਾਹਿਬ, ਮੈਂ ਤੇਰੇ ਦਰ ਤੋਂ ਮੰਗਾ, ਮੈਂ ਦੂਜਿਆਂ ਦੇ ਦਰ ਤੋਂ ਕਿਉਂ ਮੰਗਾ? ਜਦੋਂ ਦਾਤ ਤੇ ਤੇਰੇ ਕੋਲ ਹੈ ਤੇ ਤੂੰ ਦੇਣੀ ਹੈ। ਦਾਤ ਤੇ ਤੇਰੇ ਕੋਲ ਹੈ, ਤੇਰੇ ਕੋਲੋਂ ਮੰਗਾ, ਮੈਂ ਕਿਸੇ ਹੋਰ ਕੋਲੋਂ ਕਿਉਂ ਮੰਗਾ? ਦੂਜੀ ਗੱਲ ਇਹ ਹੈ ਭਈ ਜੇ ਤੂੰ ਦਾਤ ਦਵੇਂ ਤੇ ਰਾਹ ਵਿੱਚ ਕੋਈ ਰੋਕ ਵੀ ਨਹੀਂ ਸਕਦਾ। ਆਖਰੀ ਗੱਲ ਕਹਿ ਦਈਏ, ਫਿਰ ਆਪਾਂ ਸਮਾਪਤੀ ਦੇ ਨੇੜੇ ਹੋਈਏ। ਇੱਕ ਗੱਲ ਹੋਰ ਪੱਲੇ ਬੰਨ ਲਈਏ ਅੱਜ। ਮੈਨੂੰ ਆਸ ਨਹੀਂ, ਕਿਉਂਕਿ ਝੂਠ ਪ੍ਰਚਾਰ ਹੀ ਇੰਨਾ ਜ਼ਿਆਦਾ ਦਿੱਤਾ ਗਿਆ, ਇਹ ਪਿਰਤ ਪੈ ਹੀ ਇੰਨੀ ਗਈ ਹੈ। ਮੈਨੂੰ ਆਸ ਹੈ ਵੀ ਅਸੀਂ ਮੰਨ ਨਹੀਂ ਸਕਣੀ, ਮੈਨੂੰ ਵੀ ਪਤਾ ਇਸ ਗੱਲ ਦਾ, ਪਰ ਫਿਰ ਵੀ ਕੋਸ਼ਿਸ਼ ਕਰੀਏ, ਕੋਸ਼ਿਸ਼ ਕਰੀਏ। ਉਹ ਕਿਹੜੀ ਬਾਤ ਹੈ? ਆਪਾਂ ਕਦੇ ਇਹ ਪਾਠ, ਇਹ ਅਰਦਾਸ ਨਾ ਕਰਵਾਇਆ ਕਰੀਏ, ਸਤਿਗੁਰੂ ਮੈਂ 51 ਪਾਠ ਕਰਕੇ ਆਇਆ। ਹਾਂ, ਤੁਸੀਂ ਆਪਣੇ ਮਨ 'ਚ ਜ਼ਰੂਰ ਰੱਖੋ,
ਵੀ ਸਤਿਗੁਰੂ ਮੈਂ 51 ਪਾਠ ਕਰਾਂ, ਪਰ 51 ਦੇ 51 ਨਾ ਰਹਿਣ, 51 ਤੋਂ ਅੱਗੇ ਮੇਰਾ ਨਿਤਨੇਮ ਬਣ ਜਾਏ। ਇਹ ਜ਼ਰੂਰੀ ਹੈ। ਜੇ ਆ ਕੇ ਅਰਦਾਸ ਕਰਾਉਣੀ, ਸਤਿਗੁਰੂ ਮੈਂ 21 ਪਾਠ ਕੀਤੇ, ਸਤਿਗੁਰੂ ਮੈਂ 51 ਪਾਠ ਕੀਤੇ, ਤੇ ਰਹਿ ਰਾਸ ਵਿੱਚ ਤਾਂ ਪੜ੍ਹਨੇ ਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਆਖਣ ਵਾਲਾ ਕੀ ਕਹਿ ਸਕਦਾ ਹੈ? ਤੇਰੇ ਤਾਂ ਸਿਫਤਾਂ ਦੇ ਭੰਡਾਰੇ ਭਰੇ ਪਏ ਨੇ। ਹੁਣ ਜਿਹਦੇ ਕੋਲ ਇੰਨੇ ਭੰਡਾਰੇ ਭਰੇ ਪਏ ਹੁਣ ਸਿਫਤਾਂ ਦੇ, ਉਹਦਾ ਅੰਤ ਕੋਈ ਨਾ ਪਾ ਸਕਦਾ ਹੋਵੇ, ਤੇ ਮੈਂ ਇੱਕ ਜ਼ੁਬਾਨ ਨਾਲ, ਉਹ ਵੀ ਤੇਰੀ ਬਾਣੀ, ਹਾਲਾਂਕਿ ਤੂੰ ਬਾਣੀ ਰਚ ਕੇ ਵੀ ਇਹ ਕਿਹਾ ਸੀ ਵੀ ਤੇਰਾ ਕੀਤਾ ਜਾਤੋ ਨਹੀਂ, ਤੇ ਮੈਂ ਕੇਵਲ ਪੜ੍ਹ ਕੇ ਹੀ ਇਹ ਅਰਦਾਸ ਕਰਾਉਣ ਆ ਗਿਆ ਵੀ ਮੈਂ 51 ਪਾਠ ਕੀਤੇ ਨੇ, 31 ਕੀਤੇ ਨੇ, 101 ਕੀਤਾ। ਨਹੀਂ ਪਿਆਰ ਵਾਲਿਓ, ਜੇ ਅਸੀਂ ਇਹ ਗੱਲ ਛੱਡਾਂਗੇ ਨਾ ਤਾਂ ਮੈਨੂੰ ਪੂਰਨ ਆਸ ਹੈ ਜਿਹੜੀਆਂ ਇਕੋਤਰੀਆਂ ਚੱਲਦੀਆਂ ਨੇ, ਇੱਕ ਦਿਨ ਉਹਨਾਂ ਲੋਕਾਂ ਨੂੰ ਵੀ ਛੱਡਣ ਤੇ ਮਜਬੂਰ ਹੋ ਜਾਣਾ ਪੈਣਾ ਵੀ ਨਹੀਂ, ਅਸੀਂ 101 ਪਾਠਾਂ ਦੀ ਲੜੀ ਨਾ ਲਾਈਏ, ਬਲਕਿ ਇਹ ਕੋਸ਼ਿਸ਼ ਕਰੀਏ 101 ਪਾਠਾਂ ਦੀ ਬਜਾਏ ਸਤਿਗੁਰੂ ਸਮੁੰਦਰ ਤੇਰੇ ਵਿੱਚ ਚੁੱਪੀਆਂ ਮਾਰ ਕੇ ਅਸੀਂ ਇੱਕ ਗੱਲ ਸਮਝ ਲਈਏ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰਨਹਾਰਾ। ਸਾਰੀ ਦੁਨੀਆ ਨੂੰ ਤੂੰ ਸਵਾਰਨ ਵਾਲਾ ਹੈ, ਤੂੰ ਸਾਰਿਆਂ ਨੂੰ ਦਾਤਾਂ ਦੇਣਾ, ਤੂੰ ਬਖਸ਼ਿਆ ਕਰਨਾ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਇਹ ਸ਼ਬਦ ਹੁਣ ਵੀ ਕੰਨਾਂ ਵਿੱਚ ਇਨ ਪਾ ਕੇ ਨਾ ਜਾਈਏ, ਹੁਣ ਵੀ ਇਹ ਸੋਚ ਕੇ ਜਾਈਏ, ਸਤਿਗੁਰੂ ਅੱਜ ਮੈਂ ਹਰ ਰੋਜ਼ ਮੈਂ ਦੂਜੇ ਚੌਥੇ ਜਾਣਾ, ਸਟੋਰ ਤੇ ਜਾਣਾ, ਦੁਕਾਨ ਤੇ ਜਾਣਾ, ਘਰ ਦੀ ਰਾਸ ਪੂੰਜੀ ਖਰੀਦ ਲਿਆਉਣਾ, ਤੇ ਘਰ ਜੋਗਾ ਸਾਜੋ ਸਮਾਨ ਖਰੀਦ ਲਿਆਉਣਾ, ਖਰਚ ਖਰੀਦ ਲਿਆਉਣਾ, ਤੇ ਅੱਜ ਮੈਂ ਤੇਰੀ ਦੁਕਾਨ ਤੇ ਆਇਆ, ਇਹ ਮੈਂ ਖਰਚ ਜਿਹੜਾ ਨਾ ਆਪਣੇ ਜੀਵਨ ਦੇ ਰਾਹ ਵਿੱਚ ਖਰਚਣ ਵਾਸਤੇ ਤੇਰੇ ਕੋਲ ਲੈ ਚੱਲਿਆ। ਮੈਂ ਰਹਿਰਾਸ ਬਣ ਜਾਏ, ਇਹ ਜੀਵਨ ਦੀ ਪੂੰਜੀ ਬਣ ਜਾਏ, ਫਿਰ ਮਾਲਕ ਦੀਆਂ ਬਖਸ਼ਾਂ ਸਾਡੇ ਜੀਵਨ ਵਿੱਚ ਵਰਤਣਗੀਆਂ। ਆਓ ਪਿਆਰ ਸਤਿਕਾਰ ਨਾਲ ਉੱਲਾਂ ਨੂੰ ਨਾ ਚਿਤਾਰਦੇ ਹੋਏ ਔਰ ਇਹਨਾਂ ਅੰਮ੍ਰਿਤ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਹੋਏ ਅਦਬ ਸਤਿਕਾਰ ਨਾਲ ਫਤਿਹ ਦੀ ਸਾਂਝ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।